ਤਾਂ ਦੋਸਤੋ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਅਲਮਾ ਮੈਟਰ ਆਨਲਾਈਨ ਪੁਆਇੰਟ ਦੇ ਵਿੱਚ। ਤਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਪੜ੍ਹਿਆ ਸੀ ਸੈੱਲ ਦੇ ਬਾਰੇ, ਠੀਕ ਹੈ। ਉਹਦਾ ਰਿਸਪੌਂਸ ਬਹੁਤ ਵਧੀਆ ਰਿਹਾ। ਤਾਂ ਆਪਾਂ ਸੈਕਿੰਡ ਜਿਹੜੀ ਵੀਡੀਓ ਹੈ, ਸੈਕਿੰਡ ਜਿਹੜਾ ਆਪਣਾ ਟੌਪਿਕ ਹੈ ਉਹ ਡਿਸਕਸ ਕਰਦੇ ਹਾਂ। ਤਾਂ ਇਹ ਵੀਡੀਓ PTT ਕੈਡਰ ਵਾਸਤੇ ਬਹੁਤ ਹੈਲਪਫੁਲ ਹੋਏਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਹ ਆਪਾਂ ਸਾਰਾ ਦਾ ਸਾਰਾ ਕੁਝ ਪੰਜਾਬੀ ਮੀਡੀਅਮ ਦੇ ਵਿੱਚ ਕਰਵਾਇਆ ਜਾਵੇਗਾ, ਜਿਹਦੇ ਵਿੱਚ ਬੱਚਿਆਂ ਨੂੰ ਮਤਲਬ ਮੇਨਲੀ ਬੱਚਿਆਂ ਨੂੰ ਸਾਇੰਸ ਦੇ ਵਿੱਚ ਇੰਗਲਿਸ਼ ਦੀ ਲੈਂਗੁਏਜ ਦੇ ਵਿੱਚ ਪ੍ਰੋਬਲਮ ਆ ਰਹੀ ਸੀ। ਤਾਂ ਆਪਾਂ ਜਿਹੜੇ ਮੈਕਸਿਮਮ ਕੋਸ਼ਿਸ਼ ਕਰਾਂਗੇ ਜਿੰਨੇ ਟੌਪਿਕ ਇੰਪੋਰਟੈਂਟ ਟੌਪਿਕ ਜਿਹੜੇ ਇਹਦੇ ਵਿੱਚ ਕਵਰ ਕਰੀਏ, ਠੀਕ ਹੈ ਜੀ। ਤਾਂ ਆਪਣਾ ਫਸਟ ਸੈੱਲ ਵਾਲਾ ਟੌਪਿਕ ਹੋ ਗਿਆ ਸੀ ਅਤੇ ਅੱਜ ਆਪਾਂ ਗੱਲ ਕਰਾਂਗੇ ਲਾਈਫ ਪ੍ਰੋਸੈਸ। ਜੇ ਲਾਈਫ ਪ੍ਰੋਸੈਸ ਵਾਲੇ ਚੈਪਟਰ ਦੇ ਵਾਲੇ ਟੌਪਿਕ ਦੇ ਵਿੱਚੋਂ ਪਿਛਲੀ ਵਾਰ ਵੀ ਆਪਣੇ ਕੋਲ 4 ਕੁਐਸਚਨ ਆਏ ਸੀਗੇ, ਠੀਕ ਹੈ ਜੀ। ਤਾਂ ਅੱਜ ਆਪਾਂ ਸਟਾਰਟ ਕਰਦੇ ਹਾਂ ਲਾਈਫ ਪ੍ਰੋਸੈਸ। ਹੁਣ ਆਪਾਂ ਲਾਈਫ ਪ੍ਰੋਸੈਸ ਦੀ ਗੱਲ ਕਰਦੇ ਹਾਂ। ਲਾਈਫ ਪ੍ਰੋਸੈਸ ਕੀ ਹੁੰਦਾ ਹੈ? ਆਪਾਂ ਕੱਲ ਹੀ ਪੜ੍ਹਿਆ ਸੀ ਬਈ ਜਿਹੜਾ ਸੈੱਲ ਹੁੰਦਾ ਹੈ ਉਹ ਇੱਕ ਸਟਰਕਚਰਲ ਤੇ ਫੰਕਸ਼ਨਲ ਯੂਨਿਟ ਹੁੰਦਾ ਹੈ। ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਹੁੰਦਾ, ਠੀਕ ਹੈ। ਸਾਰੀ ਦੀ ਸਾਰੀ ਆਪਣੇ ਸਰੀਰ ਦੇ ਸਟਰਕਚਰ ਉਹ ਬਣਾਉਂਦਾ ਹੈ ਤੇ ਸਾਰਾ ਦਾ ਸਾਰਾ ਫੰਕਸ਼ਨ ਉਹ ਕੰਮ ਕਰਦਾ ਹੈ। ਫੰਕਸ਼ਨ ਦਾ ਮਤਲਬ ਇਹ ਹੈ ਸਾਰੀ ਦੀ ਸਾਰੀ ਜਿਹੜੀ ਕਾਰਜ ਪ੍ਰਣਾਲੀ ਹੈ, ਸਾਰੀ ਦੀ ਸਾਰੀ ਜਿਹੜੀ ਕਾਰਜ ਪ੍ਰਣਾਲੀ ਹੈ ਸੈੱਲ ਦੇ ਵਿੱਚ ਉਹ ਕੰਮ ਕੌਣ ਕਰਦਾ? ਸੌਰੀ, ਲਿਵਿੰਗ ਬੀਇੰਗ ਦੇ ਵਿੱਚ ਸੈੱਲ ਕਰਦਾ, ਠੀਕ ਹੈ। ਤੇ ਸੈੱਲ ਜਦੋਂ ਇੱਕ ਸੈੱਲ ਨੂੰ ਜਿੰਦਾ ਰਹਿਣਾ ਹੈ ਨਾ, ਤਾਂ ਉਹਨੂੰ ਕੁਝ ਕਿਰਿਆਵਾਂ ਕਰਨੀਆਂ ਪੈਂਦੀਆਂ ਨੇ, ਠੀਕ ਹੈ। ਉਹਨੂੰ ਸੈੱਲ ਨੂੰ ਆਪਦੇ ਲੈਵਲ ਤੇ ਸਾਹ ਲੈਣਾ ਪੈਂਦਾ, ਠੀਕ ਹੈ। ਉਹਨੂੰ ਭੋਜਨ ਖਾਣਾ ਪੈਂਦਾ, ਉਹਨੂੰ ਆਪਾਂ ਕਹਿੰਦੇ ਹਾਂ ਪਾਚਨ ਕਿਰਿਆ, ਠੀਕ ਹੈ। ਉਹਨੂੰ ਪ੍ਰਜਨਨ ਕਰਨਾ ਪੈਂਦਾ ਹੈ, ਠੀਕ ਹੈ। ਉਹਨੂੰ ਵਾਧੂ ਪਦਾਰਥਾਂ ਦਾ ਨਿਕਾਸ ਕਰਨਾ ਪੈਂਦਾ ਹੈ, ਇਹ ਸਾਰਾ ਕੁਝ ਉਹਨੂੰ ਕਰਨਾ ਪੈਂਦਾ ਹੈ। ਤੇ ਇਹ ਸਾਰੀਆਂ ਕਿਰਿਆਵਾਂ ਜਿਹੜੀਆਂ ਕਿਸੇ ਵੀ ਜੀਵ ਜੰਤੂ ਕਿਸੇ ਵੀ ਜੀਵਤ ਦੇ ਲਈ ਜ਼ਰੂਰੀ ਨੇ, ਜਿਨ੍ਹਾਂ ਨਾਲ ਉਹਨਾਂ ਦੀ ਲਾਈਫ ਉਹਨਾਂ ਦਾ ਸਾਰਾ ਸਿਸਟਮ ਚੱਲ ਸਕਦਾ ਹੈ, ਉਹਨਾਂ ਸਾਰੀਆਂ ਕਿਰਿਆਵਾਂ ਨੂੰ ਆਪਾਂ ਕੀ ਕਹਿੰਦੇ ਹਾਂ? ਜੈਵਿਕ ਕਿਰਿਆਵਾਂ। ਇਹ ਸਾਰੀਆਂ ਕਿਰਿਆਵਾਂ ਆਪਣੇ ਕੋਲ ਕੀ ਹੁੰਦੀਆਂ ਨੇ? ਜੈਵਿਕ ਕਿਰਿਆਵਾਂ, ਠੀਕ ਹੈ ਜੀ। ਤਾਂ ਜੈਵਿਕ ਕਿਰਿਆਵਾਂ ਕਰਵਾਉਣ ਵਾਸਤੇ ਆਪਾਂ ਪਿਛਲੇ ਚੈਪਟਰ ਦੇ ਵਿੱਚ ਪੜ੍ਹਿਆ ਸੀ ਵੀ ਸਭ ਤੋਂ ਪਹਿਲਾਂ ਆਪਣੇ ਕੋਲ ਸੈੱਲ ਹੁੰਦੇ ਨੇ। ਸੈੱਲ ਕੰਬਾਈਨ ਹੋ ਕੇ ਟਿਸ਼ੂ ਬਣਦੇ ਨੇ ਤੇ ਟਿਸ਼ੂ ਤੋਂ ਅੱਗੇ ਆਰਗਨ ਸਿਸਟਮ ਬਣਦੇ ਨੇ ਤੇ ਆਰਗਨ ਸਿਸਟਮ ਜਿਹੜੇ ਨੇ ਉਹਨਾਂ ਤੋਂ ਰਲਾ ਕੇ ਟਿਸ਼ੂ ਤੋਂ ਆਰਗਨ ਬਣਦੇ ਨੇ ਤੇ ਆਰਗਨ ਤੋਂ ਆਰਗਨ ਸਿਸਟਮ ਤੇ ਆਰਗਨ ਸਿਸਟਮ ਤੋਂ ਆਰਗੇਨਿਜ਼ਮ ਬਣਦੇ ਨੇ। ਤੇ ਬਸ ਆਹ ਸਿਸਟਮ ਜਿਹੜੇ ਨੇ ਇਹੀ ਤਾਂ ਸਾਰੀਆਂ ਲਾਈਫ ਪ੍ਰੋਸੈਸ ਕਰਵਾਉਂਦੇ ਨੇ, ਠੀਕ ਹੈ। ਸਾਰੇ ਦੇ ਸਾਰੇ ਸਿਸਟਮ ਜਿਹੜੀਆਂ ਉਹ ਵਾਲੇ ਸਿਸਟਮ ਜਿਹੜੇ ਇੱਕ ਅੰਗਾਂ ਦਾ ਸਮੂਹ ਹੁੰਦੇ ਨੇ ਉਹ ਸਾਰੀਆਂ ਆਪਣੇ ਆਲੇ ਦੁਆਲੇ ਦੀ ਕਿਰਿਆਵਾਂ ਕਰਵਾਉਂਦੇ ਨੇ। ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਲਾਈਫ ਪ੍ਰੋਸੈਸਿਸ, ਠੀਕ ਹੈ। ਤੇ ਆਪਣੇ ਸਿਲੇਬਸ ਦੇ ਵਿੱਚ ਲਾਈਫ ਪ੍ਰੋਸੈਸ ਵਾਲੇ ਚੈਪਟਰ ਦੇ ਵਿੱਚ ਟੋਟਲ 4 ਸਿਸਟਮ ਨੇ। ਸਭ ਤੋਂ ਪਹਿਲਾਂ ਹੈ ਡਾਈਜੈਸਟਿਵ ਸਿਸਟਮ, ਨਿਊਟ੍ਰੀਸ਼ਨ ਇਨ ਹਿਊਮਨ ਬੀਇੰਗ, ਤੇ ਸੈਕਿੰਡ ਹੈ ਆਪਣੇ ਕੋਲ ਸਰਕੂਲੇਟਰੀ ਸਿਸਟਮ, ਦੈਨ ਰੈਸਪੀਰੇਟਰੀ ਸਿਸਟਮ, ਸਾਹ ਪ੍ਰਣਾਲੀ, ਲਾਸਟ ਤੇ ਐਕਸਕ੍ਰੀਟਰੀ। ਬਸ ਆਹ 4 ਸਿਸਟਮ ਨੇ। ਤੇ ਪਿਛਲੀ ਵਾਰੀ ਇਹਨਾਂ ਚਾਰਾਂ ਚੋਂ ਇੱਕ ਕੁਐਸਚਨ ਆਇਆ ਸੀ, ਇੱਕ ਡਾਈਜੈਸ਼ਨ ਦਾ ਸੀ, ਇੱਕ ਸਰਕੂਲੇਟਰੀ ਦਾ ਸੀ, ਇੱਕ ਰੈਸਪੀਰੇਟਰੀ ਦਾ ਸੀ ਤੇ ਇੱਕ ਐਕਸਕ੍ਰੀਟਰੀ ਸਿਸਟਮ ਦਾ ਸੀ, ਠੀਕ ਹੈ ਜੀ। ਤਾਂ ਬਾਇਓ ਦੇ ਵਿੱਚ ਮੋਸਟਲੀ ਜਿਹੜਾ ਕੰਮ ਹੈ ਉਹ ਤੁਹਾਡੇ ਕੋਲੋਂ ਪੁੱਛਿਆ ਜਾਏਗਾ, ਜਾਂ ਤਾਂ ਸੈੱਲ ਚੈਪਟਰ ਦੇ ਵਿੱਚ ਹੋਏਗਾ ਤੇ ਜਾਂ ਫਿਰ ਲਾਈਫ ਪ੍ਰੋਸੈਸ ਦੇ ਵਿੱਚ ਹੋਏਗਾ। ਅੱਧੇ ਬਾਇਓ ਦੇ ਕੁਐਸਚਨ ਇਹਨਾਂ ਦੋਨਾਂ ਚੈਪਟਰ ਵਿੱਚ ਹੋਣਗੇ, ਡਾਇਰੈਕਟਲੀ ਜਾਂ ਫਿਰ ਇਨਡਾਇਰੈਕਟਲੀ, ਠੀਕ ਹੈ ਜੀ। ਤਾਂ ਸ਼ੁਰੂ ਕਰਦੇ ਹਾਂ ਆਪਣਾ ਚੈਪਟਰ। ਸਭ ਤੋਂ ਪਹਿਲਾਂ ਲਾਈਫ ਪ੍ਰੋਸੈਸ। ਅਸੀਂ ਸੰਜੀਵਾਂ ਅਤੇ ਨਿਰਜੀਵਾਂ ਦੇ ਵਿੱਚ ਅੰਤਰ ਕਿਵੇਂ ਸਪਸ਼ਟ ਕਰਦੇ ਹਾਂ? ਜਿਹੜੇ ਸੰਜੀਵ ਨੇ ਉਹ ਦੌੜਦੇ ਨੇ, ਗਾਂ ਨੂੰ ਆਪਾਂ ਜੁਗਾਲੀ ਕਰਦੇ ਵੇਖਦੇ ਹਾਂ, ਜਾਂ ਇੱਕ ਮਨੁੱਖ ਇੱਕ ਨੂੰ ਚੀਕਦੇ ਹੋਏ ਵੇਖਦੇ ਹਾਂ, ਤਾਂ ਇਹ ਸਮਝ ਲੈਂਦੇ ਉਹ ਸੰਜੀਵ ਨੇ। ਸੰਜੀਵ ਕੁਝ ਕਿਰਿਆਵਾਂ ਕਰਦੇ ਨੇ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਹ ਕਿਵੇਂ ਕੁਝ ਕਿਰਿਆਵਾਂ ਕਰ ਰਹੇ ਨੇ, ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਸੰਜੀਵ ਨੇ। ਤੇ ਉਹਨਾਂ ਕਿਰਿਆਵਾਂ ਨੂੰ ਆਪਾਂ ਕੀ ਕਹਿੰਦੇ ਹਾਂ? ਜੈਵਿਕ ਪ੍ਰਕਿਰਿਆਵਾਂ, ਠੀਕ ਹੈ। ਇਵੇਂ ਜਦੋਂ ਆਪਾਂ ਪੌਦਿਆਂ ਬਾਰੇ ਅਸੀਂ ਕਿਵੇਂ ਕਹਿ ਸਕਦੇ ਹੋ ਸੰਜੀਵ ਨੇ? ਪੌਦਿਆਂ ਬਾਰੇ ਆਪਾਂ ਨੂੰ ਪਤਾ ਕਿਵੇਂ ਲੱਗੇਗਾ ਵੀ ਕੁਝ ਹਰੇ ਵਿਖਾਈ ਦਿੰਦੇ ਨੇ ਤਾਂ ਉਹਨਾਂ ਨੂੰ ਆਪਾਂ ਸੰਜੀਵ ਕਹਾਂਗੇ,
ਜਾਂ ਫਿਰ ਉਹ ਪੌਦੇ ਅਸਲ ਵਿੱਚ ਸੰਜੀਵ ਤਾਂ ਹੁੰਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਉਹ ਸਾਰੇ ਲੱਛਣ ਹੁੰਦੇ ਨੇ ਜੋ ਇੱਕ ਸੰਜੀਵ ਹੋਣ ਵਾਸਤੇ ਜ਼ਰੂਰੀ ਨੇ। ਪੌਦੇ ਸਾਹ ਲੈਂਦੇ ਨੇ, ਪੌਦੇ ਭੋਜਨ ਲੈਂਦੇ ਨੇ, ਉਹਨਾਂ ਵਿੱਚ ਪ੍ਰਜਨਨ ਹੁੰਦਾ ਹੈ, ਉਹ ਆਪਣੇ ਆਲੇ ਦੁਆਲੇ ਦੇ ਜੋ ਵੀ ਉਹਨਾਂ ਦੇ ਆਲੇ ਦੁਆਲੇ ਦੇ ਵਿੱਚ ਚੇਂਜਿਸ ਹੁੰਦੇ ਨੇ ਉਹਨਾਂ ਨੂੰ ਰਿਸਪੌਂਸ ਕਰਦੇ ਨੇ। ਠੀਕ ਹੈ, ਬਸ ਇੱਕ ਚੀਜ਼ ਹੁੰਦੀ ਹੈ, ਉਹਨਾਂ ਦੀ ਜਿਹੜੀ ਗਤੀ ਹੈ ਆਪਾਂ ਨੂੰ ਉਹ ਵਿਖਾਈ ਨਹੀਂ ਦਿੰਦੀ, ਉਹਨਾਂ ਦੇ ਵਿੱਚ ਜਿਹੜੇ ਵਾਧਾ ਹੈ ਉਹ ਆਪਾਂ ਨੂੰ ਵਿਖਾਈ ਨਹੀਂ ਦਿੰਦਾ। ਠੀਕ ਹੈ ਜੀ। ਤਾਂ ਇਹੀ ਸੀ ਸੰਜੀਵ ਤੇ ਨਿਰਜੀਵਾਂ ਬਾਰੇ। ਕੁਝ ਸੰਜੀਵ ਕਿਹੜੀਆਂ ਚੀਜ਼ਾਂ ਹੁੰਦੀਆਂ ਤੇ ਨਿਰਜੀਵ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ। ਹੁਣ ਇੱਕ ਕੁਐਸਚਨ ਇੱਥੇ ਆਉਂਦਾ ਹੈ, ਜਿਹੜੇ ਵਾਇਰਸ ਹੁੰਦੇ ਨੇ, ਵਿਸ਼ਾਣੂ, ਉਹ ਕੀ ਹੁੰਦੇ ਨੇ, ਬਾਉਂਡਰੀ ਲਾਈਨ ਤੇ ਹੁੰਦੇ ਨੇ। ਵਾਇਰਸ ਆਰ ਐਟ ਬਾਉਂਡਰੀ ਲਾਈਨ। ਜਿਹੜੇ ਵਾਇਰਸ ਨੇ ਉਹਨਾਂ ਦੇ ਅੰਦਰ ਕੋਈ ਅਣਵੀ ਗਤੀ ਨਹੀਂ ਹੁੰਦੀ। ਠੀਕ ਹੈ, ਤੇ ਉਹ ਉਦੋਂ ਤੱਕ ਕੋਈ ਗਤੀ ਨਹੀਂ ਹੁੰਦੀ ਜਦੋਂ ਤੱਕ ਉਹ ਕਿਸੇ ਸੈੱਲ ਤੇ ਹਮਲਾ ਨਹੀਂ ਕਰ ਦਿੰਦੇ। ਤੇ ਇਹ ਵਿਵਾਦ ਹੈ, ਇਹ ਚੀਜ਼ ਦਾ ਨਹੀਂ ਪਤਾ ਆਪਾਂ ਨੂੰ ਵੀ ਉਹ ਸੰਜੀਵ ਨੇ ਜਾਂ ਨਿਰਜੀਵ ਨੇ, ਤਾਂ ਕਰਕੇ ਉਹ ਉਹਨਾਂ ਨੂੰ ਆਪਾਂ ਕੀ ਕਰਦੇ ਹਾਂ, ਐਟ ਬਾਉਂਡਰੀ ਲਾਈਨ ਰੱਖ ਦਿੰਦੇ ਹਾਂ। ਠੀਕ ਹੈ, ਜਿਹੜੇ ਵਾਇਰਸ ਨੇ, ਜੇ ਆਹ ਇੱਕ ਲਾਈਨ ਹੈ, ਇੱਧਰ ਵਾਲੇ ਸਾਰੇ ਦੇ ਸਾਰੇ ਲਿਵਿੰਗ ਬੀਇੰਗ ਨੇ, ਇੱਧਰ ਵਾਲੇ ਸਾਰੇ ਦੇ ਸਾਰੇ ਨॉन ਲਿਵਿੰਗ ਨੇ। ਠੀਕ ਹੈ, ਤਾਂ ਜਿਹੜੇ ਵਾਇਰਸ ਨੇ ਉਹ ਬਿਲਕੁਲ ਬਾਉਂਡਰੀ ਲਾਈਨ ਤੇ ਆ। ਵਾਇਰਸ ਆਪਣੇ ਕੋਲ ਕੀ ਆਣਗੇ, ਬਾਉਂਡਰੀ ਲਾਈਨ ਤੇ ਆਣਗੇ। ਜਿਹੜੇ ਜੀਵਨ ਲਈ ਕਿਹੜੀ ਕਿਹੜੀ ਚੀਜ਼ਾਂ ਜ਼ਰੂਰੀ ਨੇ, ਤਾਂ ਜਿਹੜੇ ਸੰਜੀਵਾਂ ਦੀ ਜਿਹੜੀ ਰਚਨਾ ਸੰਗਠਿਤ ਮਤਲਬ ਚੀਜ਼ਾਂ ਨੂੰ ਇਕੱਠਾ ਕਰਕੇ ਰੱਖੀ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਟਿਸ਼ੂ ਹੋ ਸਕਦੇ ਨੇ, ਸੰਜੀਵ ਦੇ ਵਿੱਚ ਟਿਸ਼ੂ ਹੁੰਦੇ ਨੇ, ਟਿਸ਼ੂ ਦੇ ਵਿੱਚ ਸੈੱਲ ਹੁੰਦੇ ਨੇ, ਸੈੱਲਾਂ ਦੇ ਵਿੱਚ ਅੱਗੇ ਛੋਟੇ ਛੋਟੇ ਪਾਰਟ ਹੁੰਦੇ ਨੇ ਜਿਹੜੇ ਅਗਰ ਰਲ ਮਿਲ ਕੇ ਕੰਮ ਕਰਦੇ ਨੇ। ਤਾਂ ਇਹ ਸਾਰਾ ਦਾ ਸਾਰਾ ਸਿਸਟਮ ਜਿਹੜਾ ਹੈ ਰਲ ਮਿਲ ਕੇ ਚੱਲਦਾ ਹੈ। ਇਹ ਉਹਨਾਂ ਸਿਸਟਮਾਂ ਦੀ ਗਤੀਸ਼ੀਲਤਾ ਨੂੰ ਬਣਾ ਕੇ ਰੱਖਣ ਵਿੱਚ ਹੁੰਦਾ ਹੈ। ਤੇ ਜੇਕਰ ਇਹ ਨਿਯਮਿਤ ਵਿਵਸਥਾ ਸਾਰੇ ਦੀ ਸਾਰੀ ਚੀਜ਼ਾਂ ਇੱਕ ਬੜੇ ਚੰਗੇ ਇੱਕ ਵਧੀਆ ਪੈਟਰਨ ਦੇ ਵਿੱਚ ਜੁੜੀਆਂ ਹੁੰਦੀਆਂ ਨੇ, ਤੇ ਜਦੋਂ ਇਹ ਵਿਵਸਥਾ ਟੁੱਟ ਜਾਂਦੀ ਤਾਂ ਉਹ ਜਿਹੜਾ ਜੀਵ ਹੈ ਉਹ ਜੀਵਿਤ ਨਹੀਂ ਰਹਿੰਦਾ। ਠੀਕ ਹੈ ਜੀ। ਤਾਂ ਆਪਣੇ ਵਿੱਚ ਸਭ ਤੋਂ ਪਹਿਲਾਂ ਜੈਵਿਕ ਪ੍ਰਕਿਰਿਆਵਾਂ, ਉਹ ਸਾਰੇ ਕਾਰਜ ਜੋ ਸਾਂਝੇ ਰੂਪ ਵਿੱਚ ਜੀਵਾਂ ਦੀ ਰੱਖਿਆ ਦਾ ਕੰਮ ਕਰਦੇ ਨੇ ਉਹਨਾਂ ਨੂੰ ਜੈਵਿਕ ਕਿਰਿਆਵਾਂ ਕਹਿੰਦੇ ਨੇ। ਰਾਜੇ ਆਹ ਸਾਰੀਆਂ ਦੀਆਂ ਸਾਰੀਆਂ ਲਾਈਨਸ ਜਿਹੜਾ ਕੁਝ NCERT ਦੇ ਵਿੱਚ ਹਾਈਲਾਈਟ ਕੀਤਾ ਹੈ ਐਜ਼ ਇਟ ਇਜ਼ ਇਹਦੇ ਵਿੱਚੋਂ ਕੁਐਸਚਨ ਆਉਣੇ ਨੇ, ਇਹਦੇ ਵਿੱਚੋਂ ਐਜ਼ ਇਟ ਇਜ਼ ਕੁਐਸਚਨ ਆਉਣੇ ਨੇ। ਜਿਹੜੀ ਜੈਵਿਕ ਪ੍ਰਕਿਰਿਆਵਾਂ ਉਹ ਹੁੰਦੀਆਂ ਜਿਹੜੀਆਂ ਸਰੀਰ ਸੰਜੀਵਾਂ ਦੀ ਰੱਖਿਆ ਕਰਨ ਦਾ ਕੰਮ ਕਰਦੀਆਂ ਨੇ। ਠੀਕ ਹੈ ਜੀ। ਤਾਂ ਸਭ ਤੋਂ ਪਹਿਲੀ ਜਿਹੜੀ ਹੈ ਨਿਊਟ੍ਰੀਸ਼ਨ, ਮਤਲਬ ਆਪਾਂ ਕਹਿੰਦੇ ਨੇ ਪੋਸ਼ਣ। ਜੇਕਰ ਸੰਜੀਵ ਦੇ ਅੰਦਰ ਹੋਣ ਵਾਲੀ ਸਭ ਤੋਂ ਜਾਂ ਸਾਰੇ ਸੰਜੀਵਾਂ ਦੇ ਅੰਦਰ ਹੋਣ ਵਾਲੀ ਸਭ ਤੋਂ ਬੇਸਿਕ ਜਿਹੜੀ ਕੰਮ ਹੈ ਉਹ ਕੀ ਹੈ, ਨਿਊਟ੍ਰੀਸ਼ਨ। ਤੇ ਨਿਊਟ੍ਰੀਸ਼ਨ ਦੇ ਵਿੱਚ ਕੀ ਕਰਦੇ ਨੇ, ਉਹ ਬਾਹਰੋਂ ਫੂਡ ਲੈਂਦੇ ਨੇ ਤੇ ਅੰਦਰ ਜਾ ਕੇ ਆਪਦਾ ਕੀ ਕਰਦੇ ਨੇ, ਉਸ ਕੰਪਲੈਕਸ ਫੂਡ ਨੂੰ ਤੋੜਿਆ ਜਾਂਦਾ ਹੈ। ਅੰਦਰ ਜਾ ਕੇ ਉਸ ਕੰਪਲੈਕਸ ਫੂਡ ਨੂੰ ਤੋੜਿਆ ਜਾਂਦਾ ਹੈ। ਤਾਂ ਸਾਰੇ ਦੇ ਸਾਰੇ ਜੀਵ ਕੀ ਕਰਦੇ ਨੇ, ਮਤਲਬ ਬਾਹਰੋਂ ਕੋਈ ਵੀ ਕਾਰਬਨ ਆਧਾਰਿਤ ਖਾਣਯੋਗ ਪਦਾਰਥ ਲੈਂਦੇ ਨੇ, ਉਹਨੂੰ ਆਪਦੇ ਸਰੀਰ ਦੇ ਵਿੱਚ ਖਾਣਯੋਗ ਪਦਾਰਥਾਂ ਵਿੱਚ ਕਨਵਰਟ ਕਰ ਦਿੰਦੇ ਨੇ। ਠੀਕ ਹੈ, ਉਸ ਪਦਾਰਥ ਨੂੰ ਉਸ ਚੀਜ਼ ਨੂੰ ਤੋੜਿਆ ਜਾਂਦਾ ਹੈ ਤੇ ਕੁਝ ਆਪਣੇ ਸਰੀਰ ਦੇ ਵਿੱਚ ਜਿਹੜੀਆਂ ਕਿਰਿਆਵਾਂ ਹੁੰਦੀਆਂ ਨੇ, ਇਹ ਜਿਹੜੀ ਊਰਜਾ ਆਪਾਂ ਨੂੰ ਚਾਹੀਦੀ ਹੁੰਦੀ ਹੈ ਭਿੰਨ ਭਿੰਨ ਅਣਵੀ ਗਤੀਆਂ ਤੇ ਵੱਖ-ਵੱਖ ਜੀਵਾਂ ਦੇ ਸਰੀਰਾਂ ਦੇ ਰੱਖਿਆ ਤੇ ਵਾਧੇ ਲਈ ਜ਼ਰੂਰੀ ਅਣੂਆਂ ਦੇ ਨਿਰਮਾਣ ਵਿੱਚ ਇਹ ਉਪਯੋਗੀ ਹੁੰਦੀ ਹੈ। ਇਸ ਦੇ ਅੰਦਰ ਸਰੀਰ ਵਿੱਚ ਕਈ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ। ਆਪਣੇ ਅੰਦਰ ਆਕਸੀਕਰਨ ਹੁੰਦੀ ਹੈ, ਲਘੂਕਰਨ ਹੁੰਦੀ ਹੈ, ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਹੁੰਦੀਆਂ ਨੇ। ਇਹ ਅਣੂਆਂ ਦੇ ਵਿਘਟਨ ਲਈ ਕੁਝ ਆਮ ਰਸਾਇਣਿਕ ਕਿਰਿਆਵਾਂ ਨੇ, ਇਹਨਾਂ ਨੂੰ ਆਪਾਂ ਮੈਟਾਬੋਲਿਕ ਰਿਐਕਸ਼ਨਸ ਵੀ ਕਹਿ ਦਿੰਦੇ ਹਾਂ। ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਮੈਟਾਬੋਲਿਕ ਰਿਐਕਸ਼ਨ। ਠੀਕ ਹੈ, ਇਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਢਾਹ ਉਸਾਰੂ ਕਿਰਿਆ। ਠੀਕ ਹੈ, ਉਸ ਤੋਂ ਬਾਅਦ ਦੂਜੀ ਇਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਸਾਹ ਕਿਰਿਆ। ਤਾਂ ਸਾਹ ਕਿਰਿਆ ਦੇ ਵਿੱਚ ਕੀ ਹੁੰਦਾ ਹੈ,
ਜਿਹੜਾ ਭੋਜਨ ਆਪਾਂ ਬਾਹਰੋਂ ਖਾਂਦੇ ਆ ਉਹ ਅੰਦਰ ਜਾ ਕੇ ਬਲਦਾ ਹੈ, ਤਾਂ ਬਲਣ ਵਾਸਤੇ ਆਪਾਂ ਨੂੰ ਪਤਾ ਆਕਸੀਜਨ ਚਾਹੀਦੀ ਹੈ, ਤਾਂ ਉਹ ਫੂਡ ਦੀ ਰੈਸਪੀਰੇਸ਼ਨ ਸਾਹ ਕਿਰਿਆ ਦਾ ਮਤਲਬ ਹੁੰਦਾ ਹੈ। ਜੋ ਆਪਾਂ ਕਾਰਬੋਹਾਈਡਰੇਟ ਯੁਕਤ ਜੋ ਵੀ ਪ੍ਰੋਟੀਨ ਯੁਕਤ ਜੋ ਵੀ ਭੋਜਨ ਆਪਾਂ ਖਾ ਰਹੇ ਹਾਂ ਉਹ ਸਾਰਾ ਦਾ ਸਾਰਾ ਆਪਣੇ ਸਰੀਰ ਦੇ ਵਿੱਚ ਟੁੱਟ ਰਿਹਾ, ਉਹ ਜਿਹੜੀ ਟੁੱਟਣ ਵਾਲੀ ਜਿਹੜੀ ਪ੍ਰੋਸੈਸ ਹੈ ਉਹਨੂੰ ਕੀ ਕਹਿੰਦੇ ਨੇ, ਸਾਹ ਕਿਰਿਆ। ਉਸ ਤੋਂ ਬਾਅਦ ਉਸ ਸਾਰੇ ਦੇ ਸਾਰੇ ਸਿਸਟਮ ਨੂੰ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਪਹੁੰਚਾਉਣਾ ਹੁੰਦਾ ਹੈ, ਤੇ ਪਹੁੰਚਾਉਣ ਵਾਸਤੇ ਆਪਣੇ ਸਰੀਰ ਦੇ ਵਿੱਚ ਕੀ ਹੁੰਦਾ ਹੈ, ਸਰਕੂਲੇਟਰੀ ਸਿਸਟਮ ਹੁੰਦਾ ਹੈ। ਠੀਕ ਹੈ, ਇਹ ਸਥਿਤੀ ਵਿੱਚ ਭੋਜਨ ਅਤੇ ਆਕਸੀਜਨ ਨੂੰ ਸਰੀਰ ਦੇ ਵਿੱਚ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲਿਜਾਣ ਲਈ ਸਥਾਨਾਂਤਰ ਪ੍ਰਣਾਲੀ ਦੀ ਲੋੜ ਹੁੰਦੀ ਹੈ, ਉਹਨੂੰ ਕਹਿੰਦੇ ਨੇ ਸਰਕੂਲੇਟਰੀ ਸਿਸਟਮ। ਠੀਕ ਹੈ ਜੀ, ਉਸ ਚੀਜ਼ ਨੂੰ ਕਹਿੰਦੇ ਨੇ ਸਰਕੂਲੇਟਰੀ ਸਿਸਟਮ ਜਾਂ ਫਿਰ ट्रांसपोर्टेशन। ਜਦੋਂ ਰਸਾਇਣਿਕ ਪ੍ਰਤੀਕਿਰਿਆਵਾਂ ਦੇ ਵਿੱਚ ਕਾਰਬਨ ਦੇ ਸਰੋਤ ਅਤੇ ਆਕਸੀਜਨ ਦਾ ਉਪਯੋਗ ਊਰਜਾ ਪ੍ਰਾਪਤੀ ਲਈ ਹੁੰਦਾ ਹੈ, ਤਾਂ ਅਜਿਹੇ ਕੁਝ ਸਹਿ ਉਤਪਾਦ, ਕੁਝ ਚੀਜ਼ਾਂ ਇਹੋ ਜਿਹੀਆਂ ਵੀ ਬਣਦੀਆਂ ਨੇ ਜੋ ਆਪਣੇ ਵਾਸਤੇ ਹਾਰਮਫੁਲ ਹੁੰਦੀਆਂ ਨੇ। ਠੀਕ ਹੈ, ਉਹਨਾਂ ਹਾਰਮਫੁਲ ਚੀਜ਼ਾਂ ਨੂੰ, ਉਹਨਾਂ ਹਾਨੀਕਾਰਕ ਚੀਜ਼ਾਂ ਨੂੰ ਆਪਣੇ ਸਰੀਰ ਦੇ ਵਿੱਚੋਂ ਬਾਹਰ ਕੱਢਣਾ ਪੈਂਦਾ ਹੈ। ਉਹ ਬਾਹਰ ਕੱਢਣ ਵਾਲਾ ਜਿਹੜਾ ਪ੍ਰੋਸੈਸ ਵਰਤਿਆ ਉਹਨੂੰ ਕਹਿੰਦੇ ਮਲ ਤਿਆਗ ਪ੍ਰਣਾਲੀ, ਮਤਲਬ ਐਕਸਕ੍ਰੀਟਰੀ ਸਿਸਟਮ, ਉਹਨਾਂ ਨੂੰ ਕਹਿੰਦੇ ਨੇ ਐਕਸਕ੍ਰੀਟਰੀ ਸਿਸਟਮ। ਠੀਕ ਹੈ, ਬਸ ਆਹ 4 ਸਿਸਟਮ ਆਪਣੇ ਸਿਲੇਬਸ ਦੇ ਵਿੱਚ ਨੇ, ਆ ਜਾਓ ਇਹਨਾਂ ਨੂੰ ਇੱਕ ਇੱਕ ਕਰਕੇ ਪੜ੍ਹਦੇ ਹਾਂ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਹੈ ਪੋਸ਼ਣ, ਨਿਊਟ੍ਰੀਸ਼ਨ। ਠੀਕ ਹੈ, ਨਿਊਟ੍ਰੀਸ਼ਨ ਦੇ ਵਿੱਚ ਕੀ ਹੁੰਦਾ ਹੈ, ਜਿੰਨੇ ਵੀ ਸੰਜੀਵ ਨੇ ਉਹਨਾਂ ਨੂੰ ਊਰਜਾ ਦੀ ਲੋੜ ਪੈਂਦੀ ਹੈ, ਤਾਂ ਊਰਜਾ ਤੋਂ ਬਿਨਾਂ ਉਹ ਕਾਰਜ ਨਹੀਂ ਕਰ ਸਕਦੇ। ਠੀਕ ਹੈ ਜੀ, ਊਰਜਾ ਤੋਂ ਬਿਨਾਂ ਉਹ ਕਾਰਜ ਨਹੀਂ ਕਰ ਸਕਦੇ। ਤੇ ਆਪਣੇ ਕੋਲ ਜਿਹੜਾ ਪੋਸ਼ਣ ਹੈ, ਜਿਹੜਾ ਨਿਊਟ੍ਰੀਸ਼ਨ ਹੈ, ਉਹ 2 ਤਰ੍ਹਾਂ ਦਾ ਹੁੰਦਾ ਹੈ। ਨਿਊਟ੍ਰੀਸ਼ਨ ਜਿਹੜਾ ਹੈ ਆਪਣੇ ਕੋਲ 2 ਤਰ੍ਹਾਂ ਦਾ ਹੁੰਦਾ ਹੈ। ਠੀਕ ਹੈ, ਪਹਿਲਾ ਹੁੰਦਾ ਸਵੈ ਪੋਸ਼ੀ, ਤੇ ਦੂਜਾ ਹੁੰਦਾ ਪਰਪੋਸ਼ੀ। ਇਹ ਹੁੰਦਾ ਆਟੋਟ੍ਰੋਪਿਕ ਤੇ ਇਹ ਹੁੰਦਾ ਹੈਟਰੋਟ੍ਰੋਪਿਕ। ਆਟੋਟ੍ਰੋਪਿਕ ਦੇ ਵਿੱਚ ਕੋਈ ਵੀ ਸੰਜੀਵ ਆਪਦਾ ਭੋਜਨ ਖੁਦ ਬਣਾਉਂਦੇ ਨੇ, ਤਾਂ ਉਹ ਕੀ ਹੁੰਦੇ ਨੇ, ਸਵੈਪੋਸ਼ੀ ਹੁੰਦੇ ਨੇ। ਤੇ ਜੇ ਆਪਦਾ ਭੋਜਨ ਆਪਾਂ ਆਪ ਨਹੀਂ ਬਣਾ ਰਹੇ, ਉਹ ਕੀ ਹੁੰਦੇ ਨੇ, ਪਰਪੋਸ਼ੀ ਹੁੰਦੇ ਨੇ। ਠੀਕ ਹੈ ਜੀ, ਤਾਂ ਸਾਰੇ ਸੰਜੀਵਾਂ ਨੂੰ ਊਰਜਾ ਪ੍ਰਾਪਤ ਕਰਨ ਲਈ ਊਰਜਾ ਦੇ ਪਦਾਰਥਾਂ ਦੀ ਆਮ ਲੋੜ ਹੈ, ਤੇ ਇਹ ਪੂਰਤੀ ਵੱਖ-ਵੱਖ ਵਿਧੀਆਂ ਦੁਆਰਾ ਹੁੰਦੀ ਹੈ। ਠੀਕ ਹੈ, ਕੁਝ ਜੀਵ ਅਕਾਰਬਨੀ ਸਰੋਤ ਤੋਂ ਪ੍ਰਾਪਤ ਸਧਾਰਨ ਭੋਜਨ ਪਦਾਰਥ ਕਾਰਬਨ ਡਾਈਆਕਸਾਈਡ ਅਤੇ ਪਾਣੀ ਦੇ ਰੂਪ ਵਿੱਚ ਮੋਸਟ ਇੰਪੋਰਟੈਂਟ ਲਾਈਨ ਹੈ ਵਰਤਦੇ ਹਨ, ਤੇ ਇਹ ਜੀਵ ਸਵੈਪੋਸ਼ੀ ਹਨ। ਸਵੈਪੋਸ਼ੀ ਉਹ ਹੁੰਦੇ ਨੇ ਜਿਹੜੇ ਕਾਰਬਨ ਡਾਈਆਕਸਾਈਡ ਤੋਂ ਤੇ ਪਾਣੀ ਤੋਂ ਆਪਦਾ ਭੋਜਨ ਆਪ ਬਣਾ ਲੈਂਦੇ ਨੇ, ਉਹ ਕੀ ਹੁੰਦੇ ਨੇ, ਸਵੈਪੋਸ਼ੀ। ਇਹਦੇ ਵਿੱਚ ਸਾਰੇ ਹਰੇ ਪੌਦੇ ਤੇ ਕੁਝ ਬੈਕਟੀਰੀਆ ਜਾਂ ਕੁਝ ਜੀਵਾਣੂ ਵੀ ਇਸ ਕੈਟਾਗਰੀ ਵਿੱਚ ਆਉਂਦੇ ਨੇ। ਕੁਝ ਜੀਵ ਜਟਿਲ ਪਦਾਰਥਾਂ ਦਾ ਉਪਯੋਗ ਕਰਦੇ ਹਨ, ਤੇ ਇਹ ਜਟਿਲ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਤੋੜਨਾ ਜ਼ਰੂਰੀ ਹੈ। ਠੀਕ ਹੈ, ਤਾਂ ਉਸੇ ਵਾਸਤੇ ਉਹਨਾਂ ਦੇ ਸਰੀਰ ਵਿੱਚ ਐਂਜ਼ਾਈਮ ਹੁੰਦੇ ਨੇ। ਇਹ ਪਰਪੋਸ਼ੀ ਜੀਵ ਹੁੰਦੇ ਨੇ। ਇਹ ਕਿਹੜੇ ਜੀਵ ਹੁੰਦੇ ਨੇ, ਪਰਪੋਸ਼ੀ, ਜਿਹੜੇ ਕਿਸੇ ਤੇ ਨਿਰਭਰ ਕਰਦੇ ਹਨ, ਆਪਣੇ ਭੋਜਨ ਲਈ ਕਿਸੇ ਤੇ ਨਿਰਭਰ ਕਰਦੇ ਹਨ, ਤੇ ਸਵੈ ਮਤਲਬ ਕਿਸੇ ਤੇ ਨਿਰਭਰ ਨਹੀਂ ਕਰਦੇ। ਠੀਕ ਹੈ, ਜੰਤੂ ਅਤੇ ਜਿਹੜੇ ਫੰਜਾਈ ਨੇ ਉਹ ਇਸ ਪ੍ਰਕਾਰ ਦੇ ਪਰਪੋਸ਼ੀਆਂ ਵਿੱਚ ਸ਼ਾਮਲ ਹਨ। ਸਭ ਤੋਂ ਪਹਿਲਾਂ ਸਵੈਪੋਸ਼ੀ। ਸਵੈਪੋਸ਼ੀ ਦੇ ਵਿੱਚ ਕੀ ਹੁੰਦਾ ਹੈ, ਜਿਹੜੇ ਸਵੈਪੋਸ਼ੀ ਹੁੰਦੇ ਨੇ ਮਤਲਬ ਪੌਦੇ ਹੁੰਦੇ ਨੇ ਮੇਨਲੀ, ਉਹ ਕੀ ਕਰਦੇ ਨੇ, ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਲੈ ਕੇ, ਥੱਲੋਂ ਪਾਣੀ ਲੈ ਕੇ, ਕਲੋਰੋਫਿਲ ਪੌਦੇ ਦੇ ਪੱਤਿਆਂ ਵਿੱਚ ਹੁੰਦਾ ਹੈ, ਹਰੇ ਰੰਗ ਦਾ ਇੱਕ ਘਟਕ ਹੁੰਦਾ ਹੈ, ਜਿਹੜਾ ਆਪਾਂ ਕੱਲ ਪੜਿਆ ਸੀ ਨਾ, ਪਲਾਸਟਿਡ ਜਿਹੜੇ ਹੁੰਦੇ ਨੇ 2 ਤਰ੍ਹਾਂ ਦੇ ਹੁੰਦੇ ਨੇ ਜਾਂ 3 ਤਰ੍ਹਾਂ ਦੇ ਹੁੰਦੇ ਨੇ। ਉਹਦੇ ਵਿੱਚ ਜਿਹੜੇ ਗ੍ਰੀਨ ਕਲਰ ਦੇ ਜਿਹੜੇ ਪਲਾਸਟਿਡ ਨੇ, ਜਾਂ ਉਹਦੇ ਵਿੱਚ ਕੀ ਹੁੰਦਾ ਹੈ, ਇੱਕ ਗ੍ਰੀਨ ਕਲਰ ਦਾ ਇੱਕ ਪਿਗਮੈਂਟ ਹੁੰਦਾ ਜਿਹਨੂੰ ਕਲੋਰੋਫਿਲ ਕਹਿੰਦੇ ਨੇ, ਤੇ ਉਹਦੀ ਮੌਜੂਦਗੀ ਦੇ ਵਿੱਚ ਉਹ ਕੀ ਕਰਦੇ ਨੇ, ਗਲੂਕੋਜ਼ ਬਣਾਉਂਦੇ ਨੇ ਤੇ ਆਕਸੀਜਨ ਤੇ ਪਾਣੀ ਰਿਲੀਜ਼ ਹੁੰਦਾ। ਠੀਕ ਹੈ ਜੀ, ਤਾਂ ਜਦੋਂ ਇਸ ਪ੍ਰੋਸੈਸ ਨੂੰ ਕਹਿੰਦੇ ਨੇ ਫੋਟੋਸਿੰਥਸਿਸ, ਮੋਸਟ ਇੰਪੋਰਟੈਂਟ ਕੁਐਸਚਨ। ਜੇ ਤੁਹਾਨੂੰ ਇਹ ਪੁੱਛਿਆ ਜਾਵੇ ਵੀ ਫੋਟੋਸਿੰਥਸਿਸ ਕਿੱਥੇ ਹੁੰਦੀ ਹੈ, ਤਾਂ ਇਹ ਪੌਦੇ ਦੇ ਪੱਤਿਆਂ ਵਿੱਚ ਹੁੰਦੀ ਹੈ। ਤਾਂ ਕਰਕੇ ਪੌਦੇ ਦੇ ਪੱਤਿਆਂ ਨੂੰ ਪੌਦੇ ਦਾ ਕਿਚਨ ਵੀ ਕਹਿ ਦਿੰਦੇ ਨੇ, ਪੌਦੇ ਦੇ ਪੱਤਿਆਂ ਨੂੰ ਪੌਦੇ ਦਾ ਕਿਚਨ ਵੀ ਕਹਿ ਦਿੰਦੇ ਨੇ, ਤੇ ਸੈੱਲ ਦੇ ਵਿੱਚ ਕਿਚਨ ਜਿਹੜਾ ਹੁੰਦਾ ਉਹ ਪਲਾਸਟਿਡ ਹੁੰਦਾ। ਠੀਕ ਹੈ, ਤੇ ਜੇਕਰ ਹੁਣ ਕੀ ਹੁੰਦਾ ਹੈ, ਉੱਥੇ 1-2 ਕੁਐਸਚਨ ਹੋਰ ਬਣਾ ਲੈਂਦੇ ਨੇ। ਇਹਦੇ ਵਿੱਚ ਕੀ ਹੁੰਦਾ ਹੈ, ਇਹ ਪਦਾਰਥ ਕਾਰਬਨ ਡਾਈਆਕਸਾਈਡ ਦੇ ਪਾਣੀ ਦੇ ਰੂਪ ਵਿੱਚ ਲਏ ਜਾਂਦੇ ਨੇ,
ਸੂਰਜ ਦੇ ਪ੍ਰਕਾਸ਼ ਅਤੇ ਕਲੋਰੋਫਿਲ ਦੀ ਹੋਂਦ ਵਿੱਚ ਕਾਰਬੋਹਾਈਡਰੇਟ ਵਿੱਚ ਪਰਿਵਰਤਿਤ ਹੋ ਜਾਂਦੇ ਨੇ ਤੇ ਕਾਰਬੋਹਾਈਡਰੇਟ ਜਿਹੜਾ ਉਹ ਪੌਦਿਆਂ ਨੂੰ ਊਰਜਾ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ। ਜੋ ਕਾਰਬੋਹਾਈਡਰੇਟ ਤੁਰੰਤ ਨਹੀਂ ਵਰਤੇ ਜਾਂਦੇ ਉਹ ਸਟਾਰਚ ਦੇ ਰੂਪ ਵਿੱਚ ਸਟੋਰ। ਆਹ ਕੁਐਸਚਨ ਬਣਦਾ ਇੱਥੋਂ ਵੀ ਜਦੋਂ ਕਾਰਬੋਹਾਈਡਰੇਟ ਨੂੰ ਆਪਾਂ ਵਰਤ ਨਹੀਂ ਸਕਦੇ, ਜਿਹੜੇ ਪੌਦੇ ਨੇ ਉਹ ਜਿਹੜਾ ਭੋਜਨ ਸਟੋਰ ਕਰਦੇ ਨੇ ਉਹ ਕਿਹੜੀ ਫਾਰਮ ਵਿੱਚ ਸਟੋਰ ਕਰਦੇ ਨੇ, ਤਾਂ ਉਹ ਕਿਹੜੀ ਫਾਰਮ ਸਟੋਰ ਕਰਦੇ ਨੇ, ਸਟਾਰਚ ਦੇ ਰੂਪ ਵਿੱਚ ਸਟੋਰ ਕਰਦੇ ਨੇ। ਤੇ ਜਦੋਂ ਉਹਨਾਂ ਨੂੰ ਲੋੜ ਪਵੇ ਉਹ ਉਸ ਭੋਜਨ ਨੂੰ ਵਰਤ ਲੈਂਦੇ ਨੇ। ਤੇ ਸਾਡੇ ਦੁਆਰਾ ਖਾਧੇ ਗਏ ਭੋਜਨ ਤੋਂ ਉਤਪੰਨ ਊਰਜਾ ਦਾ ਕੁਝ ਭਾਗ ਸਾਡੇ ਸਰੀਰ ਵਿੱਚ ਗਲਾਈਕੋਜਨ, ਤੇ ਆਪਣੇ ਸਰੀਰ ਦੇ ਵਿੱਚ ਜਿਹੜਾ ਊਰਜਾ ਕਿਹਦੇ ਰੂਪ ਵਿੱਚ ਸਟੋਰ ਹੁੰਦੀ ਹੈ, ਭੋਜਨ ਜਿਹੜਾ ਹੈ ਗਲਾਈਕੋਜਨ ਦੇ ਰੂਪ ਵਿੱਚ ਸਟੋਰ ਹੁੰਦੀ ਹੈ। ਤੇ ਪੌਦਿਆਂ ਦੇ ਵਿੱਚ ਕਿਹੜੇ ਫਾਰਮ ਵਿੱਚ ਸਟੋਰ ਹੁੰਦੀ ਹੈ, ਸਟਾਰਚ ਦੇ ਵਿੱਚ। ਠੀਕ ਹੈ ਜੀ। ਜਿਹੜੇ ਵੀ ਬੱਚੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਠੀਕ ਹੈ, ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਪੇਪਰ ਤੱਕ ਆਪਾਂ ਲਿਆਂਦੇ ਰਵਾਂਗੇ, ਕੁਝ ਮੌਕ ਟੈਸਟ ਦੇਵਾਂਗੇ, ਕੁਝ ਹੋਰ ਇੱਦਾਂ ਦਾ ਮਟੀਰੀਅਲ ਦੇਵਾਂਗੇ। ਠੀਕ ਹੈ, ਜਿਹਦੇ ਵਿੱਚ ਤੁਹਾਡਾ ਸਿਸਟਮ ਵਧੀਆ ਚੱਲਦਾ ਰਹੇ, ਸਿਸਟਮ ਬੈਨੀਫੀਸ਼ੀਅਲ ਰਹੇ। ਠੀਕ ਹੈ ਜੀ। ਹੁਣ ਜਦੋਂ ਫੋਟੋਸਿੰਥੇਸਿਸ ਪ੍ਰਕਾਸ਼ ਸੰਸਲੇਸ਼ਨ ਕਿਰਿਆ ਹੁੰਦੀ ਤਾਂ 3 ਸਟੈਪ ਹੁੰਦੇ ਨੇ। ਪਹਿਲਾ ਸਟੈਪ ਕਲੋਰੋਫਿਲ ਦੁਆਰਾ ਪ੍ਰਕਾਸ਼ ਊਰਜਾ ਨੂੰ ਸੋਖਿਤ ਕਰਨਾ। ਜਿਹੜੀ ਕਲੋਰੋਫਿਲ ਹੈ ਉਹ ਲਾਈਟ ਨੂੰ ਐਬਜ਼ੌਰਬ ਕਰਦੀ ਹੈ। ਠੀਕ ਹੈ, ਜਿਹੜੀ ਕਲੋਰੋਫਿਲ ਹੈ ਉਹ ਲਾਈਟ ਨੂੰ ਐਬਜ਼ੌਰਬ ਕਰਦੀ ਹੈ। ਤੇ ਲਾਈਟ ਨੂੰ ਐਬਜ਼ੌਰਬ ਕਿੱਥੇ ਕਰਿਆ ਜਾਂਦਾ ਹੈ, ਕਲੋਰੋਫਿਲ ਦੇ ਵਿੱਚ। ਠੀਕ ਹੈ, ਤੇ ਕਲੋਰੋਫਿਲ ਜੇ ਪੁੱਛ ਲਿਆ ਨਾ ਕਿੱਥੇ ਹੁੰਦੇ ਨੇ, ਤਾਂ ਇਹ ਜਿਹੜਾ ਨਾ ਉਹਦਾ ਕਲੋਰੋਫਿਲ ਦਾ ਮਤਲਬ ਜਿਹੜਾ ਗ੍ਰੀਨ ਪਿਗਮੈਂਟ ਹੁੰਦਾ ਹੈ ਉਹ ਕਿੱਥੇ ਪ੍ਰੈਜ਼ੈਂਟ ਹੁੰਦਾ ਹੈ। ਇਹਦੇ 2 ਪਾਰਟ ਹੁੰਦੇ ਨੇ, ਇੱਕ ਹੁੰਦਾ ਹੈ ਗ੍ਰੈਨਾ, ਇੱਕ ਹੁੰਦਾ ਸਟ੍ਰੋਮਾ। ਆਹ ਇਹਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਇਹਦੇ ਵਿੱਚ ਇੱਕ ਹੋਰ ਸਟਰਕਚਰ ਹੁੰਦੀ ਥੈਲੇਕੋਇਡ। ਠੀਕ ਹੈ, ਆਹ ਇਹਦੇ ਵਿੱਚ ਆਪਣਾ ਕੀ ਹੈ, ਜਿਹੜਾ ਰੈਸਪੀਰੇਟਰੀ ਪਿਗਮੈਂਟ ਹੁੰਦਾ। ਠੀਕ ਹੈ, ਜਿਹੜੀ ਵੀ ਆਪਸ਼ਨ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਹਿਸਾਬ ਨਾਲ ਲਿਖਦੇ ਨੇ। ਜੇ ਗ੍ਰੈਨਾ ਲਿਖਿਆ ਹੋਇਆ ਤਾਂ ਗ੍ਰੈਨਾ, ਥੈਲੇਕੋਇਡ ਲਿਖਿਆ ਹੋਇਆ ਥੈਲੇਕੋਇਡ, ਜੇ ਕਲੋਰੋਫਿਲ ਲਿਖਿਆ ਹੋਇਆ ਤਾਂ ਕਲੋਰੋਫਿਲ। ਸੈਕਿੰਡ ਸਟੈਪ ਆਪਣੇ ਕੋਲ ਕੀ ਹੁੰਦਾ ਹੈ, ਜਿਹੜੀ ਲਾਈਟ ਊਰਜਾ ਉਹਨੂੰ ਰਸਾਇਣਿਕ ਊਰਜਾ ਵਿੱਚ ਬਦਲਣਾ। ਜਿਹੜੀ ਲਾਈਟ ਊਰਜਾ ਹੈ ਉਹਨੂੰ ਕੀ ਕਰਨਾ ਹੈ, ਰਸਾਇਣਿਕ ਊਰਜਾ ਵਿੱਚ ਬਦਲਣਾ। ਅਤੇ ਪਾਣੀ ਦੇ ਅਣੂਆਂ ਨੂੰ ਸਭ ਤੋਂ ਪਹਿਲਾਂ ਇੱਥੇ ਕੀ ਕਰਿਆ ਜਾਂਦਾ, ਪਾਣੀ ਦੇ ਜਿਹੜੇ ਅਣੂ ਨੇ ਉਹਨਾਂ ਨੂੰ ਤੋੜਨਾ ਹਾਈਡਰੋਜਨ ਤੇ ਆਕਸੀਜਨ ਦੇ ਵਿੱਚ। ਠੀਕ ਹੈ, ਤੇ ਕਾਰਬਨ ਡਾਈਆਕਸਾਈਡ ਦਾ ਕਾਰਬੋਹਾਈਡਰੇਟ ਦੇ ਵਿੱਚ ਲਾਗੂਕਰਨ ਕਰਨਾ। ਫਿਰ ਕੀ ਹੈ, ਇਸ ਕਾਰਬਨ ਡਾਈਆਕਸਾਈਡ ਨੂੰ ਜਦੋਂ ਆਹ ਹਾਈਡਰੋਜਨ ਮਿਲਦੀ ਹੈ ਤਾਂ ਉਹਦੇ ਤੋਂ ਕੀ ਬਣਦੇ ਨੇ, ਕਾਰਬੋਹਾਈਡਰੇਟ ਬਣਦੇ ਨੇ। ਠੀਕ ਹੈ, ਕਾਰਬੋਹਾਈਡਰੇਟ ਉਹ ਹੁੰਦੇ ਨੇ ਜਿਹੜੇ ਕਾਰਬਨ, ਹਾਈਡਰੋਜਨ ਤੇ ਆਕਸੀਜਨ ਦੇ ਕੰਪਾਊਂਡ ਹੁੰਦੇ ਨੇ। ਤੇ ਇਹ ਜ਼ਰੂਰੀ ਨਹੀਂ ਹੁੰਦਾ ਰਾਜੇ, ਐਨਸੀਈਆਰਟੀ ਬਹੁਤ ਕੰਪੈਕਟ ਫਾਰਮ ਵਿੱਚ ਲਿਖੀ ਹੁੰਦੀ, ਇਹਦੇ 'ਚ ਇੱਕ ਇੱਕ ਲਾਈਨ 'ਚੋਂ ਕੁਐਸਚਨ ਬਣਦੇ ਨੇ। ਆਪਾਂ ਇੱਕ ਸਿੰਗਲ ਲਾਈਨ ਵੀ ਛੱਡ ਕੇ ਨਹੀਂ ਜਾ ਸਕਦੇ। ਮੈਂ ਪਹਿਲਾਂ ਸੋਚਿਆ ਸੀ ਪੀਪੀਟੀ ਬਣਾ ਕੇ ਪੜਾਇਆ ਜਾਵੇ, ਬਟ ਫਿਰ ਮੈਨੂੰ ਲੱਗਿਆ ਵੀ ਪੀਪੀਟੀ ਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਆਪਾਂ ਨਹੀਂ ਲਿਖ ਸਕਦੇ, ਆਪਾਂ ਨਹੀਂ ਤਾਂ ਫਿਰ ਆਪਾਂ ਐਨਸੀਈਆਰਟੀ ਚੱਕ ਲਈ ਸੀ। ਠੀਕ ਹੈ, ਤੁਸੀਂ ਨਾਲ ਨਾਲ ਐਨਸੀਈਆਰਟੀ ਰੱਖ ਸਕਦੇ ਨੇ। 106 ਨੰਬਰ ਪੇਜ ਹੈ 10th ਕਲਾਸ ਦੀ ਐਨਸੀਈਆਰਟੀ। ਜੇ ਨਾਲ ਉਵੇਂ ਪੇਜ ਟੂ ਪੇਜ ਪੜ੍ਹੀ ਚਲੋ ਤਾਂ ਬੜਾ ਬੈਨੀਫੀਸ਼ੀਅਲ ਹੋਏਗਾ। ਠੀਕ ਹੈ, ਅੱਧੇ ਪੌਣੇ ਘੰਟੇ ਦੇ ਵਿੱਚ ਤੁਹਾਡਾ ਇੱਕ ਚੈਪਟਰ ਕਵਰ ਹੋ ਜਾਏਗਾ, ਤੇ 3-4 ਚੈਪਟਰ ਨੇ ਕਵਰ ਕਰਨਾ ਨੇ। ਤਾਂ ਇਹ ਜ਼ਰੂਰੀ ਨਹੀਂ ਇਹ ਕਿਰਿਆਵਾਂ ਤੁਰੰਤ ਹੋਣ, ਇੱਕ ਤੋਂ ਪਿੱਛੋਂ ਦੂਜੀ ਹੋ ਸਕਦੀ ਹੈ। ਜਿਵੇਂ ਜਿਹੜੇ ਪਲਾਂਟ ਡੈਜ਼ਰਟ ਦੇ ਵਿੱਚ ਹੁੰਦੇ ਨੇ ਉਹ ਰਾਤ ਨੂੰ ਕਾਰਬਨ ਡਾਈਆਕਸਾਈਡ ਲੈਂਦੇ ਨੇ। ਠੀਕ ਹੈ, ਤੇ ਰਾਤੀ ਕਾਰਬਨ ਡਾਈਆਕਸਾਈਡ ਲੈ ਕੇ ਤੇ ਅੱਧਾ ਪ੍ਰੋਡਕਟ ਬਣਾ ਕੇ ਰੱਖ ਲੈਂਦੇ ਨੇ, ਤੇ ਦਿਨ ਦੇ ਟਾਈਮ ਤੇ ਉਹ ਕੀ ਕਰਦੇ ਨੇ, ਆਹ ਸਟੈਪ ਪਹਿਲਾਂ ਹੋ ਜਾਂਦਾ ਤੇ ਆਹ ਸਟੈਪ ਸਭ ਤੋਂ ਬਾਅਦ ਵਿੱਚ ਹੁੰਦਾ। ਤਾਂ ਅੱਗੇ ਪਿੱਛੇ ਹੋ ਸਕਦਾ, ਕੋਈ ਚੱਕਰ ਨਹੀਂ। ਦਿਨ ਵਿੱਚ ਕਲੋਰੋਫਿਲ ਸੋਖ ਕੇ ਤੇ ਮੱਧ ਉਤਪਾਦ ਤੋਂ ਅੰਤਿਮ ਉਤਪਾਦ ਬਣਾ ਦਿੰਦੇ ਨੇ। ਹਾਂਜੀ, ਕਲੀਅਰ ਹੈ? ਜੇ ਕਲੀਅਰ ਹੈ ਤਾਂ ਇੱਕ ਵਾਰੀ ਵੈਸੇ ਕਮੈਂਟ ਕਰਕੇ ਕਲੀਅਰ ਜ਼ਰੂਰ ਲਿਖ ਦਿਓ। ਤੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੋਵੇ ਤਾਂ ਜ਼ਰੂਰ ਸਾਨੂੰ ਦੱਸਿਆ ਜਾਵੇ। ਠੀਕ ਹੈ, ਆਹ ਸਾਡਾ ਕੰਟੈਕਟ ਨੰਬਰ ਹੈ, ਮਨਪ੍ਰੀਤ ਕੁਮਾਰ ਮੇਰਾ ਨਾਮ ਹੈ। ਠੀਕ ਹੈ, ਸਾਰੀ ਦੀ ਸਾਰੀ ਸਾਇੰਸ ਕਰਵਾ ਦਿੱਤੀ ਗਈ ਹੈ ਚੈਨਲ ਤੇ। ਕਿਸੇ ਨੂੰ ਲਿੰਕ ਚਾਹੀਦੀ ਹੁਣ ਤਾਂ ਉਹਦੇ ਰਿਗਾਰਡਿੰਗ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਨੈਕਸਟ। ਹੁਣ ਆਪਾਂ ਨੂੰ ਪਤਾ ਕਿਵੇਂ ਲੱਗਦਾ ਵੀ ਫੋਟੋਸਿੰਥਸਿਸ ਹੋ ਗਈ ਹੈ। ਤਾਂ ਫੋਟੋਸਿੰਥਸਿਸ ਵਾਸਤੇ ਕੀ ਕਰਦੇ ਨੇ, ਇੱਕ ਪੱਤੇ ਨੂੰ ਚੈੱਕ ਕਰਿਆ ਜਾਂਦਾ ਹੈ। ਠੀਕ ਹੈ, ਤਾਂ ਉਹਦੇ ਵਾਸਤੇ ਕੀ ਕਰਦੇ ਨੇ, ਜੇਕਰ ਪਲਾਂਟ ਦੇ ਉੱਤੇ ਫੋਟੋਸਿੰਥਸਿਸ ਹੋ ਰਹੀ ਹੈ, ਜੇਕਰ ਤਾਂ ਫੋਟੋਸਿੰਥਸਿਸ ਹੁੰਦੀ ਨਾ ਤਾਂ ਕਾਰਬਨ ਡਾਈਆਕਸਾਈਡ ਪਾਣੀ ਨਾਲ ਕੰਬਾਈਨ ਕਰਕੇ ਕਾਰਬੋਹਾਈਡਰੇਟ ਬਣਾਉਂਦੀ ਹੈ। ਠੀਕ ਹੈ, ਤੇ ਜੇ ਮਤਲਬ ਤੇ ਆਹ ਕਾਰਬੋਹਾਈਡਰੇਟ ਦੀ ਆਇਡੈਂਟੀ ਕੀ ਹੁੰਦੀ ਹੈ, ਜਦੋਂ ਵੀ ਇਹਦੇ ਤੇ ਆਇਓਡੀਨ ਸੋਲਿਊਸ਼ਨ ਪਾਓਗੇ, ਆਇਓਡੀਨ ਦਾ ਘੋਲ ਪਾਓਗੇ,
ਤਾਂ ਇਹ ਨੀਲੇ ਰੰਗ ਦਾ ਹੋ ਜਾਏਗਾ, ਇਹ ਗਾੜੇ ਨੀਲੇ ਰੰਗ ਦਾ ਹੋ ਜਾਏਗਾ। ਠੀਕ ਹੈ, ਤਾਂ ਇਹਨਾਂ ਨੇ ਕੀ ਕਰਿਆ, ਇੱਕ ਪੱਤਾ ਲਿਆ, ਠੀਕ ਹੈ, ਆਹ ਪਾਰਟ ਵਿੱਚ ਪੀਲਾ ਹੈ, ਆਹ ਪਾਰਟ ਹਰਾ, ਠੀਕ ਹੈ, ਇਹਦੇ ਵਿੱਚ ਇਹਨੂੰ 2-3 ਸਟੈਪ ਕਰਨੇ ਪੈਂਦੇ ਨੇ ਆਪਾਂ, ਠੀਕ ਹੈ। ਤਾਂ ਉਹਨਾਂ ਨੇ ਕੀ ਕਰਿਆ, ਇੱਕ ਪੱਤਾ ਲਿਆ, ਉਹਨੂੰ 3 ਦਿਨ ਹਨੇਰੇ ਕਮਰੇ 'ਚ ਰੱਖਿਆ, ਪਹਿਲਾਂ ਉਹਨੂੰ 3 ਦਿਨ ਹਨੇਰੇ ਕਮਰੇ 'ਚ ਰੱਖਿਆ ਤਾਂ ਜੋ ਉਹਦੇ 'ਤੇ ਜੋ ਵੀ ਸਟਾਰਚ ਬਣੀ, ਜੋ ਵੀ ਕਾਰਬੋਹਾਈਡਰੇਟ ਬਣੇ ਉਹ ਖਤਮ ਹੋ ਜਾਣ। ਫਿਰ ਦੂਜਾ ਸਟੈਪ, ਉਹ ਪੌਦੇ ਨੂੰ ਲਗਭਗ 6 ਘੰਟੇ ਲਈ ਸੂਰਜ ਦੇ ਪ੍ਰਕਾਸ਼ ਵਿੱਚ, ਉਹਨੂੰ 6 ਘੰਟੇ ਲਈ ਸੂਰਜ ਦੇ ਪ੍ਰਕਾਸ਼ ਵਿੱਚ ਰੱਖਣਾ ਹੈ। ਪੌਦੇ ਤੋਂ ਇੱਕ ਪੱਤਾ ਤੋੜੋ ਅਤੇ ਹਰੇ ਭਾਗ ਨੂੰ ਅੰਕਿਤ, ਉਹਦੇ ਤੇ ਹਰੇ ਹਰੇ ਦੇ ਨਿਸ਼ਾਨ ਲਾ ਲੈਣੇ ਨੇ ਕੁਝ ਮਿੰਟਾਂ ਲਈ। ਹੁਣ ਸਟੈਪ ਕੀ ਕਰਨੇ ਨੇ, ਪਹਿਲਾਂ ਉਹਨੂੰ ਪਾਣੀ ਵਿੱਚ ਉਬਾਲਣਾ ਹੈ, ਠੀਕ ਹੈ, ਉਸ ਤੋਂ ਬਾਅਦ ਉਹਨੂੰ ਅਲਕੋਹਲ ਨਾਲ ਸਾਫ਼ ਕਰਨਾ ਹੈ, ਤੇ ਉਸ ਤੋਂ ਬਾਅਦ ਅਲਕੋਹਲ ਨਾਲ ਨਾ ਕਦੇ ਵੀ ਸਿੱਧਾ ਨਹੀਂ ਸਾਫ਼ ਕਰੀ ਜਾਂਦਾ, ਮਤਲਬ ਅਲਕੋਹਲ ਨਾਲ ਉਬਾਲ ਨਹੀਂ ਸਕਦੇ ਕਿਉਂਕਿ ਅਲਕੋਹਲ ਦਾ ਬੋਇਲਿੰਗ ਪੁਆਇੰਟ ਘੱਟ ਹੁੰਦਾ ਹੈ। ਉਹਨੂੰ ਆਪਾਂ ਨੂੰ ਵਾਟਰ ਬਾਥ ਦੇ ਵਿੱਚ ਰੱਖਣਾ ਪੈਂਦਾ, ਆਪਾਂ ਨੂੰ ਉਹਨੂੰ ਵਾਟਰ ਬਾਥ ਦੇ ਵਿੱਚ ਰੱਖਣਾ ਪੈਂਦਾ। ਫਿਰ ਉਸ ਤੋਂ ਬਾਅਦ ਪੱਤੇ ਦੇ ਜਿਹੜਾ ਰੰਗ ਹੈ ਉਹ ਫੇਡ ਹੋ ਜਾਏਗਾ, ਤੇ ਹੁਣ ਇਸ ਪੱਤੇ ਉੱਤੇ ਆਇਓਡੀਨ ਦਾ ਘੋਲ ਪਾਓ, ਤੇ ਆਇਓਡੀਨ ਦੇ ਪੱਤੇ ਨੂੰ ਬਾਹਰ ਕੱਢ ਕੇ ਆਇਓਡੀਨ ਵਿੱਚ ਧੋ ਦਿਓ, ਤੇ ਉਸ ਪੱਤੇ ਨੂੰ ਚੈੱਕ ਕਰੋ, ਜਿੱਥੇ ਜਿੱਥੇ ਫੋਟੋਸਿੰਥਸਿਸ ਹੋਈ ਹੋਏਗੀ ਨਾ ਉੱਥੇ ਉਹਦਾ ਜਿਹੜਾ ਕਲਰ ਹੈ ਉਹ ਗਾੜਾ ਨੀਲਾ ਰੰਗ ਹੋ ਜਾਏਗਾ। ਇਹ ਇਸ ਚੀਜ਼ ਦਾ ਸੂਚਕ ਹੈ ਬਈ ਫੋਟੋਸਿੰਥਸਿਸ ਹੋ ਗਈ ਹੈ, ਫੋਟੋਸਿੰਥਸਿਸ ਹੋ ਗਈ ਹੈ। ਤਾਂ ਇਹ ਚੈੱਕ ਕਰਨ ਵਾਸਤੇ ਬਈ ਫੋਟੋਸਿੰਥਸਿਸ ਹੁੰਦੀ ਹੈ ਜਾਂ ਨਹੀਂ ਹੁੰਦੀ, ਆਪਾਂ ਇਹ ਪ੍ਰੋਸੈਸ, ਇਹ ਮੈਥਡ ਯੂਜ਼ ਕਰਦੇ ਹਾਂ। ਆਪਾਂ ਕੀ ਕਰਦੇ ਹਾਂ, ਆਇਓਡੀਨ ਦੇ ਸੋਲੂਸ਼ਨ ਦੇ ਵਿੱਚ ਉਹਨੂੰ ਚੈੱਕ ਕਰਦੇ ਹਾਂ, ਆਇਓਡੀਨ ਆਇਡੈਂਟੀਫਿਕੇਸ਼ਨ ਦੀ ਸਟਾਰਚ ਨੂੰ ਚੈੱਕ ਕਰਦੇ ਹਾਂ, ਆਇਓਡੀਨ ਆਇਡੈਂਟੀਫਿਕੇਸ਼ਨ ਦੀ ਸਟਾਰਚ ਜਾਂ ਕਾਰਬੋਹਾਈਡਰੇਟ ਨੂੰ ਚੈੱਕ ਕਰਦੇ। ਤੇ ਸਟੋਮੈਟਾ ਨੂੰ ਜਦੋਂ ਮਤਲਬ ਪੌਦੇ ਨੇ, ਹੁਣ ਪੌਦਿਆਂ ਦੇ ਵਿੱਚ ਕੀ ਹੁੰਦਾ ਹੈ, ਕਾਰਬਨ ਡਾਈਆਕਸਾਈਡ ਕਿਵੇਂ ਪ੍ਰਾਪਤ ਕਰਦੇ ਨੇ, ਤਾਂ ਕਾਰਬਨ ਡਾਈਆਕਸਾਈਡ ਦੇ ਵਾਸਤੇ ਪੌਦਿਆਂ ਦੇ ਵਿੱਚ ਕੀ ਹੁੰਦਾ ਹੈ, ਸਟੋਮੈਟਾ ਹੁੰਦੇ, ਸਟੋਮੈਟਾ ਹੁੰਦੇ ਹਨ, ਠੀਕ ਹੈ। ਇਹ ਸਟੋਮੈਟਾ ਕੀ ਕਰਦੇ ਨੇ, ਸਟੋਮੈਟਾ ਕੀ ਕੰਮ ਕਰਦੇ ਨੇ, ਇਹ ਵਿੱਚ ਛੋਟੇ ਛੋਟੇ ਹੋਲ ਹੁੰਦੇ ਨੇ ਜਿਨ੍ਹਾਂ ਵਿੱਚੋਂ ਗੈਸਾਂ ਦਾ ਐਕਸਚੇਂਜ ਹੁੰਦਾ ਹੈ, ਗੈਸਾਂ ਅੰਦਰ ਬਾਹਰ ਜਾਂਦੀਆਂ ਨੇ, ਠੀਕ ਹੈ। ਜੇ ਸਟੋਮੈਟਾ ਖੁੱਲਿਆ ਹੋਵੇਗਾ ਤਾਂ ਇਵੇਂ ਸ਼ੇਪ ਹੋਏਗੀ, ਜੇ ਸਟੋਮੈਟਾ ਬੰਦ ਹੋਏਗਾ ਤਾਂ ਆਹ ਸ਼ੇਪ ਹੋਏਗੀ। ਤੇ ਸਟੋਮੈਟਾ ਜੇ ਕੁਐਸਚਨ ਇਹ ਪੁੱਛਿਆ ਜਾਂਦਾ ਹੈ ਬਈ ਸਟੋਮੈਟਾ ਨੂੰ ਕੰਟਰੋਲ ਕੌਣ ਕਰਦਾ, ਤਾਂ ਗਾਰਡ ਸੈੱਲ ਕਰਦਾ, ਠੀਕ ਹੈ। ਗਾਰਡ ਸੈੱਲ ਦੇ ਵਿੱਚ ਜੇਕਰ ਪਾਣੀ ਭਰਿਆ ਹੋਇਆ ਹੈ ਤਾਂ ਪੂਰੇ ਮੋਟੇ ਹੁੰਦੇ ਨੇ ਤਾਂ ਉਹ ਖੁੱਲ ਜਾਂਦੇ ਨੇ, ਜਦੋਂ ਪਾਣੀ ਨਿਕਲ ਜਾਂਦਾ ਤਾਂ ਉਹ ਪਤਲੇ ਹੋ ਜਾਂਦੇ ਨੇ ਤੇ ਸੁੱਕ ਜਾਂਦੇ ਨੇ, ਠੀਕ ਹੈ। ਇਹ ਕੀ ਹੁੰਦੇ ਨੇ, ਸਟੋਮੈਟਾ। ਠੀਕ ਹੈ, ਗਾਰਡ ਸੈੱਲ ਵਿੱਚ ਜਦੋਂ ਵੀ ਪਾਣੀ ਭਰ ਜਾਂਦਾ ਹੈ ਤਾਂ ਇਹ ਖੁੱਲ ਜਾਂਦੇ ਨੇ, ਤੇ ਇਸ ਤਰ੍ਹਾਂ ਵਿੱਚੋਂ ਪਾਣੀ ਨਿਕਲ ਜਾਂਦਾ ਤਾਂ ਗਾਰਡ ਸੈੱਲ ਬੰਦ ਹੋ ਜਾਂਦਾ। ਤੇ ਪ੍ਰਕਾਸ਼ ਸੰਸਲੇਸ਼ਨ ਲਈ ਗੈਸਾਂ ਦੀ ਵੱਡੀ ਮਾਤਰਾ ਦਾ ਆਦਾਨ ਪ੍ਰਦਾਨ ਇਹ ਸਟੋਮੈਟਾ ਰਾਹੀਂ ਹੁੰਦਾ ਹੈ, ਪਰ ਇਹ ਵੀ ਜ਼ਰੂਰੀ ਹੈ ਕਿ ਗੈਸਾਂ ਦੀ ਆਵਾਜਾਈ ਜਿਹੜੀ ਹੈ ਕੁਝ ਤਣੇ ਉਹਨਾਂ ਦੀ ਸਟੈਮ ਦੇ ਰਾਹੀਂ, ਕੁਝ ਉਹਨਾਂ ਦੀਆਂ ਰੂਟਸ ਦੇ ਰਾਹੀਂ, ਤੇ ਕੁਝ ਉਹਨਾਂ ਦੀ ਲੀਫ ਦੇ ਤਲ, ਉਹਨਾਂ ਦੇ ਸਰਫੇਸ ਤੋਂ ਵੀ ਹੁੰਦੀ ਹੈ, ਕਿਉਂਕਿ ਸਟੋਮੈਟਾ ਰਾਹੀਂ ਵੱਡੀ ਮਾਤਰਾ ਵਿੱਚ ਸਟੋਮੈਟਾ ਜਦੋਂ ਖੁੱਲਦਾ ਹੈ ਤਾਂ ਬੜਾ ਜ਼ਿਆਦਾ ਪਾਣੀ ਨਿਕਲ ਜਾਂਦਾ ਹੈ, ਤੇ ਸਟੋਮੈਟਾ ਦੇ ਵਿੱਚੋਂ ਪਾਣੀ ਨਿਕਲਦਾ ਹੈ, ਪਾਣੀ ਵੈਪੋਰੇਟ ਹੁੰਦਾ, ਉਸ ਪ੍ਰੋਸੈਸ ਨੂੰ ਕਹਿੰਦੇ ਨੇ ਟਰਾਂਸਪੀਰੇਸ਼ਨ, ਵਾਸ਼ਪ ਉਤਸਰਜਨ, ਉਹਨੂੰ ਕਹਿੰਦੇ ਨੇ ਵਾਸ਼ਪ ਉਤਸਰਜਨ। ਵਾਸ਼ਪ ਉਤਸਰਜਨ ਦਾ ਮਤਲਬ ਹੈ ਪੌਦੇ ਦੇ ਪੱਤਿਆਂ ਦੇ ਵਿੱਚੋਂ ਜਿਹੜਾ ਪਾਣੀ ਉਹ ਇਵੈਪੋਰੇਟ ਹੁੰਦਾ, ਉਹਨੂੰ ਕੀ ਕਹਿੰਦੇ ਨੇ, ਵਾਸ਼ਪ ਉਤਸਰਜਨ। ਤਾਂ ਉਪਰੋਕਤ ਦੋਵੇਂ ਕਿਰਿਆਵਾਂ ਦੇ ਆਧਾਰ ਤੇ ਇਹ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਪ੍ਰਕਾਸ਼ ਸੰਸਲੇਸ਼ਨ ਦੇ ਲਈ ਸੂਰਜ ਦੀ ਰੋਸ਼ਨੀ ਦੀ ਲੋੜ ਹੁੰਦੀ ਹੈ, ਠੀਕ ਹੈ। ਇੱਕ ਆਪਣੇ ਕੋਲ ਸੂਰਜ ਦੀ ਰੋਸ਼ਨੀ ਚਾਹੀਦੀ ਹੁੰਦੀ ਹੈ, ਠੀਕ ਹੈ। ਪਾਣੀ ਵੈਸੇ ਹੀ ਚਾਹੀਦਾ ਹੁੰਦਾ ਹੈ, ਤੇ ਕਲੋਰੋਫਿਲ ਚਾਹੀਦਾ ਹੈ, ਤੇ ਤੀਜਾ ਕਾਰਬਨ ਡਾਈਆਕਸਾਈਡ ਚਾਹੀਦਾ, ਠੀਕ ਹੈ। ਤੇ ਪੌਦੇ ਜਿਹੜੇ ਧਰਤੀ ਤੋਂ ਉੱਗਣ ਵਾਲੇ ਪੌਦੇ ਨੇ, ਪ੍ਰਕਾਸ਼ ਸੰਸਲੇਸ਼ਨ ਵਿੱਚ ਵਰਤਿਆ ਜਾਣ ਵਾਲਾ ਪਾਣੀ ਜੜ੍ਹਾਂ ਤੋਂ ਲੈਂਦੇ ਨੇ,
ਮਿੱਟੀ ਵਿੱਚ ਮੌਜੂਦ ਪਾਣੀ ਨੂੰ ਚੂਸਦੇ ਨੇ, ਤੇ ਹੋਰ ਜਿਵੇਂ ਪਦਾਰਥ ਉਹਨਾਂ ਨੂੰ ਨਾਈਟ੍ਰੋਜਨ, ਫਾਸਫੋਰਸ, ਆਇਰਨ, ਮੈਗਨੀਸ਼ੀਅਮ ਉਹ ਵੀ ਆਦਿ ਮਿੱਟੀ ਤੋਂ ਪ੍ਰਾਪਤ ਕਰਦੇ ਨੇ। ਉਹਨਾਂ ਨੂੰ ਟੋਟਲ ਜਿਹੜੇ ਪਲਾਂਟ ਨੇ ਉਹਨਾਂ ਨੂੰ 16 ਪੌਸ਼ਟਿਕ ਤੱਤ ਚਾਹੀਦੇ ਹੁੰਦੇ ਨੇ, 16 ਨਿਊਟ੍ਰੀਸ਼ਨ ਚਾਹੀਦੇ ਹੁੰਦੇ ਨੇ। ਤੇ ਇਹ ਨਾਈਟ੍ਰੋਜਨ ਵੀ ਜਿਹੜਾ ਇੱਕ ਜ਼ਰੂਰੀ ਤੱਤ ਹੈ, ਉਹਨਾਂ ਦੇ ਸਰੀਰ ਦੇ ਵਾਧੇ ਤੇ ਵਿਕਾਸ ਵਾਸਤੇ ਪ੍ਰੋਟੀਨ ਅਤੇ ਹੋਰ ਯੌਗਿਕਾਂ ਦਾ ਜਿਹੜਾ ਸੰਸਲੇਸ਼ਨ ਉਹ ਵੀ ਕੌਣ ਕਰਦਾ ਹੈ? ਨਾਈਟ੍ਰੋਜਨ ਕਰਦਾ। ਠੀਕ ਹੈ। ਇਸ ਤੋਂ ਬਾਅਦ ਹੈ ਪਰਪੋਸ਼ੀ ਪੋਸ਼ਣ। ਪਰਪੋਸ਼ੀ ਪੋਸ਼ਣ ਦੇ ਵਿੱਚ ਕੀ ਹੁੰਦਾ ਹੈ? ਜਦੋਂ ਕੋਈ ਚੀਜ਼ ਆਪ ਦਾ ਭੋਜਨ ਆਪ ਨਹੀਂ ਬਣਾਉਂਦੇ, ਠੀਕ ਹੈ, ਹੁਣ ਆਪ ਦਾ ਭੋਜਨ ਆਪ ਨਹੀਂ ਬਣਾਉਂਦੇ ਤਾਂ ਉਹ ਕਈ ਤਰ੍ਹਾਂ ਦੇ ਹੋ ਸਕਦੇ ਨੇ। ਠੀਕ ਹੈ। ਇਹਦੇ ਵਿੱਚ ਜਿਵੇਂ ਹੁੰਦੇ ਨੇ, ਸਭ ਤੋਂ ਪਹਿਲੇ ਹੁੰਦੇ ਨੇ ਹੋਲੋਜ਼ੋਇਕ ਨਿਊਟ੍ਰੀਸ਼ਨ। ਠੀਕ ਹੈ। ਮਤਲਬ ਆਪਾਂ ਕਿਸੇ ਚੀਜ਼ ਤੋਂ ਨਿਊਟ੍ਰੀਸ਼ਨ ਲਿਆ, ਕਿਸੇ ਚੀਜ਼ ਤੋਂ ਫੂਡ ਲਿਆ ਤੇ ਉਸ ਤੋਂ ਬਾਅਦ ਉਹਦੇ ਤੇ ਪ੍ਰੋਸੈਸਿੰਗ ਕਰਕੇ ਖਾਧੀ। ਠੀਕ ਹੈ। ਉਹਦੇ ਤੇ ਆਪਾਂ ਪ੍ਰੋਸੈਸਿੰਗ ਕਰਕੇ ਖਾਧੀ, ਉਹਨੂੰ ਖਾਧਾ, ਫਿਰ ਉਹਨੂੰ ਆਪਣੇ ਸਰੀਰ ਦੇ ਵਿੱਚ ਡਾਈਜੈਸਟ ਕੀਤਾ, ਫਿਰ ਉਹ ਸਾਰਾ ਕੁਝ, ਤਾਂ ਉਹ ਹੁੰਦਾ ਹੋਲੋਜ਼ੋਇਕ ਨਿਊਟ੍ਰੀਸ਼ਨ। ਠੀਕ ਹੈ। ਤੇ ਸੈਕਿੰਡ ਆਪਣੇ ਕੋਲ ਹੁੰਦਾ ਸੈਪਰੋਟ੍ਰੋਪਿਕ। ਸੈਪਰੋਟ੍ਰੋਪਿਕ ਦੇ ਵਿੱਚ ਕੀ ਹੁੰਦਾ ਹੈ? ਕੁਝ ਜੀਵ ਜੰਤੂ ਜਿਹੜੇ ਨੇ ਉਹ ਮਰੇ ਹੋਏ ਤੇ ਗਲੇ ਸੜੇ ਪੌਦਿਆਂ ਤੇ ਜਾਂ ਗਲੇ ਸੜੇ ਚੀਜ਼ਾਂ ਤੇ ਨਿਰਭਰ ਹੁੰਦੇ ਹਨ। ਤਾਂ ਜਿਹੜੇ ਮਰੇ ਹੋਏ ਤੇ ਗਲੇ ਸੜੇ ਹੋਏ ਚੀਜ਼ਾਂ ਤੇ ਨਿਰਭਰ ਹੁੰਦੇ ਹਨ ਆਪਦੇ ਭੋਜਨ ਦੇ ਲਈ, ਉਹਨਾਂ ਨੂੰ ਸੈਪਰੋਟ੍ਰੋਪਿਕ ਕਹਿੰਦੇ ਨੇ। ਠੀਕ ਹੈ। ਜਿਵੇਂ ਇਹਦੇ ਵਿੱਚ ਮਸ਼ਰੂਮ ਹੋ ਗਿਆ, ਮਤਲਬ ਖੁੰਬਾਂ ਹੋ ਗਈਆਂ, ਯੀਸਟ ਹੋ ਗਿਆ, ਇਹ ਸਾਰੇ ਦੇ ਸਾਰੇ ਕੀ ਨੇ? ਮਤਲਬ ਡੈਡ ਐਂਡ ਡਿਕੇਇੰਗ ਤੇ ਡਿਪੈਂਡ ਹੁੰਦੇ ਨੇ। ਕੁਝ ਇਹੋ ਜਿਹੇ ਹੁੰਦੇ ਨੇ ਪੈਰਾਸਾਈਟ। ਪੈਰਾਸਾਈਟ ਕਿਸੇ ਜੀਵ ਤੇ ਰਹਿੰਦੇ ਹੁੰਦੇ ਨੇ, ਕਿਸੇ ਜੀਵ ਤੋਂ ਬਣਿਆ ਬਣਾਇਆ ਭੋਜਨ ਉਹਨੂੰ ਮਾਰੇ ਬਿਨਾਂ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਆਪਾਂ? ਪੈਰਾਸਾਈਟ। ਠੀਕ ਹੈ। ਜਦੋਂ ਆਪਾਂ ਹੋਲੋਜ਼ੋਇਕ ਨਿਊਟ੍ਰੀਸ਼ਨ ਪੜ੍ਹਦੇ ਹਾਂ ਤਾਂ ਹੋਲੋਜ਼ੋਇਕ ਦੇ ਵਿੱਚ ਅੱਗੇ ਪਾਰਟ ਆਉਂਦੇ ਨੇ। ਠੀਕ ਹੈ। ਸਭ ਤੋਂ ਪਹਿਲਾਂ ਹੁੰਦੇ ਨੇ ਹਰਬੀਵੋਰਸ। ਠੀਕ ਹੈ। ਹਰਬੀਵੋਰਸ ਉਹ ਹੁੰਦੇ ਨੇ ਜਿਹੜੇ ਸ਼ਾਕਾਹਾਰੀ ਹੁੰਦੇ ਨੇ। ਠੀਕ ਹੈ। ਜਿਹੜੇ ਪੌਦੇ ਤੇ ਹਰੇ ਪੌਦੇ ਤੇ ਹਰੇ ਪੌਦਿਆਂ ਤੋਂ ਬਣੀਆਂ ਚੀਜ਼ਾਂ ਖਾਂਦੇ ਨੇ। ਸੈਕਿੰਡ ਹੁੰਦੇ ਨੇ ਕਾਰਨੀਵੋਰਸ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮਾਸਾਹਾਰੀ, ਜਿਹੜੇ ਮਾਸ ਖਾਂਦੇ ਨੇ। ਫਿਰ ਹੁੰਦੇ ਨੇ ਓਮਨੀਵੋਰਸ। ਓਮਨੀਵੋਰਸ ਉਹ ਹੁੰਦੇ ਨੇ ਜਿਹੜੇ ਸਾਰਾ ਕੁਝ ਖਾ ਲੈਂਦੇ ਨੇ। ਤੇ ਆਪਣੇ ਕੋਲ ਕਿਹੜੇ ਹੁੰਦੇ ਨੇ? ਸਰਬ ਆਹਾਰੀ। ਠੀਕ ਹੈ। ਜਿਹੜੇ ਸਾਰਾ ਕੁਝ ਖਾ ਲੈਂਦੇ ਨੇ। ਤੇ ਜਿਹੜੇ ਜੀਵ ਦੁਆਰਾ ਉਹ ਕਿਹੜਾ ਭੋਜਨ ਅੰਦਰ ਲੈ ਕੇ ਜਾਇਆ ਜਾਂਦਾ ਹੈ, ਉਹ ਨਿਰਭਰ ਕਰਦਾ ਹੈ ਉਹਦੇ ਪਾਚਨ ਦੀ ਵਿਧੀ, ਸਰੀਰ ਦੀ ਬਣਤਰ ਅਤੇ ਕਾਰਜ ਪ੍ਰਣਾਲੀ ਉੱਤੇ ਨਿਰਭਰ ਕਰਦੀ ਹੈ। ਠੀਕ ਹੈ। ਕੁਝ ਪਰਜੀਵੀ ਹੁੰਦੇ ਨੇ, ਪਰਜੀਵੀ ਮਤਲਬ ਪੈਰਾਸਾਈਟ। ਪਰਜੀਵੀ ਦਾ ਮਤਲਬ ਹੁੰਦਾ ਹੈ ਪੈਰਾਸਾਈਟ, ਜਿਹੜੇ ਕਿਸੇ ਨਾ ਕਿਸੇ ਲਿਵਿੰਗ ਆਰਗੇਨਿਜ਼ਮ ਤੋਂ ਬਣਿਆ ਬਣਾਇਆ ਫੂਡ ਲੈਂਦੇ, ਜਿਵੇਂ ਅਮਰਵੇਲ ਹੋ ਗਈ, ਜੂਆਂ ਹੋ ਗਈਆਂ, ਲੀਚ ਹੋ ਗਈ, ਫੀਤਾਕਰਮ, ਫਲੈਟਵਰਮ ਤੇ ਆਰਕਿਡਸ। ਇਹ ਸਾਰੇ ਦੇ ਸਾਰੇ ਕਿਸੇ ਵੀ ਫੂਡ ਤੋਂ ਬਣਿਆ, ਕਿਸੇ ਵੀ ਲਿਵਿੰਗ ਆਰਗੇਨਿਜ਼ਮ ਤੇ ਡਿਪੈਂਡ ਕਰਦੇ ਨੇ ਤੇ ਉਹਦੇ ਤੋਂ ਬਣਿਆ ਬਣਾਇਆ ਫੂਡ ਲੈਂਦੇ। ਠੀਕ ਹੈ ਜੀ। ਅੱਗੇ ਜੀਵ ਆਪਦਾ ਪੋਸ਼ਣ ਕਿਵੇਂ ਕਰਦੇ ਨੇ? ਠੀਕ ਹੈ। ਇਹ ਸੀ ਪਿੱਛੇ ਆਪਾਂ ਪੜ੍ਹਿਆ ਸੀ ਪੌਦਿਆਂ ਦੇ ਵਿੱਚ, ਹੁਣ ਹੈ ਜੀਵਾਂ ਦੇ ਵਿੱਚ। ਤਾਂ ਭੋਜਨ ਦੇ ਵਿੱਚ ਇਸ ਪ੍ਰਾਪਤੀ ਦੇ ਮਤਲਬ ਭੋਜਨ ਦੀ ਪ੍ਰਾਪਤੀ ਦੇ ਅਲੱਗ-ਅਲੱਗ ਢੰਗ ਨੇ, ਅਲੱਗ-ਅਲੱਗ ਜੀਵਾਂ ਦੇ ਵਿੱਚ ਅਲੱਗ-ਅਲੱਗ ਪਾਚਨ ਸਿਸਟਮ ਨੇ। ਠੀਕ ਹੈ। ਪਹਿਲੇ ਨੇ ਇੱਕ ਸੈੱਲ ਵਾਲੇ ਜੀਵ। ਇੱਕ ਸੈੱਲ ਵਿੱਚ ਜਿਹੜਾ ਭੋਜਨ ਹੈ ਉਹਨਾਂ ਦੀ ਸਾਰੀ ਬਾਹਰ ਵਾਲੀ ਸਤ੍ਹਾ ਤੋਂ ਲਿਆ ਜਾਂਦਾ ਹੈ। ਠੀਕ ਹੈ। ਤੇ ਜਿਹੜੇ ਬਹੁਸੈਲੀ ਨੇ ਉਹਨਾਂ ਵਿੱਚ ਜੀਵਾਂ ਦੀ ਜਟਿਲਤਾ ਵਧਣ ਦੇ ਕਰਕੇ ਅੰਗ ਵਿਸ਼ਿਸ਼ਟ, ਵਿਸ਼ਿਸ਼ਟ ਮਤਲਬ ਸਪੈਸ਼ਲ ਹੋ ਜਾਂਦੇ ਨੇ। ਜਿਹੜੇ ਅਮੀਬਾ ਸੈੱਲ ਦੀ ਸਤ੍ਹਾ ਤੋਂ ਉਤਪੰਨ ਹੋਏ, ਜਿਹੜਾ ਅਮੀਬਾ ਆਹ ਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ, ਜਿਹੜਾ ਅਮੀਬਾ ਹੈ ਉਹ ਆਪਦਾ ਫੂਡ ਕਿੱਥੋਂ ਲੈਂਦਾ ਹੈ? ਤਾਂ ਉਤਪੰਨ ਹੋਏ ਉਂਗਲੀ ਦੇ ਅਸਥਾਈ ਵਧੇਰੇ ਜਾਂ ਪੈਰਾਸਥਾਈ, ਅਸਥਾਈ। ਠੀਕ ਹੈ। ਇਹਨੂੰ ਕਹਿੰਦੇ ਨੇ ਆਭਾਸੀ ਪੈਰ।
ठीक है, इन्होंने स्यूडोपोडिया भी कह दिंदे ने, बड़ा फेमस नाम है। ਜਿਹੜਾ ਅਮੀਬਾ ਹੈ ਉਹ ਆਪਦਾ ਭੋਜਨ ਕਿੰਦੇ ਤੋਂ ਲੈਂਦਾ ਹੈ, ਸੂਡੋਪੋਡੀਆ ਦੇ ਨਾਲ। ਠੀਕ ਹੈ, ਤੇ ਜਿਹੜਾ ਪੈਰਾਮੀਸ਼ੀਅਮ ਹੈ ਉਹ ਵੀ ਇੱਕ ਸੈੱਲੀ ਜੀਵ ਹੈ, ਤੇ ਇਹ ਸੈੱਲ ਦਾ ਇੱਕ ਨਿਸ਼ਚਿਤ ਆਕਾਰ ਹੈ, ਆਪਦਾ ਭੋਜਨ ਇੱਕ ਖਾਸ ਸਥਾਨ ਤੋਂ ਲੈਂਦਾ, ਉਹਨੂੰ ਕੀ ਕਹਿੰਦੇ ਨੇ, ਸਿਲਿਆ। ਜਿਹੜਾ ਅਮੀਬਾ ਹੈ ਉਹ ਆਪਦਾ ਫੂਡ ਲੈਂਦਾ ਹੈ ਸਿਊਡੋਪੋਡੀਆ ਦੀ ਜਗ੍ਹਾ, ਸਿਊਡੋਪੋਡੀਆ ਤੋਂ, ਤੇ ਜਿਹੜਾ ਪੈਰਾਮੀਸ਼ੀਅਮ ਹੈ ਉਹ ਕਿਹਦੀ ਹੈਲਪ ਨਾਲ ਲੈਂਦਾ, ਸਿਲਿਆ ਦੀ ਹੈਲਪ ਦੇ। ਠੀਕ ਹੈ, ਉਹ ਕਿਹਦੀ ਹੈਲਪ ਦੇ ਨਾਲ ਲੈਂਦਾ, ਸਿਲਿਆ ਦੀ ਹੈਲਪ ਦੇ। ਉਸ ਤੋਂ ਬਾਅਦ ਜਦੋਂ ਵੀ ਆਪਾਂ ਫੂਡ, ਕੋਈ ਵੀ ਜੀਵ ਜੰਤੂ ਫੂਡ ਲੈਂਦੇ ਨੇ ਤਾਂ ਉਹਦਾ ਇੱਕ ਪੱਕਾ ਪ੍ਰੋਸੈਸ ਹੁੰਦਾ ਹੈ। ਸਭ ਤੋਂ ਪਹਿਲਾਂ ਫੂਡ ਦੀ ਇੰਜੈਸ਼ਨ ਹੁੰਦੀ ਹੈ, ਮਤਲਬ ਭੋਜਨ ਨੂੰ ਸਰੀਰ ਦੇ ਅੰਦਰ ਲੈ ਜਾਣਾ। ਅੰਦਰ ਲੈ ਕੇ ਜਾਣਾ। ਦੂਜਾ ਜਿਹੜਾ ਸਟੈਪ ਹੈ ਉਸ ਫੂਡ ਦੀ ਡਾਈਜੈਸ਼ਨ। ਠੀਕ ਹੈ, ਡਾਈਜੈਸ਼ਨ ਦੇ ਵਿੱਚ ਕੀ ਹੁੰਦਾ ਹੈ, ਵੱਡੇ ਵੱਡੇ ਪਾਰਟੀਕਲ ਨੂੰ ਛੋਟੇ ਛੋਟੇ ਪਾਰਟੀਕਲ ਛੋਟੇ ਕਾਰਬਨੀ ਪਦਾਰਥਾਂ ਵਿੱਚ ਤੋੜਨਾ। ਠੀਕ ਹੈ, ਉਸ ਤੋਂ ਬਾਅਦ ਇਹਦੀ ਹੁੰਦੀ ਐਬਜ਼ੌਰਪਸ਼ਨ। ਐਬਜ਼ੌਰਪਸ਼ਨ ਦੇ ਵਾਸਤੇ ਕੀ ਹੁੰਦਾ ਹੈ, ਛੋਟੇ, ਮਤਲਬ ਉਹਦੇ ਵਿੱਚ ਜੋ ਨਿਊਟ੍ਰੀਸ਼ਨ ਹੈ ਉਹਨਾਂ ਨੂੰ ਸੋਖ ਲੈਣਾ, ਪੋਸ਼ਕ ਤੱਤਾਂ ਨੂੰ ਸੋਖਣਾ। ਠੀਕ ਹੈ, ਇੰਜੈਸ਼ਨ, ਡਾਈਜੈਸ਼ਨ, ਐਬਜ਼ੌਰਪਸ਼ਨ ਤੇ ਐਸੀਮੀਲੇਸ਼ਨ। ਮਤਲਬ ਉਸ ਭੋਜਨ ਨੂੰ ਆਪਣੇ ਸਰੀਰ ਦੇ ਵਿੱਚ ਵਰਤਣਾ ਜਾਂ ਉਹ ਊਰਜਾ ਨੂੰ ਵਰਤਣਾ, ਤੇ ਸਭ ਤੋਂ ਲਾਸਟ ਸਟੈਪ ਹੁੰਦਾ ਇਜੈਸ਼ਨ, ਜੋ ਮਟੀਰੀਅਲ ਵਾਧੂ ਨੂੰ ਬਾਹਰ ਕੱਢਣਾ। ਵਾਧੂ ਪਦਾਰਥਾਂ ਨੂੰ ਬਾਹਰ ਕੱਢਣਾ। ਠੀਕ ਹੈ ਜੀ, ਤਾਂ ਇਹੀ ਕੁਐਸਚਨ ਸੀ ਜਿਹੜਾ ਪਿਛਲੀ ਵਾਰੀ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ। ਹੁਣ ਕੀ ਹੁੰਦਾ ਹੈ, ਆਪਣੇ ਸਰੀਰ ਦੇ ਵਿੱਚ ਕੀ ਹੁੰਦਾ ਹੈ, ਆਹ ਆਪਣਾ ਸਾਰਾ ਡਾਈਜੈਸਟਿਵ ਸਿਸਟਮ ਹੈ। ਠੀਕ ਹੈ, ਮੂੰਹ ਦੇ ਰਾਹੀਂ ਭੋਜਨ ਅੰਦਰ ਜਾਂਦਾ ਹੈ। ਠੀਕ ਹੈ, ਜੀਭ ਉਹਨੂੰ ਅੰਦਰ ਲਿਜਾਣ ਵਿੱਚ ਮਦਦ ਕਰਦੀ ਹੈ। ਠੀਕ ਹੈ, ਭੋਜਨ ਨਲੀ ਮਤਲਬ ਫੂਡ ਪਾਈਪ ਨੂੰ ਕਹਿੰਦੇ, ਇਹਨੂੰ ਓਸੋਫੈਗਸ ਵੀ ਕਹਿੰਦੇ ਨੇ। ਠੀਕ ਹੈ, ਫੂਡ ਪਾਈਪ, ਭੋਜਨ ਨਲੀ ਜਿਹਦੇ ਵਿੱਚੋਂ ਆਪਣਾ ਫੂਡ ਅੰਦਰ ਜਾਂਦਾ ਹੈ ਅੱਗੇ, ਇਸ ਪਾਥ ਦੇ ਥਰੂ ਅੱਗੇ ਜਾਂਦਾ। ਠੀਕ ਹੈ ਜੀ, ਆਹ ਸਾਰਾ ਪਾਥ ਹੈ। ਉਸ ਤੋਂ ਬਾਅਦ ਡਾਇਆਫ੍ਰੈਮ, ਮਤਲਬ ਆਪਣੀ ਛਾਤੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਆਪਣਾ ਜਿਹੜਾ ਜਿਗਰ ਹੈ ਤੇ ਆਪਣਾ ਜਿਹੜਾ ਮੈਦਾ ਹੈ, ਸਟਮਕ। ਠੀਕ ਹੈ, ਜਿਹਨੂੰ ਆਪਾਂ ਪੇਟ ਕਹਿੰਦੇ ਨੇ, ਇਹਦੇ ਵਿੱਚੋਂ ਇੱਕ ਦੋ ਐਂਜ਼ਾਈਮ ਨਿਕਲਦੇ ਨੇ ਜਿਹੜੇ ਭੋਜਨ ਦੇ ਵਿੱਚ ਜਾ ਕੇ ਮਿਲਦੇ ਨੇ, ਇਹ ਭੋਜਨ ਨੂੰ ਪਾਚਨ ਦੇ ਵਿੱਚ ਮਦਦ ਕਰਦੇ ਨੇ। ਠੀਕ ਹੈ, ਉਸ ਤੋਂ ਬਾਅਦ ਇੱਥੇ ਭੋਜਨ ਦਾ ਪਚਨ ਤੋਂ ਬਾਅਦ ਜਿਹੜਾ ਭੋਜਨ ਉਹ ਛੋਟੀ ਅੰਦਰ ਵਿੱਚ ਚਲਾ ਜਾਂਦਾ, ਛੋਟੀ ਅੰਦਰ ਦੇ ਵਿੱਚ ਉਹਦੇ ਵਿੱਚੋਂ ਮਟੀਰੀਅਲ ਸੋਖ ਕੇ ਵੱਡੀ ਅੰਦਰ ਵਿੱਚ ਭੇਜ ਦਿੱਤਾ ਜਾਂਦਾ, ਤੇ ਵੱਡੀ ਅੰਦਰ ਦੇ ਵਿੱਚ ਉਹਦੇ ਵਿੱਚ ਪਾਣੀ ਪੂਣੀ ਐਬਜ਼ੌਰਬ ਕਰਕੇ ਤੇ ਇੱਥੋਂ ਬਾਹਰ ਕੱਢ ਦਿੱਤਾ। ਠੀਕ ਹੈ ਜੀ, ਆਹ ਸਾਰਾ ਪਾਰਟ, ਆਹ ਸਾਰਾ ਪ੍ਰੋਸੈਸ ਹੁੰਦਾ। ਠੀਕ ਹੈ, ਹੁਣ ਆਪਾਂ ਇਹ ਵੇਖਦੇ ਹਾਂ ਕਿਹੜੇ ਕਿਹੜੇ ਪਾਰਟ ਕਿਹੜਾ ਕਿਹੜਾ ਕੰਮ ਕਰਦੇ। ਇਹਦੇ ਵਿੱਚੋਂ ਕੁਐਸਚਨ ਬਣਨ ਦੇ ਪੂਰੇ ਚਾਂਸਸ ਨੇ। ਲਾਈਨ ਟੂ ਲਾਈਨ ਇਸ ਚੀਜ਼ ਨੂੰ ਪੜ੍ਹੋ। ਠੀਕ ਹੈ, ਸ਼ਾਇਦ ਇਹਨਾਂ ਡਿਟੇਲ 'ਚ ਮੈਂ ਨਾ ਪੜਾਂਗਾ, ਬਟ ਇਹੀ ਚੈਪਟਰ ਪੜ੍ਹਨ ਵਾਲਾ, ਇੱਕੋ ਚੈਪਟਰ ਇਹ ਹੈ, ਪੜ੍ਹ ਲਓਗੇ ਤਾਂ ਬੜੇ ਫਾਇਦੇ ਚ। ਅਸੀਂ ਕਈ ਪ੍ਰਕਾਰ ਦਾ ਭੋਜਨ ਖਾਂਦੇ ਹਾਂ।
ठीक है, जिसनों एक पाचन नली ਵਿੱਚੋਂ ਲੰਘਣਾ ਪੈਂਦਾ ਹੈ। ਜੋ ਆਪਾਂ ਭੋਜਨ ਖਾਂਦੇ ਉਹਨੂੰ ਪਾਚਨ ਨਲੀ ਵਿੱਚੋਂ ਲੰਘਣਾ ਪੈਂਦਾ। ਕੁਦਰਤੀ ਤੌਰ ਤੇ ਭੋਜਨ ਨੂੰ ਅਜਿਹੀ ਪ੍ਰਕਿਰਿਆ ਵਿੱਚੋਂ ਲੰਘਣਾ ਹੁੰਦਾ ਹੈ ਜਿਸ ਨਾਲ ਇਹ ਜਿਹੜਾ ਪਦਾਰਥ ਦੇ ਛੋਟੇ ਛੋਟੇ ਕਣਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਇਹਨੂੰ ਦੰਦਾਂ ਨਾਲ ਜਿੱਤ ਕੇ ਕੀਤਾ ਜਾਂਦਾ। ਮਤਲਬ ਆਪਾਂ ਦੰਦਾਂ ਨਾਲ ਜਿੱਤਦੇ ਹਾਂ ਤਾਂ ਛੋਟਾ ਹੋ ਜਾਂਦਾ ਹੈ। ਆਹਾਰ ਨਲੀ ਦੇ ਅੰਦਰ ਬਹੁਤ ਪਰਤ ਜਿਹੜੀ ਬਹੁਤ ਕੋਮਲ ਹੁੰਦੀ ਹੈ, ਇਸ ਲਈ ਭੋਜਨ ਨੂੰ ਗਿੱਲਾ ਕੀਤਾ ਜਾਂਦਾ ਹੈ ਤੇ ਗਿੱਲਾ ਕਰਨ ਵਾਸਤੇ ਆਪਣੇ ਮੂੰਹ ਦੇ ਵਿੱਚ ਲਾਰ ਹੁੰਦੀ ਹੈ। ਜਦੋਂ ਅਸੀਂ ਪਸੰਦ ਦੀ ਵਸਤੂ ਖਾਂਦੇ ਹਾਂ ਤਾਂ ਸਾਡੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ। ਹੁਣ ਆਪਣੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਨਾ, ਉਸ ਪ੍ਰੋਸੈਸ ਨੂੰ ਕਹਿੰਦੇ ਨੇ ਸੈਲੀਵੇਸ਼ਨ। ਉਹਨੂੰ ਕਹਿੰਦੇ ਨੇ ਸੈਲੀਵੇਸ਼ਨ। ਇਹ ਇੱਕ ਇਨਵੋਲੰਟਰੀ ਮਤਲਬ ਅਣਇੱਛਤ ਕਿਰਿਆ ਹੈ। ਤੇ ਜੇ ਇਹ ਪੁੱਛ ਲੈਣ ਵੀ ਇਹ ਜਿਹੜਾ ਸੈਲੀਵੇਸ਼ਨ ਹੈ ਅਣਇੱਛਤ ਕਿਰਿਆਵਾਂ ਨੂੰ ਕੰਟਰੋਲ ਕੌਣ ਕਰਦਾ, ਤੇ ਇਹਨਾਂ ਨੂੰ ਮੈਡਿਊਲਾ ਕੰਟਰੋਲ ਕਰਦਾ। ਇਹਨੂੰ ਕਹਿੰਦੇ ਨੇ ਸੈਲੀਵੇਸ਼ਨ, ਮਤਲਬ ਮੂੰਹ ਦੇ ਵਿੱਚੋਂ ਪਾਣੀ ਆ ਜਾਣਾ। ਠੀਕ ਹੈ, ਤਾਂ ਇਹਦੇ ਨਾਲ ਕੇਵਲ ਮੂੰਹ ਦਾ ਪਾਣੀ ਹੀ ਨਹੀਂ ਆਉਂਦਾ, ਸਗੋਂ ਲਾਰ ਗ੍ਰੰਥੀਆਂ ਵਿੱਚੋਂ ਨਿਕਲਣ ਵਾਲਾ ਇੱਕ ਤਰਲ ਜਿਸ ਨੂੰ ਲਾਰ ਕਹਿੰਦੇ ਨੇ, ਠੀਕ ਹੈ, ਇੱਕ ਐਂਜ਼ਾਈਮ ਹੁੰਦਾ ਹੈ ਜੋ ਭੋਜਨ ਖਾਂਦੇ ਹੋ ਉਹ ਇੱਕ ਜਟਿਲ ਰਚਨਾ, ਉਹ ਕੰਪਲੈਕਸ ਹੁੰਦਾ ਹੈ ਤੇ ਆਹਾਰ ਨਲੀ ਦੁਆਰਾ ਸੋਖਿਆ ਜਾਣਾ ਹੈ ਤਾਂ ਇਹਨੂੰ ਛੋਟੇ ਅਣੂਆਂ ਵਿੱਚ ਉਹਦਾ ਅਪਘਟਨ ਕਰਨਾ ਪੈਣਾ। ਇਹ ਕੰਮ ਜਿਹੜਾ ਹੈ ਜੈਵ ਉਤਪ੍ਰੇਰਕ ਕਰਦੇ ਨੇ, ਉਹਨੂੰ ਐਂਜ਼ਾਈਮ ਕਹਿੰਦੇ ਨੇ। ਠੀਕ ਹੈ, ਤੇ ਇਹ ਜਿਹੜਾ ਐਂਜ਼ਾਈਮ ਉਹਨੂੰ ਲਾਰ ਐਲਮਾਈਲੇਜ਼ ਕਹਿੰਦੇ ਨੇ। ਜੋ ਹੁਣ ਆਹ ਕੁਐਸਚਨ ਇੱਥੋਂ ਬਣਦਾ ਜੀ, ਆਹ ਇੰਪੋਰਟੈਂਟ ਪਾਰਟ ਹੈ, ਜਿਸ ਨੂੰ ਲਾਰ ਅਮਾਈਲੇਜ਼ ਕਹਿੰਦੇ ਹਨ, ਜੋ ਸਟਾਰਚ ਦੇ ਜਟਿਲ ਅਣੂਆਂ ਨੂੰ ਅਪਘਟਿਤ ਕਰਕੇ ਸ਼ੂਗਰ ਵਿੱਚ ਬਦਲ ਦਿੰਦਾ। ਹੁਣ ਕੁਐਸਚਨ ਇਵੇਂ ਪੁੱਛਿਆ ਜਾਵੇਗਾ, ਉਹ ਕਿਹੜਾ ਐਂਜ਼ਾਈਮ ਹੈ ਜਿਹੜਾ ਸਟਾਰਚ ਦੇ ਜਟਿਲ ਅਣੂਆਂ ਨੂੰ ਮਤਲਬ ਉਹਦੇ ਕੰਪਲੈਕਸ ਅਣੂਆਂ ਨੂੰ ਸਿੰਪਲ ਦੇ ਵਿੱਚ ਕਨਵਰਟ ਕਰਦਾ ਹੈ। ਜਾਂ ਇਵੇਂ ਵੀ ਪੁੱਛ ਲੈਂਦੇ ਨੇ ਸਟਾਰਚ ਨੂੰ ਡਾਈਜੈਸਟ ਜਿਹੜਾ ਕਰਦਾ ਉਹ ਕਿਹੜਾ ਹੁੰਦਾ ਹੈ, ਆਪਾਂ ਕੀ ਕਹਾਂਗੇ, ਸੈਲਿਵਰੀ ਅਮਾਈਲੇਜ਼। ਸੈਲਿਵਰੀ ਅਮਾਈਲੇਜ਼, ਠੀਕ ਹੈ, ਮਤਲਬ ਜਿਹੜਾ ਲਾਰ ਐਂਜ਼ਾਈਮ ਹੈ ਉਹ ਕੀ ਕਰਦਾ ਹੈ। ਉਸ ਤੋਂ ਬਾਅਦ ਜਿਹੜੀ ਭੋਜਨ ਨੂੰ ਚਪਾਉਣ ਸਮੇਂ ਜਿਹੜੀ ਆਪਣੀ ਜੀਭ ਹੈ ਉਹ ਭੋਜਨ ਨੂੰ ਲਾਰ ਨਾਲ ਚੰਗੀ ਤਰ੍ਹਾਂ ਮਿਲਾ ਦਿੰਦੀ ਹੈ ਤੇ ਭੋਜਨ ਨਲੀ ਹਰ ਭਾਗ ਵਿੱਚ ਭੋਜਨ ਦੀ ਨਿਯਮਿਤ ਰੂਪ ਵਿੱਚ ਗਤੀ ਅਤੇ ਉਸਦੇ ਸਹੀ ਢੰਗ ਨਾਲ ਹਰ ਪ੍ਰਕਿਰਿਆ ਕਰਨ ਲਈ ਜ਼ਰੂਰੀ ਹੁੰਦੀ ਹੈ। ਤੇ ਭੋਜਨ ਨਲੀ ਦੀ ਅੰਦਰਲੀ ਪਰਤ ਵਿੱਚ ਪੇਸ਼ੀਆਂ ਹੁੰਦੀਆਂ ਨੇ ਜੋ ਇਕਸਾਰਤਾ ਨਾਲ ਸੁੰਗੜਦੀਆਂ ਰਹਿੰਦੀਆਂ ਹਨ ਤਾਂ ਜੋ ਭੋਜਨ ਨੂੰ ਅੱਗੇ ਨਾਲ ਧੱਕਿਆ ਜਾ ਸਕੇ ਅਤੇ ਇਹ ਅੰਦਰ ਸੁੰਗੜਨ ਕਿਰਿਆਵਾਂ ਰਾਹੀਂ ਭੋਜਨ ਨਲੀ ਵਿੱਚ ਹੁੰਦੀ ਹੈ ਤੇ ਇਸ ਮੂਵਮੈਂਟ ਨੂੰ ਪੈਰੀਸਟੈਲਿਕ ਮੂਵਮੈਂਟ ਕਹਿੰਦੇ ਨੇ। ਇਸ ਮੂਵਮੈਂਟ ਨੂੰ ਪੈਰੀਸਟੈਲਿਕ ਮੂਵਮੈਂਟ ਕਹਿੰਦੇ ਨੇ। ਜੇ ਪੁੱਛ ਲੈਣ ਬਈ ਕਿਹਦੇ ਥਰੂ ਆਪਣਾ ਫੂਡ ਅੱਗੇ ਮੂਵ ਕਰਦਾ ਤਾਂ ਉਹ ਪੈਰੀਸਟੈਲਿਕ ਮੂਵਮੈਂਟ ਦੇ ਥਰੂ। ਠੀਕ ਹੈ, ਮੂੰਹ ਤੋਂ ਮੈਦੇ ਤੱਕ ਜਿਹੜਾ ਭੋਜਨ ਹੈ ਉਹ ਇੱਕ ਭੋਜਨ ਨਲੀ ਜਾਂ ਈਸੋਫੈਗਸ ਰਾਹੀਂ ਲਿਜਾਇਆ ਜਾਂਦਾ ਹੈ। ਮੈਦਾ ਇੱਕ ਵੱਡਾ ਅੰਗ ਹੈ ਜੋ ਭੋਜਨ ਔਲ ਤੇ ਫੈਲ ਜਾਂਦਾ ਹੈ। ਮੈਦਾ ਮਤਲਬ ਆਪਣਾ ਸਟਮਕ। ਜੇ ਪੁੱਛ ਲੈਣ ਸਟਮਕ ਕਿਹੜੀ ਸ਼ੇਪ ਦਾ ਹੁੰਦਾ ਤਾਂ ਤੁਸੀਂ ਲਿਖਣਾ ਇਹ ਜੇ ਸ਼ੇਪ ਦਾ ਹੁੰਦਾ ਹੈ। ਠੀਕ ਹੈ, ਤੇ ਮੈਦੇ ਦੀਆਂ ਪੇਸ਼ੀਆਂ ਅੰਦਰਲੇ ਭੋਜਨ ਨੂੰ ਹੋਰ ਪਾਚਕ ਰਸਾਂ ਵਿੱਚ ਮਿਲਾਉਣ ਵਿੱਚ ਮਦਦ ਕਰਦੇ ਨੇ। ਇਹਦੇ ਵਿੱਚ ਹੋਰ ਪਾਚਕ ਰਸ, ਹੋਰ ਐਂਜ਼ਾਈਮ ਹੁੰਦੇ ਨੇ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਇਹ ਹਾਈਡਰੋਕਲੋਰਿਕ ਐਸਿਡ ਇੱਕ ਪ੍ਰੋਟੀਨ ਪਾਚਕ ਐਂਜ਼ਾਈਮ ਪੈਪਸਿਨ ਅਤੇ ਮਿਊਕਸ ਛੱਡਦੀਆਂ ਹਨ। ਇਹ ਇੱਕ ਐਂਜ਼ਾਈਮ ਹੁਣ ਆਪਣੇ ਸਟਮਕ ਦੇ ਵਿੱਚ ਕੀ ਹੁੰਦਾ ਹੈ, ਇੱਕ ਤਾਂ ਹਾਈਡਰੋਕਲੋਰਿਕ, ਆਪਣੇ ਪੇਟ ਦੇ ਵਿੱਚ HCl ਐਸਿਡ ਹੁੰਦਾ ਤੇਜ਼ਾਬ, ਇੱਕ ਪ੍ਰੋਟੀਨ ਪਾਚਕ ਐਂਜ਼ਾਈਮ ਪੈਪਸਿਨ। ਹੁਣ ਆਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਵੀ ਆਪਣੇ ਸਟਮਕ ਦੇ ਵਿੱਚ, ਆਪਣੇ ਮਿਹਦੇ ਦੇ ਵਿੱਚ ਪ੍ਰੋਟੀਨ ਦਾ ਜਿਹੜਾ ਡਾਈਜੈਸ਼ਨ ਉਹ ਕੌਣ ਕਰਦਾ ਹੈ, ਪੈਪਸਿਨ ਕਰਦਾ ਹੈ। ਤੇ ਮਿਊਕਸ ਦੀ ਇੱਕ ਲੇਅਰ ਹੁੰਦੀ ਹੈ, ਇੱਕ ਹੁੰਦਾ ਹੈ ਪੈਪਸਿਨ ਤੇ ਇੱਕ ਮਿਊਕਸ ਦੀ ਲੇਅਰ ਹੁੰਦੀ ਹੈ। ਮਿਊਕਸ ਕੀ ਕਰਦੀ ਹੈ, ਇਸ HCl ਤੋਂ ਆਪਾਂ ਨੂੰ ਬਚਾ ਕੇ ਰੱਖਦੀ ਹੈ ਤੇ ਪੈਪਸਿਨ ਕੀ ਕਰਦਾ ਹੈ, P ਫॉर ਪੈਪਸਿਨ ਤੇ P ਫॉर ਪ੍ਰੋਟੀਨ। ਇਹ ਪ੍ਰੋਟੀਨ ਦਾ ਜਿਹੜਾ ਡਾਈਜੈਸ਼ਨ ਕਰਵਾਉਣ ਵਿੱਚ ਹੈਲਪ ਕਰਦਾ, ਪ੍ਰੋਟੀਨ ਦੀ ਡਾਈਜੈਸ਼ਨ ਕਰਵਾਉਣ ਵਿੱਚ ਹੈਲਪ ਕਰਦਾ। ਠੀਕ ਹੈ, ਜਿਹੜਾ ਪੈਪਸਿਨ ਐਂਜ਼ਾਈਮ ਹੈ ਉਹ ਤੇਜ਼ਾਬੀ ਮਾਧਿਅਮ ਦੇ ਵਿੱਚ ਕੰਮ ਕਰ ਸਕਦਾ ਹੈ ਤਾਂ ਹਾਈਡਰੋਕਲੋਰਿਕ ਐਸਿਡ ਜਿਹੜਾ ਹੈ ਉਸ ਪੈਪਸਿਨ ਨੂੰ ਇੱਕ ਤੇਜ਼ਾਬੀ ਮਾਧਿਅਮ ਪ੍ਰੋਵਾਈਡ ਕਰਵਾਉਂਦਾ ਹੈ। ਤੇ ਜੇ ਸਧਾਰਨ ਪ੍ਰਸਥਿਤੀ ਵਿੱਚ ਮਿਊਕਸ ਜਿਹੜੀ ਮੈਦੇ ਦੀ ਅੰਦਰਲੀ ਸਤ੍ਹਾ ਦੀ ਤੇਜ਼ਾਬ ਤੋਂ ਰੱਖਿਆ ਕਰਦਾ ਹੈ ਤੇ ਬਹੁਤ ਸਾਰੇ ਵਿਅਕਤੀ ਨੂੰ ਜੇ ਐਸਿਡਿਟੀ ਜਾਂ ਤੇਜ਼ਾਬੀਪਣ ਦੀ ਸ਼ਿਕਾਇਤ ਹੋ ਜਾਂਦੀ ਹੈ ਤਾਂ ਉਹ ਉਹਦਾ ਮਤਲਬ ਉਹਨਾਂ ਦੇ ਸਰੀਰ ਦੇ ਵਿੱਚ, ਸਟਮਕ ਦੇ ਵਿੱਚ HCl ਜ਼ਿਆਦਾ ਰਿਲੀਜ਼ ਹੋ ਚੁੱਕਿਆ। ਠੀਕ ਹੈ, ਉਸ ਤੋਂ ਬਾਅਦ ਹੈ ਮੈਦੇ ਤੋਂ ਜਿਹੜਾ ਭੋਜਨ ਹੈ ਉਹ ਛੋਟੀ ਅੰਦਰ ਵਿੱਚ ਪ੍ਰਵੇਸ਼ ਕਰਦਾ ਹੈ। ਮੈਦੇ ਤੋਂ ਜਿਹੜਾ ਫੂਡ ਉਹ ਛੋਟੀ ਅੰਦਰ ਵਿੱਚ ਜਾਂਦਾ ਹੈ ਤੇ ਭੋਜਨ ਦਾ ਥੋੜੀ ਮਾਤਰਾ ਵਿੱਚ ਅੰਤਰ ਪ੍ਰਵੇਸ਼ ਅਪਰੋਧਨੀ ਯਾਨੀ ਕਿ ਸਟੋਫੀਜ਼ ਨਾਮ ਦੀ ਮਾਸਪੇਸ਼ੀ ਦੁਆਰਾ ਨਿਯੰਤਰਣ ਹੁੰਦਾ ਹੈ। ਠੀਕ ਹੈ, ਇਹ ਪੁੱਛ ਲਿਆ ਜਾ ਸਕਦਾ ਹੈ ਵੀ ਸਟੋਫੀਜ਼ ਕੀ ਹੁੰਦੀ ਹੈ, ਇੱਕ
ਮਾਸਪੇਸ਼ੀ ਹੁੰਦੀ ਹੈ। ਇਹ ਕੀ ਕੰਮ ਕਰਦੀ ਹੈ, ਇਹ ਮਤਲਬ ਜਿਹੜਾ ਸਟਮਕ ਹੁੰਦਾ ਨਾ, ਸਟਮਕ ਆਪਣਾ ਵੱਡੇ ਸਾਈਜ਼ ਦਾ ਹੁੰਦਾ ਤੇ ਸਟਮਕ ਤੋਂ ਜਿਹੜੀ ਆਪਣੀ ਫੂਡ ਪਾਈਪ ਹੈ, ਉਹ ਸੌਰੀ ਸਮਾਲ ਇੰਟੈਸਟਾਈਨ ਹੈ, ਉਹ ਅੱਗੇ ਬੜੀ ਬਰੀਕ ਹੁੰਦੀ ਹੈ। ਸਟਮਕ ਵੱਡਾ ਹੁੰਦਾ ਤੇ ਉਹ ਬਰੀਕ ਹੁੰਦੀ ਛੋਟੀ ਅੰਦਰ, ਤਾਂ ਉਹਦੇ ਵਿੱਚੋਂ ਭੋਜਨ ਜਿਹੜਾ ਉਹ ਆਰਾਮ ਨਾਲ ਮੂਵ ਕਰੇ, ਤਾਂ ਇਹ ਉਸ ਚੀਜ਼ ਦਾ ਧਿਆਨ ਰੱਖਿਆ ਜਾਂਦਾ। ਠੀਕ ਹੈ, ਉਹਦੇ ਵਿੱਚੋਂ ਬਈ ਆਰਾਮ ਨਾਲ ਭੋਜਨ ਜਾਵੇ, ਤਾਂ ਉਹ ਕੌਣ ਕੰਟਰੋਲ ਕਰਦਾ ਹੈ, ਸਟੋਕਿਸ। ਤੇ ਛੋਟੀ ਅੰਦਰ ਭੋਜਨ ਨਲੀ ਦਾ ਸਭ ਤੋਂ ਲੰਬਾ ਭਾਗ ਹੈ, ਬਹੁਤ ਕੁੰਡਲਦਾਰ ਹੋਣ ਕਰਕੇ ਥੋੜੀ ਥਾਂ ਵਿੱਚ ਹੁੰਦੀ ਹੈ, ਤੇ ਜਿਹੜੀ ਲੰਬਾਈ ਹੈ ਉਹ ਅਲੱਗ-ਅਲੱਗ ਜੰਤੂਆਂ ਵਾਸਤੇ ਅਲੱਗ-ਅਲੱਗ ਹੁੰਦੀ ਹੈ। ਹਿਊਮਨ ਬੀਇੰਗਸ ਦੇ ਵਿੱਚ ਜਿਹੜੀ ਇਹਦੀ ਲੰਬਾਈ ਹੈ 6 ਤੋਂ 7 ਮੀਟਰ ਹੁੰਦੀ ਹੈ, ਤੇ ਜਿਹੜੇ ਰਿਊਮੀਨੈਂਟ ਨੇ, ਘਾਹ ਖਾਣ ਵਾਲੇ, ਉਹਨਾਂ ਨੂੰ ਸੈਲੂਲੋਜ਼ ਪਹੁੰਚਾਉਣਾ ਹੁੰਦਾ ਹੈ। ਠੀਕ ਹੈ, ਆਪਾਂ ਕੀ ਕਰਦੇ ਹਾਂ, ਆਪਾਂ ਗਲੂਕੋਜ਼ ਖਾਂਦੇ ਹਾਂ। ਆਪਣਾ ਜਿਹੜਾ ਸਰੀਰ ਤੇ ਆਪਣੇ ਜਿਹੜੇ ਐਂਜ਼ਾਈਮ ਨੇ ਉਹ ਗਲੂਕੋਜ਼ ਨੂੰ ਡਾਈਜੈਸਟ ਕਰ ਸਕਦੇ ਨੇ, ਤੇ ਜਿਹੜੇ ਘਾਹ ਖਾਣ ਵਾਲੇ ਹੁੰਦੇ ਨੇ, ਜਿਵੇਂ ਪੱਠੇ ਵਗੈਰਾ ਖਾਂਦੇ ਨੇ, ਉਹਨਾਂ ਨੂੰ ਸੈਲੂਲੋਜ਼ ਨੂੰ ਪਹੁੰਚਾਉਣਾ ਪੈਂਦਾ ਹੈ। ਸੈਲੂਲੋਜ਼ ਨੂੰ ਪਹੁੰਚਾਉਣ ਵਾਸਤੇ ਜਿਹੜੀ ਹੈ ਛੋਟੀ ਆਂਦਰ ਦੀ ਹੋਰ ਜ਼ਿਆਦਾ ਲੰਬਾਈ ਦੀ ਲੋੜ ਹੁੰਦੀ ਹੈ। ਠੀਕ ਹੈ, ਜਿਹੜਾ ਮਾਸ ਹੈ ਉਹਨਾਂ ਦਾ ਪਾਚਨ ਸਰਲ ਹੋ ਜਾਂਦਾ ਹੈ, ਉਹਨਾਂ ਵਾਸਤੇ ਸਮਾਲ ਇੰਟੈਸਟਾਈਨ ਬੜੀ ਛੋਟੀ ਹੁੰਦੀ ਹੈ। ਰਾਜੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਵੀ ਜਿਹੜੇ ਹਰਬੀਵੋਰਸ, ਆਪਾਂ 3 ਤਰ੍ਹਾਂ ਦੇ ਪੜ੍ਹੇ ਨੇ, ਜਿਹੜੇ ਹਰਬੀਵੋਰਸ ਨੇ ਉਹਨਾਂ ਦੀ ਜਿਹੜੀ ਸਮਾਲ ਇੰਟੈਸਟਾਈਨ ਹੈ, ਯਾਨੀ ਛੋਟੀ ਅੰਦਰ, ਠੀਕ ਹੈ, ਉਹ ਬਹੁਤ ਲੰਬੀ ਹੁੰਦੀ ਹੈ। ਤੇ ਜਿਹੜੇ ਓਮਨੀਵੋਰਸ ਮਤਲਬ ਕਾਰਨੀਵੋਰਸ ਹੁੰਦੇ ਨੇ, ਉਹਨਾਂ ਦੀ ਕੀ ਹੁੰਦੀ ਹੈ, ਬਹੁਤ ਛੋਟੀ ਹੁੰਦੀ ਹੈ, ਕਿਉਂਕਿ ਮਾਸ ਨੂੰ ਡਾਈਜੈਸਟ ਕਰਨਾ ਔਖਾ ਨਹੀਂ ਹੁੰਦਾ। ਠੀਕ ਹੈ, ਆਪਣੀ ਹਿਊਮਨ ਬੀਇੰਗਸ ਦੀ ਇੰਟਰਮੀਡੀਏਟ ਹੁੰਦੀ ਹੈ, ਹਿਊਮਨਸ ਦੀ ਇੰਟਰਮੀਡੀਏਟ ਹੁੰਦੀ ਹੈ। ਠੀਕ ਹੈ ਜੀ, ਇੱਥੋਂ ਵੀ ਕੁਐਸਚਨ ਬਣਾਇਆ ਜਾ ਸਕਦਾ ਹੈ, ਤਾਂ ਥੋੜਾ ਜਿਹਾ ਧਿਆਨ ਦੇਣਾ ਹੈ ਇਸ ਤੇ। ਹੁਣ ਛੋਟੀ ਆਂਦਰ ਦੇ ਵਿੱਚ ਕੀ ਹੁੰਦਾ ਹੈ, ਛੋਟੀ ਆਂਦਰ ਉਹ ਜਗ੍ਹਾ ਹੈ ਜਿੱਥੇ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ ਦਾ ਪੂਰਨ ਪਾਚਨ। ਹੁਣ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਹੈ ਵੀ ਉਹ ਕਿਹੜੀ ਥਾਂ ਹੈ ਜਿੱਥੇ ਆਪਣਾ ਫੂਡ ਦਾ ਕੰਪਲੀਟ ਡਾਈਜੈਸ਼ਨ ਹੁੰਦੀ ਹੈ। ਠੀਕ ਹੈ, ਸਾਈਟ ਆਫ ਕੰਪਲੀਟ ਡਾਈਜੈਸ਼ਨ, ਸਾਈਟ ਆਫ ਕੰਪਲੀਟ ਡਾਈਜੈਸ਼ਨ, ਕੰਪਲੀਟ ਡਾਈਜੈਸ਼ਨ ਦਾ ਸਥਾਨ ਕਿਹੜਾ ਹੈ, ਸਮਾਲ ਇੰਟੈਸਟਾਈਨ। ਠੀਕ ਹੈ, ਇਸ ਕਾਰਜ ਲਈ ਆਪਣਾ ਜਿਹੜਾ ਜਿਗਰ ਹੈ ਤੇ ਆਪਣਾ ਜਿਹੜਾ ਪੈਨਕਰੀਆ ਹੈ, ਉਹਦੇ ਤੋਂ ਆਪਣਾ ਜਿਹੜਾ ਲੀਵਰ ਹੈ, ਉਹਦੇ ਤੋਂ ਇੱਕ ਐਂਜ਼ਾਈਮ ਆਉਂਦਾ ਹੈ। ਠੀਕ ਹੈ, ਜਿਹੜਾ ਆਪਣੇ ਮਿਹਦੇ ਤੋਂ ਆਉਣ ਵਾਲਾ ਭੋਜਨ ਹੈ ਉਹ ਐਸਿਡਿਕ ਹੁੰਦਾ ਹੈ, ਕਿਉਂਕਿ ਉਹਦੇ ਵਿੱਚ HCl ਰਲਿਆ ਹੁੰਦਾ ਹੈ, ਤੇ ਜਿਹੜੇ ਲੁੱਬਾ ਹੈ ਆਪਣਾ, ਉਹਦੇ ਜਿਹੜੇ ਐਂਜ਼ਾਈਮ ਦੀ ਕਿਰਿਆ ਕਰਕੇ ਪਹਿਲਾਂ ਉਹਨੂੰ ਖਾਰੀ ਬਣਾਇਆ ਜਾਂਦਾ ਹੈ, ਉਸ ਫੂਡ ਨੂੰ ਖਾਰੀ ਬਣਾਇਆ ਜਾਂਦਾ। ਠੀਕ ਹੈ, ਤੇ ਜਿਗਰ ਤੋਂ ਮਤਲਬ ਆਪਣੇ ਜਿਹੜੇ ਲਿਵਰ ਤੋਂ ਆਉਣ ਵਾਲਾ ਜਿਹੜਾ ਬਾਈਲ ਜੂਸ ਹੈ ਉਹ ਇਸ ਕੰਮ ਨੂੰ ਕਰਦਾ ਹੈ। ਜਿਹੜਾ ਲਿਵਰ ਤੋਂ ਆਉਣ ਵਾਲਾ ਜਿਹੜਾ ਪਿੱਤਰ ਰਸ, ਜਿਹੜਾ ਬਾਈਲ ਜੂਸ ਹੈ, ਉਹ ਕੀ ਕਰਦਾ ਹੈ, ਇੱਕ ਤਾਂ ਇਹ ਕਾਰਜ ਕਰਦਾ ਹੈ, ਦੂਜਾ ਫੈਟ ਨੂੰ ਡਾਈਜੈਸਟ ਕਰਦਾ ਹੈ। ਜਿਹੜੀ ਚਰਬੀ ਹੁੰਦੀ, ਫੈਟ ਨੂੰ ਡਾਈਜੈਸਟ ਕੌਣ ਕਰਾਉਂਦਾ ਹੈ, ਬਾਈਲ ਜੂਸ। ਫੈਟ ਨੂੰ ਡਾਈਜੈਸਟ ਕੌਣ ਕਰਵਾਉਂਦਾ ਹੈ, ਬਾਈਲ ਜੂਸ। ਤੇ ਛੋਟੀ ਆਂਦਰ ਵਿੱਚ ਚਰਬੀ ਵੱਡੀਆਂ ਵੱਡੀਆਂ ਗੋਲੀਆਂ ਦੇ ਰੂਪ ਵਿੱਚ ਹੁੰਦੀ ਹੈ, ਜਿਸ ਕਾਰਨ ਐਂਜ਼ਾਈਮ ਉੱਪਰ ਕਿਰਿਆ ਕਰਨੀ ਕਠਿਨ ਹੁੰਦੀ ਹੈ, ਤਾਂ ਜਿਹੜਾ ਆਪਣਾ ਬਾਈਲ ਜੂਸ ਹੈ ਉਹਨਾਂ ਨੂੰ ਤੋੜ ਕੇ ਛੋਟੀਆਂ ਗੋਲੀਆਂ ਵਿੱਚ ਪਰਿਵਰਤਿਤ ਕਰ ਦਿੰਦਾ ਹੈ। ਜਿੰਨਾ ਛੋਟਾ ਹੋਏਗਾ ਉਹਨਾਂ ਐਂਜ਼ਾਈਮ ਦੀ ਕਾਰਜਸ਼ੀਲਤਾ ਵਧੇਗੀ, ਜੇ ਕਾਰਜਸ਼ੀਲਤਾ ਵਧੇਗੀ ਤਾਂ ਉਹ ਐਮਲਸੀਫਿਕੇਸ਼ਨ ਵਾਲੇ ਪ੍ਰੋਸੈਸ ਦੇ ਹਿਸਾਬ ਨਾਲ ਹੁੰਦਾ ਹੈ। ਠੀਕ ਹੈ, ਤੇ ਜਿਹੜੀ ਪੈਨਕਰੀਆ ਉਹਦੇ ਵਿੱਚ ਪੈਨਕਰੀਏਟਿਕ ਜੂਸ ਛੱਡਦੀ ਹੈ, ਤੇ ਜਿਹੜੀ ਪੈਨਕਰੀਏਟਿਕ ਜੂਸ ਹੈ ਉਹਦੇ ਵਿੱਚ ਕੀ ਹੁੰਦਾ ਹੈ, ਪ੍ਰੋਟੀਨ ਦੇ ਐਂਜ਼ਾਈਮ ਲਈ ਟ੍ਰਿਪਸਿਨ ਹੁੰਦਾ ਹੈ। ਹੁਣ ਆਪਾਂ ਪ੍ਰੋਟੀਨ ਦੇ ਐਂਜ਼ਾਈਮ ਵਾਸਤੇ 2 ਤਰ੍ਹਾਂ ਦੇ ਐਂਜ਼ਾਈਮ ਪੜ੍ਹ ਚੁੱਕੇ ਹਾਂ, ਇੱਕ ਪੈਪਸਿਨ ਤੇ ਦੂਜਾ ਆਪਾਂ ਪੜ੍ਹ ਚੁੱਕੇ ਹਾਂ ਟ੍ਰਿਪਸਿਨ। ਪੈਪਸਿਨ ਜਿਹੜਾ ਹੁੰਦਾ ਹੈ ਸਟਮਕ ਵਿੱਚ ਹੁੰਦਾ, ਆਹ ਉਹਦੇ ਵਿੱਚ ਹੁੰਦਾ ਪੈਨਕਰੀਏਟਿਕ ਜੂਸ, ਆਹ ਕਿਹਦੇ ਚ ਹੁੰਦਾ, ਪੈਨਕਰੀਏਟਿਕ ਜੂਸ। ਠੀਕ ਹੈ, ਤੇ ਚਰਬੀ ਦੇ ਪਾਚਨ ਲਈ ਲਾਈਪੇਜ਼ ਹੁੰਦਾ, ਜਿਹੜਾ ਫੈਟ ਨੂੰ ਡਾਈਜੈਸਟ ਕਰਵਾਉਂਦਾ ਉਹ ਕਿਹੜਾ ਹੁੰਦਾ, ਲਾਈਪੇਜ਼ ਹੁੰਦਾ। ਤੇ ਛੋਟੀ ਆਂਦਰ ਦੀ ਜਿਹੜੀ ਕੰਧਾਂ ਹੁੰਦੀਆਂ ਨੇ ਉਹਦੇ ਵਿੱਚ ਫਿਰ ਅੱਗੇ ਗਲੈਂਡਸ ਹੁੰਦੀਆਂ ਨੇ ਜਿਹੜੀਆਂ ਅੰਦਰ ਜੂਸ ਸਿਕਰੇਟ ਕਰਦੀਆਂ ਨੇ, ਤੇ ਇਸ ਵਿੱਚ ਮੌਜੂਦ ਇਹਦੇ ਵਿੱਚ ਜਿਹੜੇ ਐਂਜ਼ਾਈਮ ਨੇ ਉਹ ਪ੍ਰੋਟੀਨ ਨੂੰ ਅਮਾਈਨੋ ਐਸਿਡ ਦੇ ਵਿੱਚ, ਕਾਰਬੋਹਾਈਡਰੇਟ ਨੂੰ ਗਲੂਕੋਜ਼ ਦੇ ਵਿੱਚ, ਤੇ ਫੈਟ ਨੂੰ ਫੈਟੀ ਐਸਿਡ ਤੇ ਗਲਿਸਰੋਲ ਵਿੱਚ ਬਦਲ ਦਿੰਦੇ ਨੇ, ਫੈਟ ਨੂੰ
ਗਲਿਸਰੋਲ ਵਿੱਚ ਬਦਲਣੀਆਂ। ਹਾਂਜੀ, ਆਪਾਂ ਕਿਹੜੇ ਪ੍ਰੋਟੀਨ ਦੀ ਡਾਈਜੈਸ਼ਨ ਕੌਣ ਕਰਵਾਉਂਦੇ ਨੇ? ਪੈਪਸਿਨ ਤੇ ਟ੍ਰਿਪਸਿਨ। ਪੈਪਸਿਨ ਸਟਮਕ ਵਿੱਚ ਕਰਵਾਉਂਦਾ ਤੇ ਇਹ ਹਮੇਸ਼ਾ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ ਕੰਮ ਕਰ ਸਕਦਾ ਤੇ ਟ੍ਰਿਪਸਿਨ ਜਿਹੜਾ ਹੈ ਉਹ ਕੀ ਕਰਾਉਂਦਾ? ਪੈਨਕ੍ਰੀਏਟਿਕ ਜੂਸ ਦੇ ਵਿੱਚ ਹੁੰਦਾ ਤੇ ਉਹ ਕਿੱਥੋਂ ਰਿਲੀਜ਼ ਹੁੰਦਾ? ਪੈਨਕ੍ਰੀਆਸ ਤੋਂ। ਫੈਟ ਦੀ ਵਾਸਤੇ ਲਾਈਪੇਜ਼, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਭੋਜਨ ਆਪਣੇ ਸਰੀਰ ਦੇ ਵਿੱਚ ਪਚ ਜਾਂਦਾ ਹੈ ਉਹਨੂੰ ਭੋਜਨ ਦੇ ਵਿੱਚ ਜਿਹੜੀ ਮਤਲਬ ਭੋਜਨ ਨਲੀ ਦੇ ਨਾਲ ਅਗਰ ਜਿਹੜੀ ਛੋਟੀ ਅੰਦਰ ਹੈ ਉਹਦੇ ਅੰਦਰ ਉਂਗਲੀਆਂ ਵਰਗੀਆਂ ਛੋਟੀਆਂ ਰਚਨਾਵਾਂ ਜਿਹਨਾਂ ਨੂੰ ਕਹਿੰਦੇ ਨੇ ਵਿਲੀ। ਆਹ ਮੋਸਟ ਇੰਪੋਰਟੈਂਟ ਕੁਐਸਚਨ। ਵਿਲੀ ਕੀ ਹੁੰਦੀ ਹੈ? ਛੋਟੀ ਅੰਦਰ ਦੇ ਵਿੱਚ ਛੋਟੀ ਰਚਨਾਵਾਂ ਹੁੰਦੀਆਂ ਨੇ ਜਿਹੜੀਆਂ ਭੋਜਨ ਨੂੰ ਸੋਖਣ ਦਾ ਜਾਂ ਮਤਲਬ ਭੋਜਨ ਦੇ ਵਿੱਚ ਨਿਊਟ੍ਰੀਸ਼ਨ ਨੂੰ ਐਬਜ਼ੌਰਬ ਕਰਨ ਦਾ ਕੰਮ ਕਰਦੇ ਨੇ। ਇਹਦੇ ਵਿੱਚ ਇਹ ਕੀ ਹੈ? ਸਤ੍ਹਾ ਦਾ ਖੇਤਰ ਵਧਾ ਦਿੰਦੀਆਂ ਨੇ ਜਿਹਦੇ ਕਰਕੇ ਫੂਡ ਐਬਜ਼ੌਰਬ ਹੋ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਅਣਪਚਿਆ ਭੋਜਨ ਹੈ ਉਹ ਵੱਡੀ ਆਂਦਰ ਵਿੱਚ ਭੇਜ ਦਿੱਤਾ ਜਾਂਦਾ ਹੈ। ਵੱਡੀ ਆਂਦਰ ਦੇ ਵਿੱਚ ਮੇਨਲੀ ਕੀ ਹੁੰਦਾ? ਵਾਟਰ ਐਬਜ਼ੌਰਬ ਹੁੰਦੇ ਨੇ ਤੇ ਬਾਕੀ ਜਿਹੜਾ ਗੁੱਦਾ ਦਵਾਰ ਰਾਹੀਂ ਸਰੀਰ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਤੇ ਹੁਣ ਇਹ ਰਾਜੇ ਦੋ ਚੀਜ਼ਾਂ ਹੁੰਦੀਆਂ ਨੇ, ਇਹ ਐਨਸ ਦੇ ਥਰੂ ਬਾਹਰ ਕੱਢਿਆ ਜਾਂਦਾ, ਐਨਸ ਦੇ ਥਰੂ ਬਾਹਰ ਕੱਢਿਆ ਜਾਂਦਾ ਹੈ ਤੇ ਜਿਹੜੀ ਗੁੱਦਾ ਅਵਰੋਧਨੀ ਐਨਸ ਸਪਿੰਕਚਰ ਹੈ ਉਹ ਉਹਨੂੰ ਕੰਟਰੋਲ ਕਰਦੀ ਹੈ, ਉਹ ਉਹਨੂੰ ਕੰਟਰੋਲ ਕਰਦੀ। ਜੇ ਇਹ ਪੁੱਛ ਲੈ ਨਾ ਵੀ ਆਪਣੇ ਸਰੀਰ ਦੇ ਵਿੱਚੋਂ ਬਾਹਰ ਕਿਹਦੇ ਥਰੂ ਕੱਢਿਆ ਜਾਂਦਾ ਹੈ, ਉਹ ਐਨਸ ਦੇ ਥਰੂ ਕੱਢਿਆ ਜਾਂਦਾ ਹੈ, ਗੁੱਦਾ ਦੇ ਥਰੂ ਬਾਹਰ ਕੱਢਿਆ ਜਾਂਦਾ ਹੈ। ਜੇ ਇਹ ਪੁੱਛਣ ਵੀ ਉਹਨੂੰ ਕੰਟਰੋਲ ਕੌਣ ਕਰਦਾ ਤਾਂ ਉਹਨੂੰ ਕੰਟਰੋਲ ਕਰਦਾ ਐਨਸ ਸਪਿੰਕਚਰ। ਉਹਨੂੰ ਕੰਟਰੋਲ ਕੌਣ ਕਰਦਾ? ਐਨਸ ਸਪਿੰਕਚਰ। ਹਾਂਜੀ, ਕਲੀਅਰ ਹੈ। ਉਸ ਤੋਂ ਬਾਅਦ ਦੰਦ ਸੜਨ ਦਾ ਕੀ ਪ੍ਰੋਸੀਜਰ ਹੁੰਦਾ? ਤਾਂ ਦੰਦ ਸੜਨ ਜਾਂ ਆਪਣੇ ਨੂੰ ਪਤਾ ਜਿਹੜੇ ਆਪਣੇ ਦੰਦ ਨੇ ਉਹ ਕੈਲਸ਼ੀਅਮ ਦੇ ਬਣੇ ਹੁੰਦੇ ਨੇ, ਠੀਕ ਹੈ। ਉੱਤੇ ਇਨੈਮਲ ਦੀ ਲੇਅਰ ਹੁੰਦੀ ਹੈ ਤੇ ਕੈਲਸ਼ੀਅਮ ਇੱਕ ਕੀ ਹੁੰਦਾ? ਇੱਕ ਮੈਟਲ ਦਾ ਕੰਪਾਊਂਡ ਹੈ ਤੇ ਮੈਟਲ ਦੇ ਜਿਹੜੇ ਕੰਪਾਊਂਡ ਨੇ ਉਹ ਕੀ ਹੁੰਦੇ ਨੇ? ਬੇਸਿਕ ਹੁੰਦੇ ਨੇ, ਮਤਲਬ ਖਾਰ ਹੁੰਦੇ ਨੇ, ਠੀਕ ਹੈ। ਤੇ ਜਦੋਂ ਆਪਾਂ ਜੋ ਵੀ ਫੂਡ ਖਾਂਦੇ ਆ ਤਾਂ ਉਹ ਜਦੋਂ ਉਹਦੀ ਡਾਈਜੈਸ਼ਨ ਹੋਣੀ ਸ਼ੁਰੂ ਹੁੰਦੀ ਨਾ ਤਾਂ ਉਹ ਇੱਕ ਤੇਜ਼ਾਬ ਬਣਾਉਂਦੇ ਨੇ। ਆਹ ਤੇਜ਼ਾਬ ਇਸ ਖਾਰ ਨਾਲ ਕਿਰਿਆ ਕਰਕੇ ਉਦਾਸੀਨੀਕਰਨ ਕਰ ਦਿੰਦਾ ਜਿਹਦੇ ਨਾਲ ਆਪਣੇ ਦੰਦ ਖਰਾਬ ਹੋ ਜਾਂਦੇ। ਤਾਂ ਇਸ ਕਰਕੇ ਜਦੋਂ ਵੀ ਆਪਾਂ ਰੋਟੀ ਖਾਂਦੇ ਹਾਂ ਤਾਂ ਆਪਾਂ ਨੂੰ ਉਸ ਤੋਂ ਬਾਅਦ ਬਰਸ਼ ਕਰਨਾ ਚਾਹੀਦਾ ਹੈ ਜਾਂ ਫਿਰ ਪਾਣੀ ਨਾਲ ਮੂੰਹ ਜ਼ਰੂਰ ਸਾਫ਼ ਕਰਨਾ ਚਾਹੀਦਾ, ਉਹਦੇ ਨਾਲ ਆਪਣੇ ਦੰਦ ਜਿਹੜੇ ਨੇ ਉਹ ਖਰਾਬ ਨਹੀਂ ਹੁੰਦੇ। ਤਾਂ ਇਹ ਸੀ ਆਪਣਾ ਡਾਈਜੈਸਟਿਵ ਸਿਸਟਮ, ਠੀਕ ਹੈ ਜੀ। ਉਸ ਤੋਂ ਬਾਅਦ ਨੇ ਆਪਣਾ ਰੈਸਪੀਰੇਟਰੀ। ਇਹ ਥੋੜਾ ਜਿਹਾ ਲੈਂਥੀ ਪਾਰਟ ਸੀ, ਅਗਲੇ ਵਾਲੇ ਪਾਰਟ ਜਿਹੜੇ ਨੇ ਥੋੜੇ ਈਜ਼ੀ ਹੋਣਗੇ। ਰੈਸਪੀਰੇਟਰੀ ਹੁਣ ਕੀ ਹੁੰਦਾ? ਜੋ ਆਪਾਂ ਫੂਡ ਆਪਣੇ ਅੰਦਰ ਚਲਾ ਗਿਆ ਉਹ ਫੂਡ ਉਹ ਜਿਹੜਾ ਗਲੂਕੋਜ਼ ਆਪਣੇ ਸਰੀਰ ਦੇ ਵਿੱਚ ਚਲਾ ਗਿਆ ਉਹਨੇ ਆਕਸੀਜਨ ਦੀ ਮੌਜੂਦਗੀ ਦੇ ਵਿੱਚ ਬਲਣਾ ਹੈ, ਠੀਕ ਹੈ। ਕਾਰਬਨ ਡਾਈਆਕਸਾਈਡ ਤੇ ਵਾਟਰ ਤੇ એનર્ਜੀ ਬਾਹਰ ਦੇਣੀ ਹੈ, ਠੀਕ ਹੈ। ਤਾਂ ਉਹਨੂੰ ਆਕਸੀਜਨ ਚਾਹੀਦੀ ਹੈ। ਹੁਣ ਆਕਸੀਜਨ ਸਾਰੇ ਸਰੀਰ ਨੂੰ ਚਾਹੀਦੀ ਹੈ ਤੇ ਸਾਰੇ ਦੇ ਸਾਰੇ ਸਰੀਰ ਦੇ ਵਿੱਚ ਸਾਰੇ ਦੇ ਸਾਰੇ ਸੈੱਲ ਹੁੰਦੇ ਨੇ ਤੇ ਇੱਕ ਇੱਕ ਸੈੱਲ ਨੂੰ ਆਕਸੀਜਨ ਚਾਹੀਦੀ ਹੈ। ਤਾਂ ਉਹਦੇ ਵਾਸਤੇ ਸਰੀਰ ਦੇ ਵਿੱਚ ਅੰਦਰ ਰੈਸਪੀਰੇਸ਼ਨ ਹੋਣੀ ਚਾਹੀਦੀ ਹੈ। ਤਾਂ ਰੈਸਪੀਰੇਸ਼ਨ ਵਾਸਤੇ ਪਿਛਲੇ ਭਾਗ ਵਿੱਚ ਅਸੀਂ ਜੀਵਾਂ ਦੇ ਅੰਦਰ ਪੋਸ਼ਣ ਬਾਰੇ ਚਰਚਾ ਕਰ ਚੁੱਕੇ ਹਾਂ। ਜਿਹੜੇ ਖਾਣ ਪੀਣ ਵਾਲੇ ਪਦਾਰਥਾਂ ਨੂੰ ਅੰਦਰ ਲਿਜਾਇਆ ਜਾਂਦਾ ਹੈ, ਸੈੱਲ ਉਹਨਾਂ ਦਾ ਵੱਖ-ਵੱਖ ਜੈਵ ਪ੍ਰਕਿਰਿਆਵਾਂ ਦੇ ਊਰਜਾ ਉਤਪੰਨ ਕਰਦੇ ਨੇ, ਠੀਕ ਹੈ। ਤਾਂ ਦੋ ਤਰੀਕੇ ਹੁੰਦੇ ਨੇ ਆਪਣੀ ਊਰਜਾ ਨੂੰ ਕਨਵਰਟ ਕਰਨ ਦੇ। ਕੁਝ ਜੀਵ ਆਕਸੀਜਨ ਦੀ ਉਪਯੋਗ ਵਿੱਚ ਗਲੂਕੋਜ਼ ਨੂੰ ਕਾਰਬਨ ਡਾਈਆਕਸਾਈਡ ਵਿੱਚ ਵਿਘਟਿਤ ਕਰਨ ਲਈ ਕਰ ਲੈਂਦੇ ਹਨ। ਕੁਝ ਜੀਵ ਦੂਜੇ ਰਾਹ ਰਾਹੀਂ ਵੀ ਆਕਸੀਜਨ ਜਿਹਦੇ ਵਿੱਚ ਆਕਸੀਜਨ ਨਹੀਂ ਵਰਤੀ ਜਾਂਦੀ। ਇਹ ਸਾਰੀਆਂ ਅਵਸਥਾਵਾਂ ਵਿੱਚ ਪਹਿਲਾ ਚਰਨ ਜਿਹੜਾ ਫਸਟ ਸਟੈਪ ਹੈ ਗਲੂਕੋਜ਼ ਜੋ ਕਿ ਇੱਕ 6 ਕਾਰਬਨਾਂ ਵਾਲਾ ਅਣੂ ਹੈ ਨੂੰ 3 ਕਾਰਬਨਾਂ ਵਾਲੇ ਅਣੂ ਪਾਇਰੂਵੇਟ ਵਿੱਚ ਵਿਖੰਡਿਤ ਕੀਤਾ ਜਾਂਦਾ ਹੈ। ਪਹਿਲੇ ਸਟੈਪ ਦੇ ਵਿੱਚ ਕੀ ਹੁੰਦਾ ਹੈ? ਗਲੂਕੋਜ਼ ਨੂੰ ਪਾਇਰੂਵੇਟ ਵਿੱਚ ਕਨਵਰਟ ਕੀਤਾ ਜਾਂਦਾ ਹੈ, ਠੀਕ ਹੈ। ਇਹ ਸਟੈਪ ਜਿਹੜਾ ਹੁੰਦਾ ਇਹ ਸੈੱਲ ਦੇ ਵਿੱਚ ਸਾਈਟੋਪਲਾਜ਼ਮ ਦੇ ਵਿੱਚ ਸੈੱਲ ਦੇ ਵਿੱਚ ਸਾਈਟੋਪਲਾਜ਼ਮ ਦੇ ਵਿੱਚ ਹੁਣ ਪਾਇਰੂਵੇਟ ਤੋਂ ਅੱਗੇ ਤਿੰਨ ਤਰੀਕਿਆਂ ਨਾਲ ਰੈਸਪੀਰੇਸ਼ਨ ਹੋ ਸਕਦੀ ਹੈ। ਜੇ ਤਾਂ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਹੋ ਰਹੀ ਹੈ ਤਾਂ ਫਿਰ ਇਹਦੇ ਤੋਂ ਕਾਰਬਨ ਡਾਈਆਕਸਾਈਡ, ਪਾਣੀ ਤੇ ਊਰਜਾ ਦੇ 38 ATP ਮੋਲੀਕੂਲ ਬਣਨਗੇ। ਕੱਲ ਆਪਾਂ ਪੜ੍ਹਿਆ ਸੀ ਆਪਣੇ ਸਰੀਰ ਦੇ ਵਿੱਚ ਜਿਹੜੀ ਊਰਜਾ ਦੀ ਕਰੰਸੀ ਹੈ 38 ਮਤਲਬ ATP ਹੁੰਦੀ ਤੇ ATP 38 ਮੋਲੀਕੂਲ ਬਣਨਗੇ। ਜੇਕਰ ਆਕਸੀਜਨ ਘੱਟ ਹੈ, ਠੀਕ ਹੈ, ਆਕਸੀਜਨ ਘੱਟ ਹੈ ਜਾਂ ਆਕਸੀਜਨ
ठीक है, घट है तो वो प्रोसैस पौधों में हो रही है। ਜੇ ਘੱਟ ਹੈ ਜਾਂ ਨਹੀਂ ਹੈ ਤਾਂ ਫਿਰ ਕੀ ਹੁੰਦਾ ਹੈ, ਇਸ ਪਾਇਰੂਵੇਟ ਤੋਂ ਜੇ ਪੌਦਿਆਂ ਵਿੱਚ ਹੋ ਰਹੀ ਹੈ ਤਾਂ ਇਥੇਨੋਲ ਬਣ ਜਾਂਦਾ ਹੈ। ਠੀਕ ਹੈ, ਇਹਦੇ ਨਾਲ ਕੀ ਹੁੰਦਾ ਹੈ, ਪਾਇਰੂਵੇਟ ਇਥੇਨੋਲ ਅਤੇ ਕਾਰਬਨ ਡਾਈਆਕਸਾਈਡ ਵਿੱਚ ਕਨਵਰਟ ਹੋ ਜਾਂਦਾ। ਇਹਦੇ ਵਿੱਚ ਪਾਣੀ ਨਹੀਂ ਬਣਦਾ, ਇਹਦੇ ਵਿੱਚ 2 ATP ਮੋਲੀਕਿਊਲਸ ਬਣਦੇ ਨੇ। ਤੇ ਜੇ ਇਹ ਮਨੁੱਖਾਂ ਵਿੱਚ ਹੋ ਰਹੀ ਹੈ, ਆਪਣੇ ਮਸਲਸ ਵਿੱਚ ਹੋ ਰਹੀ ਹੈ, ਤਾਂ ਫਿਰ ਇਹਦੇ ਤੋਂ ਲੈਕਟਿਕ ਐਸਿਡ ਬਣ ਜਾਂਦਾ ਹੈ। ਫਿਰ ਇਹਦੇ ਤੋਂ ਕੀ ਬਣ ਜਾਂਦਾ, ਲੈਕਟਿਕ ਐਸਿਡ, ਜਿਹਦੇ ਕਰਕੇ ਆਪਣੇ ਜਿਹੜੇ ਮਸਲਸ ਨੇ ਆਪਣੇ ਹੱਥਾਂ ਪੈਰਾਂ ਦੇ ਵਿੱਚ ਕੀ ਹੁੰਦਾ, ਕ੍ਰੈਂਪਸ ਬਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ, ਆਪਣੇ ਹੱਥਾਂ ਪੈਰਾਂ ਦੇ ਵਿੱਚ ਗੱਚਲ ਬਣੇ ਸ਼ੁਰੂ ਹੋ ਜਾਂਦੇ ਨੇ। ਤੇ ਜਿਹੜੀ ਆਹ ਪ੍ਰੋਸੈਸ ਹੈ ਇਹ ਹੁੰਦੀ ਯੀਸਟ ਦੇ ਵਿੱਚ ਹੁੰਦੀ ਹੈ। ਠੀਕ ਹੈ, ਇਸ ਪ੍ਰੋਸੈਸ ਨੂੰ ਖਮੀਰਨ ਕਿਹਾ ਜਾਂਦਾ ਹੈ, ਫਰਮੈਂਟੇਸ਼ਨ। ਇਸ ਪ੍ਰੋਸੈਸ ਨੂੰ ਕੀ ਕਹਿੰਦੇ ਨੇ, ਫਰਮੈਂਟੇਸ਼ਨ। ਠੀਕ ਹੈ, ਇਹਦੇ ਨਾਲ ਮੇਨਲੀ ਐਲਕੋਹਲ ਜਾਂ ਜਿਹੜੀ ਸ਼ਰਾਬ ਹੁੰਦੀ ਹੈ ਉਹ ਇਸੇ ਪ੍ਰੋਸੈਸ ਇਸੇ ਤਰੀਕੇ ਨਾਲ ਬਣਾਈ ਜਾਂਦੀ ਹੈ। ਠੀਕ ਹੈ, ਜਿਹੜੀ ਅਣਆਕਸੀ ਸਾਹ ਕਿਰਿਆ ਉਹਨੂੰ ਕਹਿੰਦੇ ਨੇ ਐਨਾਰੋਬਿਕ ਰੈਸਪੀਰੇਸ਼ਨ, ਤੇ ਜਿਹੜੀ ਆਕਸੀਕਰਨ ਸਾਹ ਕਿਰਿਆ ਉਹਨੂੰ ਕੀ ਕਹਿੰਦੇ ਨੇ, ਮਤਲਬ ਏਰੋਬਿਕ ਰੈਸਪੀਰੇਸ਼ਨ। ਠੀਕ ਹੈ, ਤੇ ਜੇ ਉਹ ਪਾਇਰੂਵੇਟ ਦੇ ਵਿੱਚ ਲੈਕਟਿਕ ਤੇਜ਼ਾਬ ਬਣਦੇ ਨੇ ਤੇ ਇਹਦੇ ਨਾਲ ਅਚਨਚੇਤ ਕਿਸੇ ਕਿਰਿਆ ਦੇ ਹੋਣ ਨਾਲ ਸਾਡੀਆਂ ਪੇਸ਼ੀਆਂ ਵਿੱਚ ਲੈਕਟਿਕ ਤੇਜ਼ਾਬ ਦਾ ਬਣਨਾ, ਜਿਹਦੇ ਕਰਕੇ ਅਕੜਾ ਯਾਨੀ ਕਿ ਕ੍ਰੈਂਪਸ ਹੋ ਜਾਂਦੇ ਨੇ। ਠੀਕ ਹੈ, ਆਹ ਆਪਣੇ ਕੋਲ ਉਹ 3 ਮੈਥਡ ਆ ਗਏ। ਜੇਕਰ ਸਾਈਟੋਪਲਾਜ਼ਮ ਦੇ ਵਿੱਚ ਗਲੂਕੋਜ਼ ਤੋਂ ਪਾਇਰੂਵੇਟ ਬਣਦਾ ਹੈ, ਉਸ ਪਾਇਰੂਵੇਟ ਤੋਂ ਬਾਅਦ ਜੇ ਉਹਦੀ ਯੀਸਟ ਦੇ ਵਿੱਚ ਰਿਐਕਸ਼ਨ ਹੋ ਰਹੀ ਆਕਸੀਜਨ ਦੀ ਕਮੀ ਵਿੱਚ ਤਾਂ ਇਥੇਨੋਲ, ਕਾਰਬਨ ਡਾਈਆਕਸਾਈਡ ਤੇ ਊਰਜਾ ਬਣਦੀ ਹੈ। 2 ਕਾਰਬਨ ਦੇ ਅਣੂ ਵਾਲੇ ਇਥੇਨੋਲ ਬਣਦੇ ਨੇ, ਜਾਂ ਫਿਰ ਲੈਕਟਿਕ ਐਸਿਡ ਬਣਦਾ ਹੈ ਜੇ ਸਾਡੇ ਪੇਸ਼ੀ ਸੈੱਲਾਂ ਵਿੱਚ ਹੋ ਰਹੀ ਤੇ ਆਕਸੀਜਨ ਦੀ ਹੋਂਦ ਵਿੱਚ ਹੋ ਰਹੀ ਤਾਂ ਆਹ ਸਟੈਪ ਮਾਈਟੋਕੌਂਡਰੀਆ ਦੇ ਵਿੱਚ ਹੁੰਦਾ। ਹੁਣ ਇਹਦੇ ਵਿੱਚ 2-3 ਕੁਐਸਚਨ ਬਣਦੇ ਨੇ। ਇਹ ਪੁੱਛ ਸਕਦੇ ਨੇ ਵੀ ਸਾਈਟੋਪਲਾਜ਼ਮ ਦੇ ਵਿੱਚ ਕਿਹੜਾ ਪਾਰਟ ਹੁੰਦਾ, ਤਾਂ ਉਹ ਜਿਹੜਾ ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਪਾਰਟ ਹੁੰਦਾ ਗਲੂਕੋਜ਼ ਤੋਂ ਪਾਇਰੂਵੇਟ ਦਾ ਬਣਨਾ। ਤੇ ਇਹ ਪੁੱਛ ਲਿਆ ਜਾਂਦਾ ਹੈ ਵੀ ਕਿੰਨੇ ਕਿੰਨੇ ATP ਮੋਲੀਕਿਊਲਸ ਬਣਦੇ ਨੇ, ਤਾਂ ਇਹਦੇ ਵਿੱਚ 38 ATP ਮੋਲੀਕਿਊਲਸ ਬਣਦੇ ਨੇ, ਇਹਦੇ ਵਿੱਚ 2 ATP ਮੋਲੀਕਿਊਲਸ ਬਣਦੇ ਨੇ, ਤੇ ਇਹਦੇ ਵਿੱਚ ਵੀ 2 ATP ਮੋਲੀਕਿਊਲਸ ਬਣਦੇ। ਤੇ ਸਾਹ ਕਿਰਿਆ ਰਾਹੀਂ ਉਤਪੰਨ ਹੋਈ ਊਰਜਾ ਤੁਰੰਤ ਹੀ ATP ਦੇ ਨਾਲ ਅਣੂਆਂ ਵਿੱਚ ਸੰਸ਼ਲੇਸ਼ਿਤ ਕੀਤੀ ਜਾਂਦੀ ਹੈ, ਜੋ ਸੈੱਲ ਦੀਆਂ ਹੋਰ ਸਾਰੀਆਂ ਕਿਰਿਆਵਾਂ ਵਿੱਚ ਬਾਲਣ ਦੀ ਤਰ੍ਹਾਂ ਕੰਮ ਕਰਦੇ ਨੇ। ATP ਦੇ ਵਿਖੰਡਨ ਨਾਲ ਇੱਕ ਨਿਸ਼ਚਿਤ ਅਮਾਊਂਟ ਵਿੱਚ ਊਰਜਾ ਪ੍ਰਾਪਤ ਹੁੰਦੀ ਹੈ, ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਤਾਪ ਸੋਖੀ ਕਿਰਿਆਵਾਂ ਨੂੰ ਕਰਵਾਉਂਦੀ ਹੈ। ਤੇ ਜੇਕਰ ਇਹ ਪੁੱਛ ਲੈਣ ਵੀ ਜਿਹੜੀ ਰੈਸਪੀਰੇਸ਼ਨ ਹੈ ਉਹ ਕਿਹੜੀ ਪ੍ਰੋਸੈਸ ਹੈ, ਤਾਂ ਉਹ ਕੀ ਹੁੰਦੀ ਹੈ, ਇੱਕ ਤਾਪ ਨਿਕਾਸੀ ਕਿਰਿਆ। ਉਹ ਕੀ ਹੈ, ਇੱਕ ਤਾਪ ਨਿਕਾਸੀ ਕਿਰਿਆ। ਤੇ ATP ਜਿਹੜੇ ਨੇ, ATP ਮੋਲੀਕਿਊਲਸ ਫਾਸਫੇਟ ਨਾਲ ਕੰਬਾਈਨ ਹੋ ਕੇ ਊਰਜਾ ਦੀ ਪ੍ਰੈਜ਼ੈਂਸ ਵਿੱਚ ADP ਬਣਾਉਂਦੇ ਨੇ। ਠੀਕ ਹੈ, ADP ਪਲੱਸ ਫੋਸਫੇਟ ਤੇ ਉਹ ATP ਬਣਦੇ ਨੇ। ATP ਹੁੰਦਾ ਐਡੀਨੋਸਿਨ ਟ੍ਰਾਈਫਾਸਫੇਟ। ਡਾਈ ਤੋਂ ਟਰਾਈ ਬਣਨਾ ਹੋਵੇ ਤਾਂ ਊਰਜਾ ਲੱਗਦੀ ਹੁੰਦੀ ਹੈ, ਉਹ ਊਰਜਾ ਉੱਥੋਂ ਸਟੋਰ ਕਰਕੇ ਆਉਂਦੀ ਹੈ, ਤੇ ਜਦੋਂ ATP ਤੋਂ ADP ਬਣਨਾ ਹੈ ਤਾਂ ਫਿਰ ਊਰਜਾ ਬਾਹਰ ਨਿਕਲਦੀ ਹੈ। ਤੇ ਜਦੋਂ ਇੱਕ ATP ਤੋਂ ਇੱਕ ADP ਬਣਦਾ ਤਾਂ 30.5 ਕਿਲੋ ਜੂਲ ਪਰ ਮੋਲ ਜਿਹੜੀ ਊਰਜਾ ਉਹ ਬਾਹਰ ਨਿਕਲਦੀ ਹੈ। 30.5 ਕਿਲੋ ਜੂਲ ਪਰ ਮੋਲ ਜਿਹੜੀ ਊਰਜਾ ਬਾਹਰ ਨਿਕਲਦੀ ਹੈ। ਠੀਕ ਹੈ, ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇੱਕ ATP ਮੋਲੀਕੂਲ ਦੇ ਵਿੱਚ 30.5 ਕਿਲੋ ਜੂਲ ਪਰ ਮੋਲ ਦੇ ਹਿਸਾਬ ਨਾਲ ਊਰਜਾ ਹੁੰਦੀ ਹੈ। ਤਾਂ ਜਿਹੜੀ ਏਰੋਬਿਕ ਰੈਸਪੀਰੇਸ਼ਨ ਹੁੰਦੀ ਹੈ ਉਹਦੇ ਵਿੱਚ ਆਕਸੀਜਨ ਤੇ ਨਿਰਭਰ ਹੁੰਦੀ ਹੈ। ਤਾਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਵੀ ਹਰ ਇੱਕ ਆਕਸੀਜਨ ਹਰ ਇੱਕ ਸੈੱਲ ਤੱਕ ਪਹੁੰਚਣੀ ਚਾਹੀਦੀ ਹੈ। ਠੀਕ ਹੈ, ਪੌਦਿਆਂ ਦੇ ਵਿੱਚ ਤਾਂ ਕੀ ਹੁੰਦਾ ਹੈ, ਗੈਸਾਂ ਦਾ ਆਦਾਨ ਪ੍ਰਦਾਨ ਸਟੋਮੈਟਾ ਰਾਹੀਂ ਹੋ ਜਾਂਦਾ ਹੈ। ਸੈੱਲ ਦੇ ਵਿਚਕਾਰ ਖਾਲੀ ਥਾਂ ਹੁੰਦੀ ਹੈ ਜਿਹਦੇ ਨਾਲ ਸਾਰੇ ਦੇ ਸਾਰੇ ਹਵਾ ਦੇ ਸੰਪਰਕ ਵਿੱਚ ਆ ਜਾਂਦੇ ਨੇ। ਇੱਥੇ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਆਦਾਨ ਪ੍ਰਸਾਰਨ ਰਾਹੀਂ ਓਸਮੋਸਿਸ ਦੇ ਥਰੂ ਹੋ ਜਾਂਦਾ ਹੈ।
ਤਾਂ ਉਹਨਾਂ ਨੂੰ ਇਹਨਾਂ ਵਿੱਚ ਦਿੱਕਤ ਨਹੀਂ ਆਉਂਦੀ। ਹੁਣ ਜਿਹੜੇ ਜੰਤੂ ਨੇ ਉਹਨਾਂ ਨੂੰ ਕੀ ਕਰਨਾ ਪੈਂਦਾ, ਹੁਣ ਜਿਹੜੇ ਪਲਾਂਟ ਨੇ ਉਹ ਡੇ ਟਾਈਮ ਤੇ ਤਾਂ ਫੋਟੋਸਿੰਥਸਿਸ ਕਰਦੇ ਨੇ ਤੇ ਰਾਤ ਟਾਈਮ ਤੇ ਆਪਦੀ ਕੀ ਕਰਦੇ ਨੇ, ਰੈਸਪੀਰੇਸ਼ਨ ਕਰਦੇ ਨੇ। ਡੇ ਟਾਈਮ ਤੇ ਫੋਟੋਸਿੰਥਸਿਸ ਕਰਦੇ ਨੇ ਤੇ ਨਾਈਟ ਟਾਈਮ ਤੇ ਆਪਦੀ ਰੈਸਪੀਰੇਸ਼ਨ। ਤਾਂ ਹੀ ਤਾਂ ਆਪਾਂ ਨੂੰ ਇਹ ਕਹਿੰਦੇ ਨੇ ਵੀ ਰਾਤ ਨੂੰ ਰੁੱਖਾਂ ਦੇ ਥੱਲੇ ਨਹੀਂ ਸੌਣਾ ਚਾਹੀਦਾ, ਰਾਤ ਨੂੰ ਰੁੱਖਾਂ ਦੇ ਥੱਲੇ ਨਹੀਂ ਸੌਣਾ ਚਾਹੀਦਾ। ਤਾਂ ਜੰਤੂ ਵੀ ਵਾਤਾਵਰਣ ਤੋਂ ਆਕਸੀਜਨ ਲੈਣ ਲਈ ਉਤਪੰਨ ਹੋਈ ਕਾਰਬਨ ਡਾਈਆਕਸਾਈਡ ਭਿੰਨ ਭਿੰਨ ਪ੍ਰਕਾਰ ਦੇ ਅੰਗਾਂ ਦਾ ਵਿਕਾਸ ਕਰ ਹੋਇਆ ਚੁੱਕਿਆ ਤੇ ਜਿਹੜੇ ਸਥਲੀ ਮਤਲਬ ਜਿਹੜੇ ਥਲ ਤੇ ਰਹਿੰਦੇ ਨੇ ਉਹ ਵਾਯੂਮੰਡਲ ਤੋਂ ਆਕਸੀਜਨ ਲੈਂਦੇ ਨੇ, ਜੋ ਜਲ ਵਿੱਚ ਰਹਿੰਦੇ ਨੇ ਉਹ ਜਲ ਵਿੱਚ ਘੁਲੀ ਹੋਈ ਆਕਸੀਜਨ ਲੈਂਦੇ ਨੇ। ਠੀਕ ਹੈ ਜੀ, ਉਹਨਾਂ ਦੇ ਅਲੱਗ-ਅਲੱਗ ਹਿਸਾਬ ਦੇ ਅਲੱਗ-ਅਲੱਗ ਆਰਗਨਸ ਦੇ ਵਿੱਚ, ਅਲੱਗ-ਅਲੱਗ ਜੀਵਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਆਰਗਨਸ ਹੁੰਦੇ ਨੇ। ਜੋ ਜੀਵ ਜਲ ਵਿੱਚ ਰਹਿੰਦੇ ਹਨ ਉਹ ਜਲ ਵਿੱਚ ਘੁਲੀ ਹੋਈ ਆਕਸੀਜਨ ਦਾ ਪ੍ਰਯੋਗ ਕਰਦੇ ਨੇ, ਕਿਉਂਕਿ ਜਲ ਵਿੱਚ ਘੁਲੀ ਆਕਸੀਜਨ ਦੀ ਮਾਤਰਾ ਹਵਾ ਵਿੱਚ ਮੌਜੂਦ ਆਕਸੀਜਨ ਦੀ ਮਾਤਰਾ ਨਾਲੋਂ ਬਹੁਤ ਘੱਟ ਹੁੰਦੀ ਹੈ। ਇਸ ਲਈ ਜਿਹੜੇ ਜਲ ਜੀਵਾਂ ਦੇ ਸਾਹ ਦਰ ਨੇ ਜਿਹੜੇ ਥਲੀ ਜੀਵਾਂ ਦੇ ਟਾਕਰੇ ਵਿੱਚ ਬਹੁਤ ਤੇਜ਼ ਹੁੰਦੀ ਹੈ। ਹਾਂ, ਇਹ ਕੁਐਸਚਨ ਬਣਦਾ ਹੈ ਬਈ ਰੈਸਪੀਰੇਸ਼ਨ ਸਪੀਡ ਕਿਹਦੀ ਜ਼ਿਆਦਾ ਹੁੰਦੀ ਹੈ ਜਾਂ ਰੈਸਪੀਰੇਸ਼ਨ ਰੇਟ ਕਿਹਨਾਂ ਦਾ ਜ਼ਿਆਦਾ ਹੁੰਦਾ ਹੈ, ਤਾਂ ਇਕੁਏਟਿਕ ਪਲਾਂਟ ਦਾ ਜ਼ਿਆਦਾ, ਇਕੁਏਟਿਕ ਐਨੀਮਲਸ ਦਾ ਜ਼ਿਆਦਾ, ਜਿਹੜੇ ਪਾਣੀ ਵਿੱਚ ਜੀਵ ਰਹਿੰਦੇ ਨੇ ਉਹਨਾਂ ਦਾ ਜ਼ਿਆਦਾ ਹੁੰਦਾ। ਤੇ ਜਿਹੜੀ ਮੱਛੀ ਹੈ ਉਹ ਆਪਣੇ ਮੂੰਹ ਦੇ ਰਾਹੀਂ ਜਲ ਲੈਂਦੀ ਹੈ, ਗਲਫੜਿਆ ਉੱਪਰੋਂ ਵੀ ਲਗਾਉਂਦੀ ਹੈ, ਜਿੱਥੇ ਖੂਨ ਘੁਲੀ ਹੋਈ ਆਕਸੀਜਨ ਲੈ ਲੈਂਦਾ ਤੇ ਇਹ ਵੱਖ-ਵੱਖ ਜੀਵਾਂ ਵਿੱਚ ਆਕਸੀਜਨ ਭਿੰਨ-ਭਿੰਨ ਅੰਗਾਂ ਦੁਆਰਾ ਸੰਚਾਰ ਕੀਤੀ ਜਾਂਦੀ ਹੈ। ਤੇ ਸਾਰੇ ਅੰਗਾਂ ਦੀ ਰਚਨਾ ਇਹੋ ਜਿਹੀ ਹੁੰਦੀ ਹੈ ਜੋ ਸਤ੍ਹਾ ਦੇ ਖੇਤਰਫਲ ਨੂੰ ਵਧਾਉਂਦੀ ਹੈ ਤੇ ਵੱਧ ਤੋਂ ਵੱਧ ਆਕਸੀਜਨ ਲਈ ਜਾ ਸਕੇ। ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੀ ਅਦਲਾ ਬਦਲੀ ਇਹਨਾਂ ਸਤ੍ਹਾ ਦੇ ਆਰ ਪਾਰ ਹੁੰਦੀ ਹੈ, ਇਸ ਲਈ ਸਤ੍ਹਾ ਬਹੁਤ ਪਤਲੀ ਅਤੇ ਕੋਮਲ ਹੁੰਦੀ ਹੈ ਅਤੇ ਇਹਦੀ ਰੱਖਿਆ ਦੇ ਲਈ ਕੁਝ ਨਾ ਕੁਝ ਪਾਰਟ ਹੁੰਦੇ ਨੇ। ਤਾਂ ਇਸ ਤੋਂ ਬਾਅਦ ਹੈ ਆਪਣੇ ਕੋਲ ਨੈਕਸਟ ਹੈ ਹੁਣ ਹਿਊਮਨ ਬੀਇੰਗਸ ਦੇ ਵਿੱਚ। ਤਾਂ ਮਨੁੱਖਾਂ ਦੇ ਵਿੱਚ ਜਿਹੜੀ ਹਵਾ ਮਤਲਬ ਆਪਣਾ ਹਿਊਮਨ ਰੈਸਪੀਰੇਟਰੀ ਸਿਸਟਮ, ਹਿਊਮਨ ਰੈਸਪੀਰੇਟਰੀ ਸਿਸਟਮ, ਤਾਂ ਹਿਊਮਨ ਰੈਸਪੀਰੇਟਰੀ ਸਿਸਟਮ ਦੇ ਵਿੱਚ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਨਾਸਾਂ ਦੇ ਰਾਹੀਂ ਆਪਾਂ ਸਾਹ ਅੰਦਰ ਲੈ ਕੇ ਚੱਲਦੇ ਹਾਂ। ਉਸ ਤੋਂ ਬਾਅਦ ਆਪਣੀ ਬਕਲ ਕੈਵਿਟੀ ਹੁੰਦੀ ਹੈ, ਫਿਰ ਆਪਣਾ ਕੰਠ, ਆਪਣਾ ਵੋਕਲ ਕੋਰਡ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਸਾਹ ਨਲੀ, ਜਿਵੇਂ ਫੂਡ ਨਲੀ ਹੁੰਦੀ ਉਵੇਂ ਸਾਹ ਨਲੀ ਹੁੰਦੀ ਹੈ, ਉਹਨੂੰ ਕਹਿੰਦੇ ਨੇ ਫੂਡ ਪਾਈਪ। ਉਸ ਤੋਂ ਬਾਅਦ ਫੂਡ ਪਾਈਪ ਦੇ ਵਿੱਚ ਕਾਰਟਲੇਜ ਦੇ ਸੀ ਸ਼ੇਪ ਛੱਲੇ ਹੁੰਦੇ ਨੇ ਜਿਹੜੇ ਉਹਨੂੰ ਇਕੱਠਾ ਹੋਣ ਤੋਂ ਬਚਾਉਂਦੇ। ਠੀਕ ਹੈ, ਉਸ ਤੋਂ ਬਾਅਦ ਆਪਣੇ ਫੇਫੜੇ ਆ ਗਏ, ਲੰਗਸ, ਜਿੱਥੇ ਸਾਰਾ ਗੈਸਿਸ ਦਾ ਐਕਸਚੇਂਜ ਹੁੰਦਾ। ਉਸ ਤੋਂ ਬਾਅਦ ਆਹ ਬ੍ਰੌਂਚੀਓਲਸ ਮਤਲਬ ਜਿੱਥੇ ਆਪਣੀ ਫੂਡ ਪਾਈਪ ਦੋ ਹਿੱਸਿਆਂ ਵਿੱਚ ਜਾ ਕੇ ਵੰਡੀ ਜਾਂਦੀ ਹੈ। ਫਿਰ ਫੇਫੜਿਆਂ ਦੇ ਵਿੱਚ ਛੋਟੀਆਂ-ਛੋਟੀਆਂ ਰਚਨਾਵਾਂ ਹੁੰਦੀਆਂ ਨੇ, ਉਹਨਾਂ ਨੂੰ ਕਹਿੰਦੇ ਨੇ ਐਲਵੀਓਲਾਈ, ਜਿੱਥੇ ਗੈਸਾਂ ਦਾ ਆਦਾਨ ਪ੍ਰਦਾਨ ਹੁੰਦਾ, ਗੈਸਾਂ ਦਾ ਆਦਾਨ ਪ੍ਰਦਾਨ। ਤੇ ਪੌਦਿਆਂ ਵਿੱਚ ਗੈਸਾਂ ਦਾ ਆਦਾਨ ਪ੍ਰਦਾਨ ਕਿਹਦੇ ਥਰੂ ਹੁੰਦਾ ਹੈ, ਸਟੋਮੈਟਾ ਰਾਹੀਂ। ਸ਼ਾਬਾਸ਼, ਬਹੁਤ ਅੱਛੇ ਆਨਸਰ। ਕਿਹਦੇ ਥਰੂ ਹੁੰਦਾ ਹੈ, ਸਟੋਮੈਟਾ ਰਾਹੀਂ। ਤਾਂ ਮਨੁੱਖ ਵਿੱਚ ਹਵਾ ਸਾਹ ਦੇ ਨਾਸਾਂ ਦੁਆਰਾ ਹੀ ਜਾਂਦੀ ਹੈ। ਨਾਸਾਂ ਦੁਆਰਾ ਜਾਣ ਵਾਲੀ ਹਵਾ ਮਾਰਗ ਵਿੱਚ ਉਪਸਥਿਤ ਬਰੀਕ ਵਾਲਾਂ ਦੁਆਰਾ ਪਹਿਲਾਂ ਤਾਂ ਆਪਣੇ ਜਿਹੜੇ ਵਾਲ ਹੁੰਦੇ ਉਹਨਾਂ ਦੁਆਰਾ ਪੁਣੀ ਜਾਂਦੀ ਹੈ। ਸਰੀਰ ਵਿੱਚ ਜਾਣ ਵਾਲੀ ਹਵਾ ਧੂੜ ਅਤੇ ਹੋਰ ਅਸ਼ੁੱਧੀਆਂ ਤੋਂ ਮੁਕਤ ਹੋ ਜਾਂਦੀ ਹੈ। ਇਸ ਮਾਰਗ ਵਿੱਚ ਇੱਕ ਮਿਊਕਸ ਦੀ ਲੇਅਰ ਹੁੰਦੀ ਹੈ ਜੋ ਪਤਲੀ ਅਤੇ ਇੰਨੀ ਕੁ ਸਹਾਇਕ ਹੁੰਦੀ ਵੀ ਇਹਨਾਂ ਨੂੰ ਸਾਫ਼ ਕਰਕੇ ਰੱਖਦੀ ਹੈ। ਉਸ ਤੋਂ ਬਾਅਦ ਆਪਣੇ ਕਾਰਟਿਲੇਜ ਦੇ ਛੱਲੇ ਹੁੰਦੇ ਨੇ ਵੀ ਉਹ ਇਹ ਯਕੀਨੀ ਬਣਾਉਂਦੇ ਨੇ ਵੀ ਜਿਹੜਾ ਆਪਣੀ ਵਿੰਡ ਪਾਈਪ ਹੈ ਉਹ ਬੰਦ ਨਾ ਹੋ ਜਾਵੇ। ਫੇਫੜਿਆਂ ਦੇ ਅੰਦਰ ਇੱਕ ਛੋਟਾ ਜਿਹਾ ਮਾਰਗ, ਇੱਕ ਛੋਟਾ ਜਿਹਾ ਹੋਰ ਨਲੀਆਂ ਵਿੱਚ ਵੰਡਿਆ ਹੁੰਦਾ, ਉਹਨੂੰ ਆਪਾਂ ਗੁਬਾਰਿਆਂ ਵਰਗੀਆਂ ਸੰਰਚਨਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਐਲਵੀਓਲਾਈ ਕਹਿੰਦੇ ਨੇ। ਐਲਵੀਓਲਾਈ ਇੱਕ ਸਤ੍ਹਾ ਉਪਲਬਧ ਕਰਵਾਉਂਦੀ ਹੈ ਜਿਸ ਵਿੱਚ ਗੈਸਾਂ ਦੀ ਅਦਲਾ ਬਦਲੀ ਹੋ ਸਕਦੀ ਹੈ। ਹੁਣ ਆਹ ਜਿਹੜਾ ਪਿਛਲੀ ਵਾਰੀ ਕੁਐਸਚਨ ਆਇਆ ਸੀ, ਜਿਵੇਂ ਕਿ ਅਸੀਂ ਪਹਿਲੇ ਸਾਲਾਂ ਵਿੱਚ ਵੇਖ ਚੁੱਕੇ ਹਾਂ, ਜਦੋਂ ਅਸੀਂ ਸਾਹ ਅੰਦਰ ਲੈ ਕੇ ਜਾਂਦੇ ਹਾਂ ਸਾਡੀਆਂ ਪਸਲੀਆਂ ਉੱਪਰ ਨੂੰ ਉੱਠਦੀਆਂ ਨੇ। ਜਦੋਂ ਆਪਾਂ ਸਾਹ ਅੰਦਰ ਲੈਂਦੇ ਹਾਂ, ਥੋੜਾ ਜਿਹਾ ਇਸ ਚੀਜ਼ ਨੂੰ ਫੀਲ ਕਰਕੇ ਵੇਖੋ, ਤਾਂ ਆਪਣੀ ਜਿਹੜੀਆਂ ਪਸਲੀਆਂ ਨੇ ਉਹ ਉੱਪਰ ਉੱਠਦੀਆਂ, ਸਾਡਾ ਡਾਇਆਫ੍ਰੈਮ ਚਪਟਾ ਹੋ ਜਾਂਦਾ ਤੇ ਨਤੀਜੇ ਵਜੋਂ ਜਿਹੜੀ ਛਾਤੀ ਵਾਲੀ ਜਿਹੜੀ ਜਗ੍ਹਾ ਉਹ ਵੱਡੀ ਹੋ ਜਾਂਦੀ ਹੈ, ਵਿੱਚ ਵਾਲੀ ਜਿਹੜੀ ਜਗ੍ਹਾ ਖਾਲੀ ਹੋ ਜਾਂਦੀ ਹੈ। ਇਹ ਹਵਾ ਫੇਫੜਿਆਂ ਦੇ ਅੰਦਰ ਚਲੀ ਜਾਂਦੀ ਹੈ ਤੇ ਫੈਲੀ ਹੋਈ ਓਲਵੀਲਾਈ ਨੂੰ ਭਰ ਦਿੰਦੀ ਹੈ ਤੇ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਲਹੂ ਬਾਕੀ ਦੇ ਸਰੀਰ ਵਿੱਚੋਂ ਕਾਰਬਨ ਡਾਈਆਕਸਾਈਡ ਅਤੇ ਐਲਵੀਓਲਾਈ ਵਿੱਚ ਛੱਡਣ ਲਈ ਲਹੂ ਜਿਹੜਾ ਹੈ ਉਹ ਉਧਰੋਂ ਕਾਰਬਨ ਡਾਈਆਕਸਾਈਡ ਸਾਰੇ ਅੰਗਾਂ ਦੇ ਵਿੱਚੋਂ ਸੋਖ ਕੇ ਲਿਆਉਂਦਾ ਹੈ
ਅਤੇ ਲਹੂ ਐਲਵੀਓਲਾਈ ਵਿਚਲੀ ਹਵਾ ਨੂੰ, ਜਿਹੜੇ ਲਹੂ ਤੇ ਐਲਵੀਓਲਾਈ ਨੇ, ਮਤਲਬ ਜਿਹੜਾ ਲਹੂ ਜਦੋਂ ਉਹ ਐਲਵੀਓਲਾਈ ਦੇ ਕੰਟੈਕਟ ਦੇ ਵਿੱਚ ਆਉਂਦਾ ਤਾਂ ਐਲਵੀਓਲਾਈ ਆਕਸੀਜਨ ਲਹੂ ਵਿੱਚ ਭਰ ਦਿੰਦੀ ਹੈ ਤੇ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਬਾਹਰ ਕੱਢ ਦਿੰਦੀ ਹੈ। ਠੀਕ ਹੈ, ਆਹ ਕੁਐਸਚਨ ਜਿਹੜਾ ਪਿਛਲੇ ਸਾਲ ਆਇਆ ਸੀ, ਜਦੋਂ ਆਪਾਂ ਸਾਹ ਅੰਦਰ ਲੈ ਕੇ ਜਾਂਦੇ ਆ, ਠੀਕ ਹੈ, ਤਾਂ ਕੀ ਹੁੰਦਾ ਹੈ? ਜਦੋਂ ਆਪਾਂ ਸਾਹ ਅੰਦਰ ਲੈ ਕੇ ਜਾਂਦੇ ਆ ਤਾਂ ਸਾਡੀਆਂ ਪਸਲੀਆਂ ਉੱਪਰ ਉੱਠਦੀਆਂ ਨੇ ਤੇ ਡਾਇਆਫ੍ਰੈਮ ਚਪਟਾ ਹੋ ਜਾਂਦਾ, ਠੀਕ ਹੈ। ਜਦੋਂ ਸਾਹ ਬਾਹਰ ਕੱਢਦੇ ਆ ਤਾਂ ਪਸਲੀਆਂ ਥੱਲੇ ਹੁੰਦੀਆਂ ਨੇ ਤੇ ਜਿਹੜਾ ਡਾਇਆਫ੍ਰੈਗਮ ਹੈ ਉਹ ਅੰਦਰ ਨੂੰ ਬੈਂਡ ਹੁੰਦਾ, ਠੀਕ ਹੈ। ਤਾਂ ਸਾਹ ਚੱਕਰ ਸਮੇਂ ਹਵਾ ਅੰਦਰ ਲੈ ਕੇ ਜਾਣੀ ਹੈ ਤੇ ਬਾਹਰ ਲੈ ਜਾਣੀ, ਤਾਂ ਕੁਝ ਨਾ ਕੁਝ ਜਿਹੜਾ ਪਾਰਟ ਹੈ ਹਵਾ ਦਾ ਉਹ ਫੇਫੜਿਆਂ ਦੇ ਵਿੱਚ ਬਚਿਆ ਰਹਿੰਦਾ ਹੈ, ਜਿਸ ਨਾਲ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਨੂੰ ਦੇ ਐਕਸਚੇਂਜ ਨੂੰ ਕਾਫੀ ਟਾਈਮ ਮਿਲ ਜਾਂਦਾ। ਠੀਕ ਹੈ ਜੀ, ਇਹੀ ਸੀ ਆਪਣਾ ਰੈਸਪੀਰੇਟਰੀ ਸਿਸਟਮ। ਰੈਸਪੀਰੇਟਰੀ ਸਿਸਟਮ ਦੇ ਆਪਣੇ ਮੇਨ ਪਾਰਟ ਨਸਲ ਕੈਵਿਟੀਜ਼, ਜਿਹਦੇ ਵਿੱਚੋਂ ਆਪਾਂ ਸਾਹ ਅੰਦਰ ਲੈ ਕੇ ਜਾਂਦੇ ਆ, ਤੇ ਇੱਕ ਕੀ ਹੁੰਦਾ ਆਪਣੀ ਜਿਹੜੀ ਇੱਕ ਵਿੰਡ ਪਾਈਪ ਤੇ ਫੂਡ ਪਾਈਪ ਦੇ ਉੱਪਰ ਇੱਕ ਢੱਕਣ ਲੱਗਿਆ ਹੁੰਦਾ, ਉਹਨੂੰ ਕਹਿੰਦੇ ਐਪੀਗਲੋਟਿਸ। ਉਹ ਇੱਕ ਲਿਡ ਟਾਈਪ ਸਟਰਕਚਰ ਹੁੰਦੀ ਹੈ ਜਿਹੜੀ ਆਪਣੀ ਵਿੰਡ ਪਾਈਪ ਦੇ ਉੱਪਰ ਲੱਗਿਆ ਹੁੰਦਾ, ਆਹ ਸਾਹ ਨਲੀ ਦੇ ਉੱਪਰ। ਮਤਲਬ ਇਹ ਤਾਂ ਕਰਕੇ ਲੱਗਿਆ ਹੁੰਦਾ ਵੀ ਜਦੋਂ ਆਪਾਂ ਕੋਈ ਫੂਡ ਵਗੈਰਾ ਖਾ ਰਹੇ ਹੁੰਦੇ ਆ ਤਾਂ ਜਿਹੜਾ ਉਹ ਫੂਡ ਹੈ ਉਹ ਵਿੰਡ ਪਾਈਪ ਦੇ ਵਿੱਚ ਨਾ ਚਲਾ ਜਾਵੇ, ਤਾਂ ਕਰਕੇ ਤਾਂ ਆਪਾਂ ਨੂੰ ਇਹ ਕਿਹਾ ਜਾਂਦਾ ਹੈ ਵੀ ਜਦੋਂ ਵੀ ਆਪਾਂ ਭੋਜਨ ਖਾਂਦੇ ਹਾਂ ਤਾਂ ਨਾਲ ਬੋਲਣਾ ਮਤਲਬ ਨਾਲ ਗੱਲਾਂ ਨਹੀਂ ਕਰਨੀਆਂ, ਕਿਉਂਕਿ ਇਹਦੇ ਨਾਲ ਕੀ ਹੁੰਦਾ ਸਾਹ ਅੰਦਰ ਚਲਾ ਜਾਂਦਾ ਤੇ ਫੂਡ ਕੋਈ ਨਾ ਕੋਈ ਪਾਰਟੀਕਲ ਜਿਹੜਾ ਉਹ ਵਿੰਡ ਪਾਈਪ ਦੇ ਵਿੱਚ ਜਾ ਸਕਦਾ। ਠੀਕ ਹੈ ਜੀ, ਤਾਂ ਇਹੀ ਸੀ ਆਪਣਾ ਰੈਸਪੀਰੇਟਰੀ ਸਿਸਟਮ। ਰੈਸਪੀਰੇਸ਼ਨ ਦੇ ਵਿੱਚ ਕੀ ਕਰਿਆ ਜਾਂਦਾ, ਰੈਸਪੀਰੇਸ਼ਨ ਦੇ ਵੀ ਦੋ ਪਾਰਟ ਹੁੰਦੇ ਨੇ, ਇੱਕ ਐਕਸਟਰਨਲ ਤੇ ਇੱਕ ਇੰਟਰਨਲ। ਐਕਸਟਰਨਲ ਦੇ ਵਿੱਚ ਸਿਰਫ ਆਪਾਂ ਨੂੰ ਪੜਾਇਆ ਜਾਂਦਾ ਬਰੀਥਿੰਗ, ਤੇ ਇੰਟਰਨਲ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਉਹ ਫੂਡ ਦੀ ਆਕਸੀਡੇਸ਼ਨ। ਜੋ ਆਪਾਂ ਫੂਡ ਖਾਦਾ ਹੈ ਉਹਦੀ ਆਕਸੀਡੇਸ਼ਨ, ਠੀਕ ਹੈ। ਤੇ ਜਿਹੜਾ ਆਪਣੇ ਕੋਲ ਉਸ ਤੋਂ ਬਾਅਦ ਹੈ ਆਪਣੀ ਬਕਲ ਕੈਵਿਟੀ, ਉਸ ਤੋਂ ਬਾਅਦ ਆਪਣਾ ਸੰਘ, ਇਹਨੂੰ ਫੈਰਿਕਸ ਵੀ ਕਹਿ ਦਿੰਦੇ ਨੇ। ਤੇ ਉਸ ਤੋਂ ਬਾਅਦ ਆਹ ਵਾਲਾ ਜਿਹੜਾ ਪਾਰਟ ਹੈ ਹੁੰਦਾ ਲਾਇਰਿਕਸ, ਮਤਲਬ ਆਪਣੀ ਜਿਹੜੀ ਆਵਾਜ਼ ਹੈ ਉਹ ਇੱਥੋਂ ਲਾਇਰਿਕਸ ਤੋਂ ਬਣਦੀ ਹੈ। ਮਤਲਬ ਇਹਦੇ ਵਿੱਚ ਵੌਇਸ ਬਾਕਸ ਹੁੰਦਾ ਹੈ ਤੇ ਉਹ ਆਪਣੀ ਆਵਾਜ਼ ਦਾ ਸਾਰਾ ਸਿਸਟਮ ਹੈ ਇਹ ਪਰਫਾਰਮ ਕਰਦਾ, ਜਿਹੜੀ ਆਪਣੀ ਆਵਾਜ਼ ਹੈ ਵੋਕਲ ਕੋਰਡ ਤੋਂ ਬਣਦੀ। ਹਾਂਜੀ, ਕਲੀਅਰ ਹੈ ਜੀ। ਉਸ ਤੋਂ ਬਾਅਦ ਅਲੱਗ-ਅਲੱਗ ਜਿਵੇਂ ਜਿਵੇਂ ਜੰਤੂਆਂ ਦੇ ਸਰੀਰ ਦਾ ਆਕਾਰ ਵੱਧਦਾ ਜਾਂਦਾ ਉਵੇਂ ਉਵੇਂ ਇਕੱਲਾ ਮਤਲਬ ਜਿਹੜਾ ਪ੍ਰਸਾਰਣ ਵਿਧੀ ਰਾਹੀਂ ਆਪਾਂ ਸਾਰੇ ਦੇ ਸਾਰਿਆਂ ਨੂੰ ਆਕਸੀਜਨ ਨਹੀਂ ਪਹੁੰਚਾ ਸਕਦੇ, ਤਾਂ ਫਿਰ ਕੀ ਹੁੰਦਾ ਹੈ ਆਕਸੀਜਨ ਪਹੁੰਚਾਉਣ ਲਈ ਇੱਕ ਸਪੈਸ਼ਲ ਪਿਗਮੈਂਟ ਹੁੰਦਾ ਜਿਹੜਾ ਉਹ ਆਕਸੀਜਨ ਲੈ ਕੇ ਟਿਸ਼ੂਆਂ ਤੱਕ ਪਹੁੰਚਾਉਂਦਾ ਹੈ। ਤੇ ਮਨੁੱਖ ਦੇ ਸਾਹ ਜਿਹੜਾ ਵਰਨਕ ਹੈ ਉਹ ਹੀਮੋਗਲੋਬਿਨ ਹੈ, ਤੇ ਹੀਮੋਗਲੋਬਿਨ ਦੇ ਵਿੱਚ ਇੱਕ ਮੈਟਲ ਹੁੰਦੀ ਆਇਰਨ, ਜਿਹਦੇ ਕਰਕੇ ਉਹਦਾ ਰੰਗ ਲਾਲ ਹੁੰਦਾ ਹੈ। ਰੰਗ ਲਾਲ ਕਿਹਦੇ ਕਰਕੇ ਹੁੰਦਾ, ਆਇਰਨ ਕਰਕੇ ਹੁੰਦਾ, ਤੇ ਜਿਸ ਦੀ ਆਇਰਨ ਲਈ ਬਹੁਤ ਜ਼ਿਆਦਾ ਖਿੱਚ ਹੁੰਦੀ ਹੈ। ਇਹ ਵਰਨਕ ਲਹੂ ਦੇ ਲਾਲ ਰਕਤਾਣੂਆਂ ਵਿੱਚ ਹੁੰਦਾ ਹੈ। ਕਾਰਬਨ ਡਾਈਆਕਸਾਈਡ ਆਕਸੀਜਨ ਦੇ ਟਾਕਰੇ ਵਿੱਚ ਪਾਣੀ ਵਿੱਚ ਵਧੇਰੇ ਘੁਲਣਸ਼ੀਲ ਹੁੰਦੀ, ਜਿਹੜੀ ਕਾਰਬਨ ਡਾਈਆਕਸਾਈਡ ਹੈ ਉਹ ਜ਼ਿਆਦਾ ਘੁਲਣਸ਼ੀਲ ਹੁੰਦੀ, ਇਸ ਵਿੱਚ ਲਹੂ ਵਧੇਰੇ ਕਰਕੇ ਇਸ ਦਾ ਪਰਿਵਰਤਨ ਘੋਲ ਅਵਸਥਾ ਵਿੱਚ ਹੁੰਦਾ। ਤੇ ਐਲਵੀਓਲਾਈ ਕੀ ਹੁੰਦੀ, ਸਰਫੇਸ ਪ੍ਰੋਵਾਈਡ ਕਰਦੀ, ਐਲਵੀਓਲਾਈ ਦੀ ਸਾਰੀ ਸਤ੍ਹਾ ਨੂੰ ਫੈਲਾ ਦਿੱਤਾ ਜਾਵੇ ਲਗਭਗ 80 ਵਰਗ ਮੀਟਰ ਖੇਤਰ ਦੇ ਵਿੱਚ ਭਰ ਜਾਏਗੀ, ਮਤਲਬ ਟੈਨਿਸ ਵਾਲਾ ਇੱਕ ਗਰਾਊਂਡ ਕਵਰ ਕਰ ਦੇਗੀ। ਤੇ ਜੇਕਰ ਸਾਡੇ ਸਰੀਰ ਵਿੱਚ ਆਕਸੀਜਨ ਪ੍ਰਸਰਣ ਰਾਹੀਂ ਗਤੀ ਕਰਦੀ ਤਾਂ ਸਾਡੇ ਫੇਫੜਿਆਂ ਤੋਂ ਇੱਕ ਅਣੂ ਨੂੰ ਪੈਰ ਦੇ ਅੰਗੂਠੇ ਤੱਕ ਪਹੁੰਚਣ ਵਿੱਚ ਅਨੁਮਾਨਿਤ 3 ਸਾਲ ਦਾ ਸਮਾਂ ਲੱਗਦਾ। ਤੇ ਜੇ ਹੀਮੋਗਲੋਬਿਨ ਨਾ ਹੁੰਦਾ ਤਾਂ ਮਤਲਬ ਕਿੰਨਾ ਆਪਣੀ ਬੋਡੀ ਆਪਣੇ ਵਾਸਤੇ ਕਿੰਨੇ ਐਫਰਟ ਕਰਦੀ ਹੈ ਤੇ ਆਪਾਂ ਉਹਦਾ ਧਿਆਨ ਵੀ ਨਹੀਂ ਰੱਖਦੇ। ਇਹ ਸੀ ਆਪਣਾ ਰੈਸਪੀਰੇਟਰੀ ਸਿਸਟਮ, ਠੀਕ ਹੈ। ਰੈਸਪੀਰੇਟਰੀ ਸਿਸਟਮ ਤੋਂ ਬਾਅਦ ਹੈ ਆਪਣੇ ਕੋਲ ਟਰਾਂਸਪੋਰਟੇਸ਼ਨ। ਆਪਣੇ ਸਰੀਰ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਟਰਾਂਸਪੋਰਟੇਸ਼ਨ ਹੋਣਾ ਜ਼ਰੂਰੀ ਹੈ, ਤਾਂ ਟਰਾਂਸਪੋਰਟੇਸ਼ਨ ਦੇ ਵਿੱਚ ਕੀ ਹੁੰਦਾ ਆਪਣੇ ਕੋਲ
ਪਿਛਲੇ ਭਾਗ ਵਿੱਚ ਅਸੀਂ ਇਹ ਪੜ੍ਹਿਆ ਵੀ ਲਹੂ ਭੋਜਨ ਦਾ, ਆਕਸੀਜਨ ਦਾ ਅਤੇ ਵਾਧੂ ਪਦਾਰਥਾਂ ਦਾ ਪਰਿਵਹਨ ਅਤੇ ਢੋਆ ਢਵਾਈ ਦਾ ਕੰਮ ਕਰਦਾ ਹੈ। ਠੀਕ ਹੈ, ਤੇ ਲਹੂ ਇੱਕੋ ਇੱਕ ਆਪਣੇ ਕੋਲ ਕੀ ਹੈ, ਲਿਕੁਇਡ ਜਿਹੜਾ ਲਹੂ ਹੈ ਇੱਕੋ ਇੱਕ ਨਹੀਂ, ਇੱਕ ਲਿੰਫ ਹੁੰਦਾ ਤੇ ਇੱਕ ਬਲੱਡ ਹੁੰਦਾ ਹੈ। ਇਹ ਆਪਣੇ ਕੋਲ ਲਿਕੁਇਡ ਕਨੈਕਟਿਵ ਟਿਸ਼ੂ ਹੈ, ਫਲੂਇਡ ਕਨੈਕਟਿਵ ਟਿਸ਼ੂ ਹੈ। ਇਹ ਇੱਕ ਤਰਲ ਮਾਧਿਅਮ ਹੁੰਦਾ ਹੈ। ਠੀਕ ਹੈ, ਲਹੂ ਦੇ ਵਿੱਚ ਇੱਕ ਤਰਲ ਮਾਧਿਅਮ ਹੁੰਦਾ ਜਿਹਨੂੰ ਆਪਾਂ ਪਲਾਜ਼ਮਾ ਕਹਿੰਦੇ ਹਾਂ। ਇਵੇਂ ਵੀ ਪੁੱਛ ਲਿਆ ਜਾਂਦਾ ਲਿਕੁਇਡ ਪਾਰਟ ਆਫ ਬਲੱਡ, ਲਿਕੁਇਡ ਪਾਰਟ ਆਫ ਬਲੱਡ ਤਾਂ ਉਹ ਕੀ ਹੁੰਦਾ ਪਲਾਜ਼ਮਾ। ਠੀਕ ਹੈ, ਤੇ ਬਲੱਡ ਦੇ ਵਿੱਚ ਲਗਭਗ 55% ਪਲਾਜ਼ਮਾ ਹੁੰਦਾ ਤੇ ਆਰਬੀਸੀ ਹੁੰਦੇ ਨੇ ਲਗਭਗ 45% ਤੇ ਡਬਲਯੂਬੀਸੀ ਤੇ ਪਲੇਟਲੇਟਸ ਲਗਭਗ 1% ਆਰਬੀਸੀ ਲਾਲ ਰੰਗ ਦੇ ਹੁੰਦੇ ਨੇ ਤੇ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦਾ ਟਰਾਂਸਪੋਰਟੇਸ਼ਨ ਆਰਬੀਸੀ ਕਰਦੇ ਨੇ। ਡਬਲਯੂਬੀਸੀ ਆਪਣੀ ਬੋਡੀ ਦੇ ਸੋਲਜਰ ਸੈੱਲ, ਸੋਲਜਰ ਮਤਲਬ ਇਹ ਬਾਹਰ ਵਾਲੇ ਸਾਰੇ ਦੇ ਸਾਰੇ ਬੈਕਟੀਰੀਆ ਤੇ ਵਾਇਰਸ ਨਾਲ ਫਾਈਟ ਕਰਦੇ, ਤਾਂ ਕਰਕੇ ਇਹਨਾਂ ਨੂੰ ਸੋਲਜਰ ਸੈੱਲ ਕਿਹਾ ਜਾਂਦਾ ਹੈ। ਤੇ ਪਲੇਟਲੇਟਸ ਆਪਣੀ ਬਲੱਡ ਦੀ ਕਲੌਟਿੰਗ ਵਾਸਤੇ। ਠੀਕ ਹੈ, ਤੇ ਇਹ ਕੀ ਕਰਦੇ ਨੇ, ਇੱਕ ਪਲਾਜ਼ਮਾ ਜਿਹੜਾ ਭੋਜਨ, ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰੋਜਨੀ ਫਾਲਤੂ ਪਦਾਰਥਾਂ ਦਾ ਘੋਲ ਦੇ ਰੂਪ ਵਿੱਚ ਪਰਿਵਹਨ ਟਰਾਂਸਪੋਰਟ ਕਰਦਾ ਹੈ। ਆਕਸੀਜਨ ਨੂੰ ਲਾਲ ਜਿਹੜੇ ਬਲੱਡ ਸੈੱਲ ਨੇ ਉਹ ਲੈ ਕੇ ਜਾਂਦੇ ਨੇ। ਬਹੁਤ ਸਾਰੇ ਹੋਰ ਪਦਾਰਥ ਜਿਵੇਂ ਕਿ ਲਹੂ ਦਾ ਪਰਿਵਹਨ ਵੀ ਲਹੂ ਲੂਣਾ ਮਤਲਬ ਜਿੰਨੇ ਵੀ ਮਿਨਰਲਸ ਹੁੰਦੇ ਨੇ ਉਹਨਾਂ ਦਾ ਜਿਹੜਾ ਟਰਾਂਸਪੋਰਟੇਸ਼ਨ ਹੈ ਉਹ ਵੀ ਬਲੱਡ ਕਰਦਾ ਹੈ। ਤੇ ਇੱਕ ਪੰਪ ਯੰਤਰ ਦੀ ਜੋ ਜ਼ਰੂਰਤ ਹੈ ਜਿਹੜਾ ਉਹਨਾਂ ਨੂੰ ਧਕੇਲ ਸਕੇ, ਉਹ ਆਪਣੇ ਸਰੀਰ ਦੇ ਵਿੱਚ ਹਾਰਟ ਹੁੰਦਾ। ਠੀਕ ਹੈ, ਹਾਰਟ ਦਾ ਕੰਮ ਸਿਰਫ ਬਲੱਡ ਨੂੰ ਪੰਪ ਕਰਨਾ ਹੁੰਦਾ, ਹੋਰ ਇਹਦੇ ਵਿੱਚ ਕੋਈ ਫੀਲਿੰਗਸ ਨਹੀਂ ਹੁੰਦੀਆਂ, ਕੋਈ ਕੁਝ ਨਹੀਂ ਹੁੰਦਾ। ਸਾਰਾ ਫੀਲਿੰਗਸ ਵਾਲਾ ਸਾਰਾ ਸਿਸਟਮ, ਸਾਰਾ ਹਿਸਾਬ ਕਿਤਾਬ ਆਪਣਾ ਬ੍ਰੇਨ ਕਰਦਾ। ਠੀਕ ਹੈ, ਤੇ ਜੇ ਇਸ ਪ੍ਰਬੰਧ ਵਿੱਚ ਕੋਈ ਵੀ ਨੁਕਸ ਪੈ ਜਾਵੇ ਤਾਂ ਮਤਲਬ ਇਹਦੀ ਮੁਰੰਮਤ ਹੋ ਵੀ ਸਕਦੀ ਹੁੰਦੀ ਹੈ, ਕੁਝ ਕੇਸਿਸ ਵਿੱਚ ਨਹੀਂ ਵੀ ਹੋ ਸਕਦੀ। ਠੀਕ ਹੈ ਜੀ, ਉਸ ਤੋਂ ਬਾਅਦ ਹਾਰਟ ਮਤਲਬ ਜਿਹੜਾ ਪੰਪ ਹੈ, ਆਪਣਾ ਜਿਹੜਾ ਦਿਲ ਹੈ ਪੇਸ਼ੀਆਂ ਦਾ ਬਣਿਆ ਹੋਇਆ। ਠੀਕ ਹੈ, ਮਤਲਬ ਇਹ ਮਸਲਸ ਦਾ ਬਣਿਆ ਹੁੰਦਾ, ਕਾਰਡੀਅਕ ਮਸਲ ਜਿਹੜਾ ਆਪਣਾ ਦਿਲ ਹੈ ਉਹ ਕਾਰਡੀਅਕ ਮਸਲਸ ਦਾ ਬਣਿਆ ਹੁੰਦਾ, ਜਿਹੜੇ 24/7 ਕੰਮ ਕਰਦੇ ਨੇ। ਤੇ ਦਿਲ ਜੋ ਮੁੱਠੀ ਦੇ ਆਕਾਰ ਦਾ ਹੁੰਦਾ, ਆਪਦੇ ਤੁਸੀਂ ਖੱਬੇ ਹੱਥ ਦੀ ਮੁੱਠੀ ਨੂੰ ਬੰਦ ਕਰੋ ਅੰਗੂਠਾ ਵਿੱਚ ਰੱਖ ਕੇ, ਤੇ ਜਿੰਨਾ ਉਹਦਾ ਸਾਈਜ਼ ਹੋਵੇ ਉਹਨਾਂ ਤੁਹਾਡਾ ਦਿਲ ਦਾ ਸਾਈਜ਼ ਹੋਵੇਗਾ। ਲਹੂ ਨੇ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੋਵੇਂ ਲੈ ਕੇ ਜਾਣਾ ਹੁੰਦਾ। ਇਹ ਆਕਸੀਜਨ ਯੁਕਤ ਲਹੂ ਨੂੰ ਕਾਰਬਨ ਡਾਈਆਕਸਾਈਡ ਵਾਲੇ ਲਹੂ ਵਿੱਚ ਰਲਣ ਤੋਂ ਬਚਾਉਣ ਲਈ ਦਿਲ ਵਿੱਚ ਅਲੱਗ-ਅਲੱਗ ਖਾਨੇ ਹੁੰਦੇ ਨੇ। ਇਹ 4 ਹਿੱਸਿਆਂ ਵਿੱਚ ਵੰਡਿਆ ਹੁੰਦਾ, ਇੱਕ ਸੱਜਾ ਔਰੀਕਲ, ਇੱਕ ਸੱਜਾ ਵੈਂਟਰੀਕਲ, ਖੱਬਾ ਔਰੀਕਲ ਤੇ ਖੱਬਾ ਵੈਂਟਰੀਕਲ। ਖੱਬੇ ਪਾਸੇ ਜਿਹੜਾ ਹੈ ਸ਼ੁੱਧ ਖੂਨ ਹੁੰਦਾ, ਖੱਬੇ ਪਾਸੇ ਸ਼ੁੱਧ ਖੂਨ ਹੁੰਦਾ ਤੇ ਸੱਜੇ ਪਾਸੇ ਅਸ਼ੁੱਧ। ਤੇ ਇੱਥੇ ਅਸ਼ੁੱਧ ਦਾ ਮਤਲਬ ਆਕਸੀਜਨ ਰਹਿਤ ਖੂਨ ਹੁੰਦਾ। ਠੀਕ ਹੈ, ਕਾਰਬਨ ਡਾਈਆਕਸਾਈਡ ਸੰਚਿਤ ਲਹੂ ਨੂੰ ਕਾਰਬਨ ਡਾਈਆਕਸਾਈਡ ਛੱਡਣ ਵਾਸਤੇ ਫੇਫੜਿਆਂ ਵਿੱਚ ਜਾਣਾ ਹੁੰਦਾ। ਠੀਕ ਹੈ, ਇੱਥੋਂ ਸਾਰਾ ਜਿਹੜਾ ਖੂਨ ਹੈ ਉਹ ਸਰੀਰ ਦੇ ਹਿੱਸਿਆਂ ਵਿੱਚੋਂ ਇਹਦੇ ਵਿੱਚ ਆਉਂਦਾ, ਸੱਜੇ ਵੈਂਟਰੀਕਲ ਵਿੱਚੋਂ। ਇੱਥੋਂ ਸਾਰਾ ਦਾ ਸਾਰਾ ਜਿਹੜਾ ਖੂਨ ਹੈ ਉਹ ਕਿੱਥੇ ਆਉਂਦਾ, ਉਹ ਤਾਂ ਫੇਫੜਿਆਂ ਵਿੱਚ ਜਾਂਦਾ। ਫੇਫੜਿਆਂ ਵਿੱਚੋਂ ਬਲੱਡ ਪਿਓਰੀਫਾਈ ਹੋ ਕੇ ਖੱਬੇ ਵੈਂਟਰੀਕਲ ਵਿੱਚ ਆਉਂਦਾ, ਫਿਰ ਉਸ ਤੋਂ ਬਾਅਦ ਖੱਬੇ ਔਰੀਕਲ ਤੋਂ ਬਾਹਰ ਟਰਾਂਸਮਿਟ ਕਰ ਦਿੱਤਾ ਜਾਂਦਾ। ਤਾਂ ਇਹ ਜਿਹੜਾ ਆਕਸੀਜਨ ਯੁਕਤ ਖੂਨ ਹੈ ਉਹ ਬਾਕੀ ਭਾਗਾਂ ਨੂੰ ਪੰਪ ਕਰ ਦਿੱਤਾ ਜਾਂਦਾ। ਤੇ ਇਹ ਵੱਖ-ਵੱਖ ਚਰਨਾਂ ਵਿੱਚ ਵੱਖ-ਵੱਖ ਸਟੈਪ ਵਿੱਚ ਹੁੰਦੇ। ਆਕਸੀਜਨ ਯੁਕਤ ਲਹੂ ਫੇਫੜਿਆਂ ਤੋਂ ਦਿਲ ਦੇ ਪਤਲੀਆਂ ਕੰਧਾਂ ਵਾਲੇ ਖੱਬੇ ਖਾਨੇ, ਜਿਹੜਾ ਖੱਬਾ ਖਾਨਾ ਭਾਵ ਖੱਬੇ ਔਰੀਕਲ ਵਿੱਚ ਜਾਂਦਾ। ਇਹ ਲਹੂ ਇਕੱਠਾ ਕਰਨ ਸਮੇਂ ਜਦੋਂ ਆਪਾਂ ਲਹੂ ਇਕੱਠਾ ਕਰਾਂਗੇ ਤਾਂ ਖੱਬਾ ਆਰੀਕਲ ਸਥਿਰ ਰਹਿੰਦਾ, ਫਿਰ ਉਸ ਤੋਂ ਬਾਅਦ ਇਹ ਸੁੰਗੜਦਾ ਤੇ ਅਗਲਾ ਖਾਨਾ ਮਤਲਬ ਪਹਿਲਾਂ ਇਹ ਸੁੰਗੜਦਾ ਤੇ ਖੱਬਾ ਖਾਨਾ ਫੈਲਦਾ, ਤਾਂ ਲਹੂ ਉਸ ਵਿੱਚ ਦਾਖਲ, ਇਹ ਸੁੰਗੜੇਗਾ, ਜਿਹੜਾ ਸੁੰਗੜੇਗਾ ਉਹਦੇ 'ਚ ਪ੍ਰੈਸ਼ਰ ਜ਼ਿਆਦਾ ਹੋਏਗਾ ਤੇ ਜਿਹੜਾ ਫੈਲੇਗਾ ਉਹਦੇ 'ਚ ਪ੍ਰੈਸ਼ਰ ਘੱਟ ਹੋਏਗਾ, ਤਾਂ ਇਹ ਇੱਧਰੋਂ ਚਲਾ ਜਾਏਗਾ, ਉਧਰ ਪਾਰਟ ਦੇ ਵਿੱਚ ਦਾਖਲ ਹੋ ਗਿਆ, ਲਹੂ ਉਹਦੇ ਵਿੱਚ ਦਾਖਲ ਹੋ ਗਿਆ। ਠੀਕ ਹੈ, ਆਪਣੀ ਵਾਰੀ 'ਤੇ ਜਦੋਂ ਖੱਬਾ ਵੈਂਟਰੀਕਲ ਸੁੰਗੜਦਾ ਤਾਂ ਲਹੂ ਜਿਹੜਾ ਸਰੀਰ ਵਿੱਚ ਪੰਪ ਹੋ ਜਾਂਦਾ ਤੇ ਉੱਪਰ ਵਾਲਾ ਸੱਜਾ ਖਾਨਾ ਭਾਵ ਸੱਜਾ ਔਰੀਕਲ ਜਦੋਂ ਫੈਲਦਾ ਤਾਂ ਜਿਹੜਾ ਸਰੀਰ ਤੋਂ ਆਕਸੀਜਨ ਰਹਿਤ ਲਹੂ ਇਸ ਵਿੱਚ ਆਇਆ ਹੁੰਦਾ ਹੈ। ਠੀਕ ਹੈ, ਉਹ ਸੱਜੇ ਆਰੀਕਲ ਜਦੋਂ ਸੁੰਗੜਦਾ ਤਾਂ ਉਹ ਹੀਟ ਵਾਲਾ ਜਿਹੜਾ ਉਹਦੇ ਖਾਨਾ ਹੁੰਦਾ ਉਹ ਸੱਜਾ ਵੈਂਟਰੀਕਲ ਫੈਲ ਜਾਂਦਾ। ਇਸ ਨਾਲ ਲਹੂ ਸੱਜੇ ਵੈਂਟਰੀਕਲ ਵਿੱਚ ਚਲਾ ਜਾਂਦਾ, ਉਸ ਤੋਂ ਬਾਅਦ ਫੇਫੜਿਆਂ ਨੂੰ ਪੰਪ ਕਰ ਦਿੰਦਾ। ਠੀਕ ਹੈ, ਥੋੜਾ ਜਿਹਾ ਸਿਸਟਮ ਸਮਝਣ ਵਾਲਾ ਹੈ। ਠੀਕ ਹੈ, ਬਸ ਸਰੀਰ ਦੇ ਵਿੱਚ ਖੂਨ ਜਿਹੜਾ ਆਉਂਦਾ ਉਹ ਆਉਂਦਾ ਖੱਬੇ ਵੈਂਟਰੀਕਲ ਸੱਜੇ ਵੈਂਟਰੀਕਲ ਦੇ ਵਿੱਚ,
ਸੱਜੇ ਵੈਂਟਰੀਕਲ ਤੋਂ ਖੱਬੇ ਵਿੱਚ ਜਾਂਦਾ ਹੈ, ਠੀਕ ਹੈ, ਤੇ ਸੱਜੇ ਤੋਂ ਵੈਂਟਰੀਕਲ ਤੋਂ ਸੱਜੇ ਔਰੀਕਲ ਵਿੱਚ, ਉਸ ਤੋਂ ਬਾਅਦ ਲੰਗਸ ਦੇ ਵਿੱਚ ਇਹ ਸਾਰਾ ਸਿਸਟਮ ਇਵੇਂ ਚੱਲਦਾ ਰਹਿੰਦਾ। ਉਸ ਤੋਂ ਬਾਅਦ ਜਿਹੜੇ ਵਾਲਵ ਨੇ, ਜਦੋਂ ਔਰੀਕਲ ਜਾਂ ਵੈਂਟਰੀਕਲ ਸੁੱਕਦੇ ਹਨ ਤਾਂ ਜਿਹੜੇ ਵਾਲਵ ਉਹ ਲਹੂ ਦੇ ਪ੍ਰਵਾਹ ਨੂੰ ਉਲਟੀ ਦਿਸ਼ਾ ਵਿੱਚ ਰੋਕਣ ਤੋਂ ਰੋਕਦੇ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਹੁੰਦੇ ਨੇ ਬਲੱਡ ਵੈਸਲਸ। ਜਿਹੜੇ ਬਲੱਡ ਵੈਸਲਸ ਆਪਣੇ ਕੋਲ ਤਿੰਨ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦੇ ਨੇ ਆਰਟਰੀਜ਼, ਜਿਹੜੀਆਂ ਹੁੰਦੀਆਂ ਧਮਨੀਆਂ, ਇਹ ਕੀ ਕਰਦੀਆਂ ਨੇ, ਸ਼ੁੱਧ ਲਹੂ ਨੂੰ ਲੈ ਕੇ ਜਾਂਦੀਆਂ, ਠੀਕ ਹੈ। ਇੱਕ ਹੁੰਦੇ ਨੇ ਵੀਨਸ, ਜਿਹੜੀਆਂ ਅਸ਼ੁੱਧ ਦਾ ਮਤਲਬ ਕਾਰਬਨ ਡਾਈਆਕਸਾਈਡ ਆ। ਹੁੰਦੇ ਨੇ ਕੈਪਿਲਰੀਜ਼, ਜਿੱਥੇ ਇਹ ਜਾ ਕੇ ਆਪਸ ਦੇ ਵਿੱਚ ਮਿਲਦੇ ਹਨ, ਠੀਕ ਹੈ। ਤੇ ਵੀਨਸ ਦੇ ਵਿੱਚ ਵਾਲਵ ਹੁੰਦੇ ਨੇ, ਵੀ ਫॉर ਵੀਨਸ, ਵੀ ਫॉर ਵਾਲਵ। ਆਰਟਰੀਜ਼ ਦੇ ਵਿੱਚ ਵਾਲਵ ਐਬਸੈਂਟ ਹੁੰਦੇ ਨੇ। ਆਰਟਰੀਜ਼ ਦੀਆਂ ਕੰਧਾਂ ਮੋਟੀਆਂ ਹੁੰਦੀਆਂ ਤੇ ਵੀਨਸ ਦੀਆਂ ਕੰਧਾਂ ਪਤਲੀਆਂ ਹੁੰਦੀਆਂ, ਠੀਕ ਹੈ। ਆ ਆਪਣਾ ਹਾਰਟ ਹੈ, ਠੀਕ ਹੈ। ਆਹ ਹੁੰਦੀਆਂ ਨੇ ਕੋਸ਼ਿਕਾਵਾਂ, ਠੀਕ ਹੈ। ਇੱਥੋਂ ਖੂਨ ਡੀਆਕਸੀਜਨੇਟਿਡ ਬਲੱਡ ਇੱਥੋਂ ਇੱਥੇ ਗਿਆ, ਠੀਕ ਹੈ। ਪਹਿਲਾਂ ਬਲੱਡ ਦੇ ਵਿੱਚ ਹਾਰਟ ਦੇ ਵਿੱਚ ਗਿਆ, ਠੀਕ ਹੈ। ਉਸ ਤੋਂ ਬਾਅਦ ਇੱਥੋਂ ਇੱਥੇ ਪਹੁੰਚ ਗਿਆ, ਠੀਕ ਹੈ। ਇੱਥੋਂ ਚਲਦਾ ਚਲਦਾ ਆਪਣੇ ਕੋਲ ਇੱਥੋਂ ਬਲੱਡ ਇੱਥੇ, ਠੀਕ ਹੈ। ਤਾਂ ਇੱਥੇ ਆਪਣੇ ਕੋਲ ਕੀ ਆਏਗਾ, ਸੱਜੇ ਔਰੀਕਲ ਤੋਂ ਖੱਬੇ ਸੱਜੇ ਵੈਂਟਰੀਕਲ। ਇੱਥੋਂ ਜਿਹੜਾ ਬਲੱਡ ਹੈ ਉਹ ਫੇਫੜਿਆਂ ਦੇ ਵਿੱਚ ਚਲਾ ਗਿਆ, ਫੇਫੜਿਆਂ ਦੇ ਵਿੱਚੋਂ ਹੋ ਕੇ ਪਿਓਰੀਫਾਈ ਇੱਥੇ ਕੀ ਹੈ, ਆਕਸੀਜਨ ਲਈ ਜਾਵੇਗੀ, ਠੀਕ ਹੈ। ਤੇ ਕਾਰਬਨ ਡਾਈਆਕਸਾਈਡ ਬਾਹਰ ਛੱਡੀ ਜਾਵੇਗੀ, ਆਕਸੀਜਨ ਵਾਪਸੀ, ਕਾਰਬਨ ਡਾਈਆਕਸਾਈਡ ਬਾਹਰ। ਫਿਰ ਇਹ ਬਲੱਡ ਦੇ ਆਪਣਾ ਖੱਬੇ ਪਾਸੇ ਆ ਗਿਆ, ਠੀਕ ਹੈ। ਪਹਿਲਾਂ ਖੱਬੇ ਔਰੀਕਲ ਤੇ ਫਿਰ ਖੱਬੇ ਵੈਂਟਰੀਕਲ ਤੇ ਫਿਰ ਬॉडी ਪਾਰਟਸ ਵਿੱਚ। ਤਾਂ ਇਹਨੂੰ ਕੀ ਕਹਿੰਦੇ ਨੇ, ਦੂਰੀ ਲਹੂ ਗੇੜ ਕਰਨਾ, ਡਬਲ ਸਰਕੂਲੇਸ਼ਨ। ਕਿਉਂ? ਕਿਉਂਕਿ ਇੱਕ ਵਾਰੀ ਖੂਨ ਨੂੰ ਹਾਰਟ ਦੇ ਵਿੱਚੋਂ ਦੋ ਵਾਰੀ ਲੰਘਣਾ ਪੈਣਾ, ਇੱਕ ਵਾਰੀ ਇਵੇਂ, ਫਿਰ ਇਵੇਂ, ਫਿਰ ਇਵੇਂ, ਫਿਰ ਇੱਕੋ ਖੂਨ ਨੂੰ ਦੋ ਵਾਰੀ ਲੰਘਣਾ ਪੈਣਾ, ਠੀਕ ਹੈ। ਇਹਨੂੰ ਕੀ ਕਹਿੰਦੇ, ਦੂਰੀ ਲਹੂ ਗੇੜ ਕਰਨਾ। ਤਾਂ ਇਹਦੇ ਲਈ ਦੂਰੀ ਲਹੂ ਗੇੜ ਪ੍ਰਣਾਲੀ ਦੀ ਜ਼ਿਆਦਾ ਲੋੜ ਹੁੰਦੀ ਹੈ, ਇਹਦਾ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ। ਤਾਂ ਦਿਲ ਦੇ ਸੱਜੇ ਭਾਗ ਅਤੇ ਖੱਬੇ ਭਾਗ ਵਿੱਚ ਵੰਡ ਆਕਸੀਜਨ ਯੁਕਤ ਲਹੂ ਅਲੱਗ-ਅਲੱਗ ਹੁੰਦਾ ਹੈ, ਆਪਸ ਵਿੱਚ ਮਿਲਣ ਤੋਂ ਰੋਕਣ ਲਈ ਲਾਭਦਾਇਕ ਹੁੰਦੇ ਨੇ। ਇਸ ਵੰਡ ਨਾਲ ਸਰੀਰ ਨੂੰ ਆਕਸੀਜਨ ਦੀ ਪੂਰਤੀ ਵਧੇਰੇ ਕਾਰਜਕੁਸ਼ਲ ਢੰਗ ਨਾਲ ਹੋਵੇਗੀ, ਠੀਕ ਹੈ। ਜਿਹੜੇ ਪੰਛੀ ਤੇ ਥਣਧਾਰੀ ਜੀਵ ਨੇ ਉਹਨਾਂ ਨੂੰ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ, ਇਸ ਲਈ ਬਹੁਤ ਲਾਭਦਾਇਕ ਹੋਏਗਾ ਕਿ ਉਹ ਆਪਣੇ ਸਰੀਰ ਦਾ ਜਿਹੜਾ ਤਾਪਮਾਨ ਬਣਾਈ ਰੱਖਣ ਅਤੇ ਲਗਾਤਾਰ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ। ਤੇ ਜੰਤੂ ਜਿਨ੍ਹਾਂ ਨੇ ਇਸ ਊਰਜਾ ਦਾ ਉਪਯੋਗ ਨਹੀਂ ਕਰਨਾ ਹੁੰਦਾ, ਜਿਨ੍ਹਾਂ ਦੇ ਸਰੀਰ ਦਾ ਤਾਪਮਾਨ ਵਾਤਾਵਰਣ ਦੇ ਤਾਪਮਾਨ ਉੱਪਰ ਨਿਰਭਰ ਕਰਦਾ ਹੈ, ਠੀਕ ਹੈ, ਜਿਵੇਂ ਜਲ ਥਲੀ ਜੰਤੂ ਜਾਂ ਰੀਂਗਣ ਵਾਲੇ ਜੰਤੂ, ਉਹਨਾਂ ਦੇ ਵਿੱਚ ਤਿੰਨ ਖਾਨਿਆਂ ਵਾਲਾ ਹੁੰਦਾ ਹੈ, ਠੀਕ ਹੈ। ਇਹ ਹੁਣ ਕਿਵੇਂ ਯਾਦ ਰੱਖਿਆ ਜਾ ਸਕਦਾ, ਜਿਹੜੇ ਤੇ ਜਲ ਵਿੱਚ ਰਹਿਣ ਵਾਲੇ ਹੁੰਦੇ ਨੇ, ਜਲੀ, ਠੀਕ ਹੈ। ਜਲ, ਇਹਦੇ ਦੋ ਅੱਖਰ ਨੇ, ਉਹਨਾਂ ਵਿੱਚ ਦੋ ਖਾਨਿਆਂ ਵਾਲਾ ਹਾਰਟ ਹੁੰਦਾ, ਠੀਕ ਹੈ। ਜਿਹੜੇ ਰੀਂਗਣ ਵਾਲੇ ਹੁੰਦੇ ਨੇ, ਠੀਕ ਹੈ, ਆਹ ਤਿੰਨ ਅੱਖਰ ਹੋ ਗਏ, ਉਹਨਾਂ ਦੇ ਵਿੱਚ ਖੂਨ ਦੇ ਤਿੰਨ ਖਾਨੇ ਹੁੰਦੇ ਨੇ, ਜਿਹੜਾ ਮਰਜ਼ੀ ਆ ਜਾਏ, ਤੁਹਾਨੂੰ ਜੋ ਮਰਜ਼ੀ ਪੁੱਛਿਆ ਜਾਵੇ। ਤੇ ਜਿਹੜੇ ਥਣਧਾਰੀ ਹੁੰਦੇ ਨੇ, ਥਣਧਾਰੀ, ਠੀਕ ਹੈ, ਇਹ ਚਾਰ ਹੋ ਗਏ, ਤਾਂ ਇਹਦੇ ਚਾਰ ਖਾਨੇ ਹੁੰਦੇ ਨੇ। ਆਹ ਟ੍ਰਿਕ ਨਾਲ ਯਾਦ ਰੱਖ ਸਕਦੇ ਹੋ। ਤੇ ਇੱਕ ਜਿਹੜੇ ਪੰਛੀ ਹੁੰਦੇ ਨੇ ਉਹਨਾਂ ਨੂੰ ਵੀ ਜ਼ਿਆਦਾ ਊਰਜਾ ਚਾਹੀਦੀ ਹੁੰਦੀ, ਉਹਨਾਂ ਵਿੱਚ ਵੀ 4 ਚੈਂਬਰਡ ਹਾਰਟ ਹੁੰਦਾ, ਉਹਨਾਂ ਵਿੱਚ ਵੀ 4 ਚੈਂਬਰਡ ਹਾਰਟ ਹੁੰਦਾ। ਤੇ ਜਿਹੜੀ ਮੱਛੀ ਹੈ ਦੇ ਦਿਲ ਦੇ ਕੇਵਲ ਦੋ ਹੀ ਖਾਨੇ ਹੁੰਦੇ ਨੇ। ਇਹ ਇੱਥੋਂ ਜਿਹੜਾ ਲਹੂ ਹੈ ਉਹ ਉਹਦੇ ਵਿੱਚ ਇੱਕ ਪਾਰਟ ਹੁੰਦਾ, ਗਣਜ, ਉਹਨੂੰ ਭੇਜਿਆ ਜਾਂਦਾ ਤੇ ਉੱਥੇ ਜਿਹੜਾ ਹਾਰਟ ਦੇ ਵਿੱਚੋਂ ਬਲੱਡ ਪੰਪ ਕਰਕੇ ਤੇ ਪਿਓਰੀਫਾਈ ਹੋ ਕੇ ਉਸ ਤੋਂ ਬਾਅਦ ਵਾਪਸੀ ਹਾਰਟ ਵਿੱਚ ਨਹੀਂ ਆਉਂਦਾ, ਉਹਦੇ ਵਿੱਚ ਡਬਲ ਸਰਕੂਲੇਸ਼ਨ ਨਹੀਂ ਹੁੰਦੀ, ਠੀਕ ਹੈ। ਉਸ ਤੋਂ ਬਾਅਦ ਹੈ ਬਲੱਡ ਪ੍ਰੈਸ਼ਰ। ਆਹ ਉਹ ਕੁਐਸਚਨ ਜਿਹੜਾ ਪਿਛਲੀ ਵਾਰੀ ਪੁੱਛਿਆ ਗਿਆ ਸੀ। ਲਹੂ ਜੋ ਵਹਿਣੀਆਂ ਦੀ ਦੀਵਾਰ ਦੇ ਵਿਰੁੱਧ ਬਲ ਲਗਾਉਂਦਾ ਉਸ ਨੂੰ ਲਹੂ ਦਾ ਦਬਾਅ, ਉਹਨੂੰ ਬਲੱਡ ਪ੍ਰੈਸ਼ਰ ਕਹਿੰਦੇ ਨੇ। ਇਹ ਜਿਹੜਾ ਦਬਾਅ ਹੈ ਸ਼ਿਰਾਵਾਂ ਦੇ ਟਾਕਰੇ ਵਿੱਚ ਧਮਨੀਆਂ ਵਿੱਚ ਜ਼ਿਆਦਾ ਹੁੰਦਾ, ਕਿਉਂਕਿ ਧਮਨੀਆਂ ਨੇ ਪਿਓਰ ਖੂਨ ਲੈ ਕੇ ਜਾਂਦਾ। ਧਮਨੀਆਂ ਵਿੱਚ ਜਿਹੜਾ ਸਿਸਟੋਲਿਕ ਤੇ ਡਾਇਆਸਟੋਲਿਕ ਪ੍ਰੈਸ਼ਰ ਹੈ 120 ਤੇ 80 ਹੁੰਦਾ। ਤੇ ਜਿਹੜਾ ਇੰਸਟਰੂਮੈਂਟ ਇਹਨੂੰ ਮੈਜ਼ਰ ਕਰਨ ਦਾ ਕੰਮ ਕਰਦਾ ਹੈ ਉਹਨੂੰ ਕਹਿੰਦੇ ਨੇ ਸਫਿਗਮੋਮੈਨੋਮੀਟਰ। ਇਹ ਕੁਐਸਚਨ ਪਿਛਲੀ ਵਾਰੀ ਪੁੱਛਿਆ ਆਇਆ ਸੀ, ਸਫਿਗਮੋਮੈਨੋਮੀਟਰ ਉਹ ਵਾਲਾ ਇੰਸਟਰੂਮੈਂਟ ਜਿਹੜਾ ਲਹੂ ਦੇ ਦਬਾਅ ਨੂੰ ਮਾਪਦੇ। ਜੇ ਬਲੱਡ ਦਾ ਪ੍ਰੈਸ਼ਰ ਵੱਧ ਜਾਵੇ ਤਾਂ ਆਪਾਂ ਹਾਈ ਬਲੱਡ ਪ੍ਰੈਸ਼ਰ ਕਹਿ ਦਿੰਦੇ ਹਾਂ, ਤੇ ਜੇ ਘਟ ਜਾਵੇ ਤਾਂ ਲੋ ਬਲੱਡ ਪ੍ਰੈਸ਼ਰ ਕਹਿ ਦਿੰਦੇ ਹਾਂ, ਠੀਕ ਹੈ ਜੀ। ਤੇ ਜਿਹੜੇ ਆਰਬੀਸੀ ਹੁੰਦੇ ਨੇ ਆਪਣੇ, ਉਸ ਤੋਂ ਬਾਅਦ ਲਹੂ ਵਹਿਣੀਆਂ ਜੋ ਦਿਲ ਤੋਂ ਸਰੀਰ ਦੇ ਵੱਖ-ਵੱਖ ਭਾਗਾਂ ਨੂੰ ਲੈ ਕੇ ਜਾਂਦੇ ਨੇ, ਉਹਦੇ ਨੇ ਧਮਨੀਆਂ। ਲਹੂ ਦਿਲ ਵਿੱਚੋਂ ਉੱਚ ਦਬਾਅ ਅਧੀਨ ਨਿਕਲਦਾ ਹੈ, ਤਾਂ ਧਮਨੀਆਂ ਦੀਆਂ ਕੰਧਾਂ ਮੋਟੀਆਂ ਹੁੰਦੀਆਂ ਨੇ ਤੇ ਲਚਕੀਲੀਆਂ, ਫਲੈਕਸੀਬਲ ਹੁੰਦੀਆਂ ਨੇ।
ਇਹਨਾਂ ਨੇ ਵੱਖ-ਵੱਖ ਅੰਗਾਂ ਤੋਂ ਲਹੂ ਨੂੰ ਇਕੱਠਾ ਕਰਕੇ ਵਾਪਸ ਦਿਲ ਵਿੱਚ ਲਿਆਉਂਦੀਆਂ ਨੇ। ਤਾਂ ਇਹਨਾਂ ਨੂੰ ਜਿਹੜੀਆਂ ਸ਼ਿਰਾਵਾਂ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ, ਵੱਖ-ਵੱਖ ਅੰਗਾਂ ਤੋਂ ਇਕੱਠਾ ਕਰਕੇ ਖੂਨ ਲਿਆਉਂਦੇ ਨੇ। ਇਹਨਾਂ ਨੂੰ ਮੋਟੀ ਦੀਵਾਰ ਦੀ ਜ਼ਰੂਰਤ ਨਹੀਂ ਹੁੰਦੀ ਤੇ ਇਹਨਾਂ ਵਿੱਚ ਇੱਕ ਹੀ ਦਿਸ਼ਾ ਵਿੱਚ ਚਲਾਉਣ ਲਈ ਵਾਲਵ ਲੱਗੇ ਹੁੰਦੇ ਨੇ। ਹੁਣ ਵਾਲਵ ਸ਼ਿਰਾਵਾਂ ਵਿੱਚ ਹੁੰਦੇ ਨੇ ਪਰ ਧਮਨੀਆਂ ਵਿੱਚ ਨਹੀਂ ਹੁੰਦੇ। ਕਿਸੇ ਵੀ ਸਰੀਰ ਦੇ ਅੰਗ ਜਾਂ ਟਿਸ਼ੂ ਤੱਕ ਪਹੁੰਚ ਕੇ ਜਿਹੜੇ ਧਮਨੀਆਂ ਬਰੀਕ ਬਰੀਕ ਵਹਿਣੀਆਂ ਵਿੱਚ ਵੰਡੀਆਂ ਜਾਂਦੀਆਂ ਨੇ ਤੇ ਜਿੱਥੇ ਲਹੂ ਦਾ ਸਿੱਧਾ ਸੰਪਰਕ ਹੋ ਜਾਵੇ, ਸਭ ਤੋਂ ਛੋਟੀਆਂ ਲਹੂ ਦੀ ਜਿਹੜੀ ਵਹਿਣੀਆਂ ਦੀ ਦੀਵਾਰਾਂ ਦੀ ਮੋਟਾਈ ਇੱਕ ਸੈੱਲ ਦੀ ਹੁੰਦੀ ਤਾਂ ਉਹਨਾਂ ਨੂੰ ਕਹਿੰਦੇ ਨੇ ਕੋਸ਼ਿਕਾਵਾਂ। ਕੋਸ਼ਿਕਾਵਾਂ ਉਹ ਹੁੰਦੀਆਂ ਨੇ ਜਿੱਥੇ ਧਮਨੀਆਂ ਆਪਸ ਵਿੱਚ ਜਾ ਕੇ ਸ਼ਿਰਾਵਾਂ ਨਾਲ ਮਿਲ ਜਾਂਦੀਆਂ, ਧਮਨੀਆਂ ਅਤੇ ਸ਼ਿਰਾਵਾਂ ਆਪਸ ਦੇ ਵਿੱਚ ਮਿਕਸ ਹੋ ਜਾਂਦੇ ਨੇ। ਜਿਹੜੇ ਪਲੈਟਲੇਟਸ ਨੇ ਉਹ ਜੇ ਆਪਣੇ ਸਰੀਰ ਦੇ ਵਿੱਚ ਲਹੂ ਦਾ ਰਿਸਾਵ ਹੋ ਜਾਵੇ ਤਾਂ ਪਲੈਟਲੇਟਸ ਕੀ ਕਰਦੇ ਨੇ, ਉਸ ਖੂਨ ਨੂੰ ਜਮਾ ਦਿੰਦੇ ਨੇ ਤੇ ਜਿਹਦੇ ਨਾਲ ਲਹੂ ਦਾ ਰਸਨਾ ਬੰਦ ਹੋ ਜਾਂਦਾ। ਪਲੈਟਲੇਟਸ ਕੀ ਕਰਦੇ ਨੇ, ਖੂਨ ਨੂੰ ਜਮਾ ਦਿੰਦੇ ਨੇ। ਠੀਕ ਹੈ, ਉਸ ਤੋਂ ਬਾਅਦ ਥੋੜਾ ਜਿਹਾ ਫੈਕਚੁਅਲ ਡਾਟਾ, ਜਿਹੜੇ ਆਰਬੀਸੀ ਹੁੰਦੇ ਨੇ ਉਹਨਾਂ ਵਿੱਚ ਨਿਊਕਲੀਅਸ ਨਹੀਂ ਹੁੰਦਾ। ਠੀਕ ਹੈ, ਜਿਹੜੇ WBC ਹੁੰਦੇ ਨੇ ਤੇ ਆਰਬੀਸੀ ਦਾ ਜਿਹੜਾ ਲਾਈਫ ਟਾਈਮ ਹੈ ਉਹ 120 ਦਿਨਾਂ ਦਾ ਹੁੰਦਾ। ਆਰਬੀਸੀ ਦਾ ਲਾਈਫ ਟਾਈਮ 120 ਦਿਨਾਂ ਦਾ ਹੁੰਦਾ। WBC ਦਾ ਲਾਈਫ ਟਾਈਮ ਜਿਹੜਾ ਹੈ, ਲਾਈਫ ਸਪੈਨ ਕਹਿ ਲਓ, ਉਹ 2 ਤੋਂ 4 ਦਿਨ ਦਾ ਹੁੰਦਾ। ਠੀਕ ਹੈ, ਇਹਨਾਂ ਨੇ ਵਾਇਰਸ ਨਾਲ ਅਟੈਕ ਕਰਨਾ ਹੁੰਦਾ ਹੈ ਤਾਂ ਕਰਕੇ ਇਹਨਾਂ ਦਾ ਲਾਈਫ ਟਾਈਮ ਦੇ ਵਿੱਚ ਵੇਰੀਏਸ਼ਨਸ ਆਉਂਦੀਆਂ ਨੇ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਹੈ ਆਪਣੇ ਕੋਲ ਲਿੰਫ। ਲਿੰਫ ਇੱਕ ਹੋਰ ਦਰਵ ਹੈ, ਇੱਕ ਹੋਰ ਲਿਕੁਇਡ ਹੈ ਜਿਹੜਾ ਹੈਲਪ ਕਰਦਾ। ਇਹਦੇ ਵਿੱਚ ਕੀ ਹੁੰਦਾ, ਜੇ ਬਲੱਡ ਦੇ ਵਿੱਚੋਂ ਆਪਾਂ ਆਰਬੀਸੀ ਬਾਹਰ ਕੱਢ ਦਈਏ ਤਾਂ ਜਿਹੜਾ ਬਾਕੀ ਸਿਸਟਮ ਬਚੇਗਾ ਉਹਨੂੰ ਆਪਾਂ ਕੀ ਕਹਾਂਗੇ, ਲਿੰਫ। ਤੇ ਇਹਦਾ ਉਹ ਸਾਰਾ ਕੰਮ ਹੁੰਦਾ ਜੋ ਬਲੱਡ ਦੇ ਵਿੱਚ ਆਰਬੀਸੀ ਨਹੀਂ ਕਰਦਾ। ਇਹ ਜ਼ਿਆਦਾ ਇਮਿਊਨਿਟੀ ਪ੍ਰੋਵਾਈਡ ਕਰਵਾਉਣ ਵਾਸਤੇ ਹੁੰਦੇ ਨੇ। ਠੀਕ ਹੈ, ਇਹ ਮਤਲਬ ਜਿਹੜੀ ਵੇਖਣ ਨੂੰ ਪਲਾਜ਼ਮਾ ਵਰਗੀ ਹੁੰਦੀ, ਰੰਗਹੀਨ ਹੁੰਦੀ ਹੈ, ਇਹਦੇ ਵਿੱਚ ਬਹੁਤ ਲੈਸ ਅਮਾਊਂਟ ਦੇ ਵਿੱਚ ਕੀ ਹੈ, ਪ੍ਰੋਟੀਨ ਹੁੰਦਾ ਤੇ ਇਹ ਜ਼ਿਆਦਾ ਇਮਿਊਨਿਟੀ ਪ੍ਰੋਵਾਈਡ ਕਰਵਾਉਣ ਵਾਸਤੇ। ਠੀਕ ਹੈ ਜੀ, ਉਸ ਤੋਂ ਬਾਅਦ ਪੌਦਿਆਂ ਦੇ ਵਿੱਚ ਟਰਾਂਸਪੋਰਟ ਤਾਂ ਪਹਿਲਾਂ ਹੀ ਆਪਾਂ ਪੜ੍ਹ ਚੁੱਕੇ ਹਾਂ। ਪੌਦਿਆਂ ਵਿੱਚ ਕਾਰਬਨ ਡਾਈਆਕਸਾਈਡ ਜਿਹੜਾ ਉਹ ਮਤਲਬ ਇਹਨੇ ਟਰਾਂਸਪੋਰਟੇਸ਼ਨ ਦਾ ਸਿਸਟਮ ਜ਼ਿਆਦਾ ਹੁੰਦਾ ਨਹੀਂ, ਕੰਪਲੈਕਸ ਨਹੀਂ ਹੁੰਦਾ। ਕਾਰਬਨ ਡਾਈਆਕਸਾਈਡ ਜਿਹੜਾ ਉਹ ਕਾਰਬਨ ਡਾਈਆਕਸਾਈਡ ਲੈ ਕੇ ਆਪਦੀ ਫੋਟੋਸਿੰਥੇਸਿਸ ਕਰਵਾ ਲੈਂਦੇ ਨੇ ਤੇ ਹੋਰ ਜਿਹੜੇ ਉਹਨਾਂ ਦੇ ਕੱਚੇ ਪਦਾਰਥ ਨੇ ਬਾਹਰ ਕੱਢ ਦਿੰਦੇ ਨੇ। ਠੀਕ ਹੈ, ਪੌਦਿਆਂ ਲਈ ਮਿੱਟੀ, ਕੱਚੇ ਪਦਾਰਥ ਜਿਵੇਂ ਨਾਈਟ੍ਰੋਜਨ, ਫਾਸਫੋਰਸ ਅਤੇ ਹੋਰ ਖਣਿਜਾਂ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਨੇੜੇ ਦਾ ਸੋਮਾ ਹੈ ਤੇ ਉਹ ਜੜ੍ਹਾਂ ਲਈ ਇਹ ਸਾਰਾ ਕੁਝ ਐਬਜ਼ੌਰਬ ਕਰ ਰਹੇ ਨੇ। ਜੇਕਰ ਮਿੱਟੀ ਨਾਲ ਸੰਪਰਕ ਵਿੱਚ ਆਉਣ ਵਾਲੇ ਅੰਗਾਂ ਵਿੱਚ ਕਲੋਰੋਫਿਲ ਅੰਗਾਂ ਵਿਚਕਾਰ ਫਾਸਲਾ ਘੱਟ ਹੈ ਤਾਂ ਊਰਜਾ ਅਤੇ ਕੱਚੇ ਪਦਾਰਥਾਂ ਦਾ ਸਿੱਧਾ ਟਰਾਂਸਪੋਰਟ ਹੋ ਜਾਂਦਾ ਤੇ ਨਹੀਂ ਤਾਂ ਫਿਰ ਐਕਟੀਵੇਟਿਡ ਟਰਾਂਸਪੋਰਟ ਹੋ ਜਾਂਦਾ। ਤੇ ਸਰੀਰ ਦੀ ਵੱਖ ਬਣਤਰ ਦੇ ਲਈ ਊਰਜਾ ਦੀ ਜ਼ਰੂਰਤ ਵੀ ਭਿੰਨ ਹੁੰਦੀ ਹੈ। ਪੌਦੇ ਜਿਹੜੇ ਨੇ ਉਹ ਚੱਲਦੇ ਨਹੀਂ, ਇਸ ਕਰਕੇ ਉਹਨਾਂ ਨੂੰ ਬਹੁਤ ਘੱਟ ਊਰਜਾ ਦੀ ਲੋੜ ਹੁੰਦੀ ਤੇ ਉਹਨਾਂ ਵਿੱਚ ਧੀਮੀ ਪਰਿਵਹਿਣ ਪ੍ਰਣਾਲੀ ਹੁੰਦੀ, ਸਲੋ ਟਰਾਂਸਪੋਰਟਿਵ ਸਿਸਟਮ ਹੁੰਦਾ। ਪੌਦਿਆਂ ਦੇ ਵਿੱਚ ਪਰਿਵਹਿਣ ਦੇ ਲਈ 2 ਮੇਨ ਟਿਸ਼ੂ ਹੁੰਦੇ ਨੇ। ਠੀਕ ਹੈ, ਜ਼ਾਈਲਮ ਤੇ ਫਲੋਇਮ। ਪੌਦਿਆਂ ਦੇ ਪਰਿਵਹਿਣ ਲਈ ਮਤਲਬ 2 ਟਿਸ਼ੂ ਹੁੰਦੇ ਨੇ, ਜ਼ਾਈਲਮ ਜੋ ਕਿ ਮਿੱਟੀ ਤੋਂ ਪ੍ਰਾਪਤ ਪਾਣੀ ਅਤੇ ਖਣਿਜਾਂ ਨੂੰ, ਜਿਹੜਾ ਜ਼ਾਈਲਮ ਹੈ ਉਹ ਪਾਣੀ ਲੈ ਕੇ ਜਾਂਦਾ ਹੈ, ਇਵੇਂ ਯਾਦ ਰੱਖਿਆ ਜਾ ਸਕਦਾ ਹੈ। ਜ਼ਾਈਲਮ ਜਲ ਤੇ ਫਲੋਇਮ ਫੂਡ ਮਤਲਬ ਭੋਜਨ। ਠੀਕ ਹੈ, ਤੇ ਇਹ ਟਿਸ਼ੂ ਵਾਲੇ ਚੈਪਟਰ ਦੇ ਵਿੱਚ ਆਪਾਂ ਨੂੰ ਪੜ੍ਹਾਇਆ ਜਾਂਦਾ ਹੈ। ਜ਼ਾਈਲਮ ਜਿਹੜੇ ਨੇ ਉਹ ਤਣੇ, ਪੱਤੇ, ਪੌਦਿਆਂ, ਵਹਿਣੀਆਂ ਤੇ ਟ੍ਰੈਕੀਆਡਸ ਰਾਹੀਂ ਇਹ ਇੱਕ ਜਾਲ ਬਣਾ ਲੈਂਦੇ ਨੇ ਜਿਵੇਂ ਪਾਣੀ ਉੱਪਰ ਜਾਈ ਜਾਂਦਾ। ਠੀਕ ਹੈ, ਜੜ੍ਹਾਂ ਵਿੱਚ ਮਿੱਟੀ ਨਾਲ ਜੁੜੇ ਸੈੱਲ ਆਇਨ ਪ੍ਰਾਪਤ ਕਰਦੇ ਹਨ ਤੇ ਇਹ ਓਸਮੋਸਿਸ ਪ੍ਰਸਾਰਣ ਵਿਧੀ ਰਾਹੀਂ ਜੜ੍ਹਾਂ ਮਿੱਟੀ ਦੇ ਵਿੱਚੋਂ ਪਾਣੀ ਚੂਸਦੀਆਂ। ਪੁੱਛ ਲਿਆ ਜਾਵੇ ਵੀ ਜੜ੍ਹਾਂ ਮਿੱਟੀ ਦੇ ਵਿੱਚੋਂ ਪਾਣੀ ਕਿਵੇਂ ਚੂਸਦੀਆਂ, ਤਾਂ ਇਹ ਪ੍ਰਸਾਰਣ ਵਿਧੀ ਦੁਆਰਾ। ਠੀਕ ਹੈ, ਤਾਂ ਜੋ ਪੌਦੇ ਨੂੰ ਪਾਣੀ ਉੱਪਰ ਤੱਕ ਪਹੁੰਚਾਉਣਾ ਹੁੰਦਾ ਤਾਂ ਉਹਦੇ ਵਾਸਤੇ ਇੱਕ ਸਪੈਸ਼ਲ ਸਕੀਮ ਲਾਉਂਦੇ ਨੇ। ਉਸ ਪ੍ਰੋਸੈਸ ਨੂੰ ਕਹਿੰਦੇ ਨੇ ਟਰਾਂਸਪੀਰੇਸ਼ਨ। ਪਾਣੀ ਜਿਵੇਂ ਹੀ ਵਾਸ਼ਪ ਬਣ ਕੇ ਉੱਤਾਂ ਉੱਡਦਾ ਤਾਂ ਇਹ ਪਾਣੀ ਥੱਲੋਂ ਇਵੇਂ ਚੱਲਦਾ ਇਵੇਂ ਰੂਟਸ ਦੇ ਵਿੱਚੋਂ ਐਬਜ਼ੌਰਬ ਕਰਦਾ। ਉਸ ਪ੍ਰੋਸੈਸ ਨੂੰ ਕਹਿੰਦੇ ਨੇ ਟਰਾਂਸਪੀਰੇਸ਼ਨ। ਮਤਲਬ ਅਣੂਆਂ ਦੀ ਜਿਹੜੀ ਵਾਸ਼ਪ ਇੱਕ ਖਿੱਚ ਉਤਪੰਨ ਕਰਦੀ ਜੋ ਪਾਣੀ ਨੂੰ ਮੌਜੂਦ ਜ਼ਾਈਲਮ ਵਿੱਚੋਂ ਉੱਪਰ ਖਿੱਚਦਾ ਤੇ ਇਹ ਪਾਣੀ ਸਾਰਿਆਂ ਤੱਕ ਪਹੁੰਚ ਜਾਂਦਾ ਤੇ ਤਾਪਮਾਨ ਨੂੰ ਨੀਵਾਂ ਰੱਖਣ ਵਿੱਚ ਵੀ ਹੈਲਪ ਕਰਦਾ ਕਿਉਂਕਿ ਆਪਾਂ ਨੂੰ ਪਤਾ ਜਿੱਥੇ ਵਾਸ਼ਪ ਉਤਸਰਜਨ ਹੋਏਗਾ ਉੱਥੇ ਟੈਂਪਰੇਚਰ ਡਾਊਨ ਹੋਏਗਾ ਤੇ ਟੈਂਪਰੇਚਰ ਡਾਊਨ ਹੋਏਗਾ ਤਾਂ ਉਹਨਾਂ ਦੀ ਬੋਡੀ ਦਾ ਜਿਹੜਾ ਟੈਂਪਰੇਚਰ ਹੈ ਉਹ ਵੀ ਭੋਜਨ ਵਾਸਤੇ ਉਹਨਾਂ ਦੇ ਵਿੱਚ ਫਲੋਇਮ ਹੁੰਦੇ ਨੇ। ਤਾਂ ਫਲੋਇਮ ਉਹਦੇ ਜਿਹੜੇ ਸਰੀਰ ਦੇ ਵਿੱਚ ਢਾਊ ਸਾਰੂ ਕਿਰਿਆਵਾਂ ਮੈਟਾਬੋਲਿਕ ਹੁੰਦੀਆਂ ਜੋ ਪ੍ਰਕਾਸ਼ ਸੰਸਲੇਸ਼ਨ ਪੌਦਿਆਂ ਦੇ ਪੱਤਿਆਂ ਵਿੱਚ ਵਾਪਰਦਾ ਉਹਨੂੰ ਹੋਰ ਭਾਗਾਂ ਤੱਕ ਭੇਜਿਆ ਜਾਂਦਾ ਤੇ ਪ੍ਰਕਾਸ਼ ਸੰਸਲੇਸ਼ਨ ਦੇ ਘੁਲਨਸ਼ੀਲ ਉਤਪਾਦ ਜਿਹੜੇ ਨੇ ਪਰਿਵਹਿਨ ਸਥਾਨਾਂਤਰਨ ਉਹ ਫਲੋਇਮ ਦੇ ਥਰੂ ਹੁੰਦਾ। ਠੀਕ ਹੈ, ਫਲੋਇਮ ਅਮਾਈਨੋ ਐਸਿਡ ਤੇ ਹੋਰ ਭਾਗ
ਦੇ ਵਿੱਚ ਟਰਾਂਸਪੋਰਟ ਕਰਦੀ ਹੈ। ਠੀਕ ਹੈ, ਇਹ ਮਤਲਬ ਜੜ੍ਹਾਂ ਦੇ ਭੰਡਾਰਨ ਦੇ ਵਿੱਚ ਅੰਗਾਂ ਤੱਕ ਜਿਹੜਾ ਸਾਰਾ ਦਾ ਸਾਰਾ ਫੂਡ ਲੈ ਕੇ ਜਾਂਦੀ। ਤੇ ਇਹਦੇ ਵਿੱਚ ਜਿਹੜਾ ਜ਼ਾਇਲਮ ਦੇ ਵਿੱਚ ਕੀ ਹੁੰਦਾ ਹੈ, ਉੱਪਰ ਅਤੇ ਹੇਠਾਂ ਦੋਵਾਂ ਦਿਸ਼ਾਵਾਂ ਵਿੱਚ ਹੁੰਦਾ। ਇਹਦੇ ਵਿੱਚ ਕੀ ਆ, ਬਾਈ ਡਾਇਰੈਕਸ਼ਨਲ ਹੁੰਦਾ। ਤੇ ਇੱਕ ਹੋਰ ਕੁਐਸਚਨ ਪੁੱਛਿਆ ਜਾ ਸਕਦਾ, ਜਿਵੇਂ ਜਿਹੜੇ ਆਰਬੀਸੀ ਹੁੰਦੇ ਨੇ ਉਹਨਾਂ ਵਿੱਚ ਨਿਊਕਲੀਅਸ ਨਹੀਂ ਹੁੰਦਾ, ਫਲੋਇਮ ਦੇ ਵਿੱਚ ਇੱਕ ਪਾਰਟ ਹੁੰਦਾ ਸੀਵ ਟਿਊਬ ਜਾਂ ਫਿਰ ਸੀਵ ਸੈਲ, ਉਹਨਾਂ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ। ਨਿਊਕਲੀਅਸ ਐਬਸੈਂਟ ਹੁੰਦਾ ਹੈ। ठीक है, उस तो बाद लास्ट अपना एस सिस्टम एस टॉपिक का पार्ट है एक्सक्रीशन। ਤਾਂ ਆਪਾਂ ਪੜ੍ਹ ਚੁੱਕੇ ਆ, ਜੰਤੂਆਂ ਨੇ ਫੂਡ ਵੀ ਲਿਆ, ਉਸ ਤੋਂ ਬਾਅਦ ਉਹਦੀ ਆਕਸੀਡੇਸ਼ਨ ਕਰਵਾ ਕੇ ਉਹਦੇ ਤੋਂ ਊਰਜਾ ਵੀ ਲਈ, ਉਹਨੂੰ ਟਰਾਂਸਪੋਰਟ ਵੀ ਕਰਿਆ। ਹੁਣ ਜਿਹੜਾ ਵੇਸਟ ਮਟੀਰੀਅਲ ਆਪਣੀ ਬਾਡੀ ਦੇ ਵਿੱਚ ਬਚ ਜਾਂਦਾ ਹੈ ਤਾਂ ਉਹਦਾ ਨਿਕਾਸ ਕਰਨਾ ਵੀ ਜ਼ਰੂਰੀ ਹੈ। ਠੀਕ ਹੈ, ਨਿਕਾਸ ਕਿਰਿਆਵਾਂ ਲਈ ਨਾਈਟ੍ਰੋਜਨ ਯੁਕਤ ਵੇਸਟ ਮਟੀਰੀਅਲ ਉਤਪੰਨ ਕਰਦੀਆਂ ਨੇ ਤੇ ਉਹ ਵੇਸਟ ਮਟੀਰੀਅਲ ਨੂੰ ਬਾਹਰ ਵੀ ਕੱਢਣਾ ਪੈਂਦਾ। ਠੀਕ ਹੈ, ਤਾਂ ਆਪਣੇ ਰੈਸਪੀਰੇਟਰੀ ਸਿਸਟਮ ਦੇ ਪਾਰਟ ਮਤਲਬ ਆਪਣੇ ਦੋ ਗੁਰਦੇ ਹੁੰਦੇ ਨੇ, ਆਪਾਂ ਨੂੰ ਕਹਿੰਦੇ ਕਿਡਨੀ। ਠੀਕ ਹੈ, ਕਿਡਨੀ ਦੇ ਵਿੱਚ ਛੋਟੀਆਂ ਛੋਟੀਆਂ ਸੰਰਚਨਾਵਾਂ ਹੁੰਦੀਆਂ ਨੇ, ਇਹਨਾਂ ਨੂੰ ਕਹਿੰਦੇ ਨੇ ਨੈਫਰੋਨ, ਜਿਹੜੇ ਐਕਸਕ੍ਰੀਟਰੀ ਯੂਨਿਟ ਹੁੰਦੇ ਨੇ, ਸਾਰਾ ਦਾ ਸਾਰਾ ਐਕਸਕ੍ਰੀਸ਼ਨ ਦਾ ਕੰਮ ਇਹੀ ਕਰਦੇ ਨੇ। ਠੀਕ ਹੈ, ਇਹਦੇ ਤੋਂ ਜਿਹੜਾ ਆਪਣਾ ਖੱਬਾ ਗੁਰਦਾ ਹੈ, ਠੀਕ ਹੈ, ਮਤਲਬ ਧਮਨੀਆਂ ਇੱਥੇ ਬਲੱਡ ਲੈ ਕੇ ਜਾਂਦੀਆਂ ਨੇ ਤੇ ਸ਼ਿਰਾਵਾਂ ਇੱਥੋਂ ਵਾਪਸੀ ਲੈ ਕੇ ਆਉਂਦੀਆਂ ਨੇ। ਠੀਕ ਹੈ, ਧਮਨੀਆਂ ਆਕਸੀਜਨੇਟਿਡ ਜਿਹੜਾ ਬਲੱਡ ਹੈ, ਡੀਆਕਸੀਜਨੇਟਿਡ ਬਲੱਡ ਜਾਂ ਸਾਰਾ ਬਲੱਡ ਲੈ ਕੇ ਆਉਂਦੇ ਨੇ, ਬਲੱਡ ਪਿਓਰੀਫਾਈ ਇੱਥੇ ਹੁੰਦਾ। ਠੀਕ ਹੈ, ਤੇ ਗੁਰਦੇ ਦੇ ਵਿੱਚੋਂ ਫਿਰ ਉਹਦੇ ਬਾਅਦ ਗੁਰਦੇ ਤੋਂ ਬਾਅਦ ਜਿਹੜੀ ਮੂਤਰ ਵਹਿਣੀ ਹੈ ਉਹ ਉਹਨੂੰ ਮੂਤਰ ਮਸਾਨੇ ਤੱਕ ਲੈ ਕੇ ਜਾਂਦੀ ਹੈ ਤੇ ਫਿਰ ਮੂਤਰ ਮਾਰਗ ਦੇ ਵਿੱਚੋਂ ਕੀ ਹੈ, ਬਾਹਰ ਕੱਢ ਦਿੱਤਾ ਜਾਂਦਾ। ਕਿਡਨੀ ਤੋਂ ਬਾਅਦ ਜਿਹੜਾ ਬਲੱਡ ਹੈ ਉਹ ਯੂਰੇਟਰਸ ਵਿੱਚ ਜਾਂਦਾ ਹੈ, ਯੂਰੇਟਰਸ ਤੋਂ ਬਾਅਦ ਯੂਰੇਨਰੀ ਬਲੈਡਰ ਦੇ ਵਿੱਚ। ਠੀਕ ਹੈ, ਤੇ ਯੂਰੇਨਰੀ ਬਲੈਡਰ ਤੋਂ ਯੂਰੇਟਰ। ਇਹ ਇਵੇਂ ਇਹ ਨਾ ਇੱਕ ਮਤਲਬ ਫਲੋ ਚਾਰਟ ਪੁੱਛਿਆ ਜਾ ਸਕਦਾ, ਕਿਉਂਕਿ ਪਿਛਲੀ ਵਾਰੀ ਵੀ ਇੱਕ ਪੁੱਛਿਆ ਗਿਆ ਸੀ, ਤਾਂ ਐਤਕੀ ਵੀ ਪੁੱਛਿਆ ਜਾ ਸਕਦਾ, ਤਾਂ ਇਸ ਚੀਜ਼ ਦਾ ਧਿਆਨ ਰੱਖਿਆ ਜਾਏ। ਤਾਂ ਮਨੁੱਖ ਦੇ ਮਲ ਤਿਆਗ ਪ੍ਰਣਾਲੀ ਦੇ ਵਿੱਚ ਹੁੰਦਾ ਕੀ ਹੈ, ਇੱਕ ਜੋੜਾ ਕਿਡਨੀ, ਮਤਲਬ ਦੋ ਕਿਡਨੀ ਹੁੰਦੀਆਂ ਨੇ। ਆਪਣਾ ਇੱਕ ਕਿਡਨੀ ਨਾਲ ਵੀ ਸਰ ਜਾਂਦਾ, ਆਪਾਂ ਇੱਕ ਕਿਡਨੀ ਕਿਸੇ ਵੀ ਪਰਪਸ ਵਾਸਤੇ ਆਪਾਂ ਡੋਨੇਟ ਕਰ ਸਕਦੇ ਹਾਂ, ਜੇ ਇਕੋਨੋਮਿਕਲੀ ਕੰਡੀਸ਼ਨ ਠੀਕ ਨਹੀਂ ਤਾਂ ਆਪਾਂ ਵੇਚ ਵੀ ਸਕਦੇ ਹਾਂ। ਠੀਕ ਹੈ ਜੀ, ਆ ਜਿਵੇਂ ਕੁਝ ਲੋਕ ਆਪਾਂ ਇਵੇਂ ਕਹਿ ਸਕਦੇ, ਕੁਝ ਮੂਰਖ ਲੋਕ ਜਾਂ ਆਪਣੇ ਮਤਲਬ ਸ਼ੌਂਕ ਵਾਸਤੇ ਮਤਲਬ ਵੇਚ ਦਿੰਦੇ ਨੇ, ਕੁਝ ਆਈਫੋਨ ਲੈਣਾ ਹੋਵੇ ਜਾਂ ਕੁਝ ਹੋਰ ਇਸ ਤਰ੍ਹਾਂ ਦਾ ਸਿਸਟਮ, ਤਾਂ ਉਹ ਚੀਜ਼ ਗਲਤ ਹੁੰਦੀ ਹੈ। ਠੀਕ ਹੈ, ਤਾਂ ਰੀੜ੍ਹ ਦੀ ਹੱਡੀ ਦੇ ਦੋਵਾਂ ਪਾਸੇ ਆਪਣੀ ਬੈਕ ਸਾਈਡ ਤੇ ਇੱਕ ਇੱਕ ਗੁਰਦਾ ਹੁੰਦਾ ਹੈ, ਤੇ ਗੁਰਦਿਆਂ ਵਿੱਚ ਮੂਤਰ ਬਣਨ ਉਪਰੰਤ ਮਤਲਬ ਜਿਹੜਾ ਆਪਣਾ ਯੂਰੀਆ ਮਤਲਬ ਯੂਰੀਨ ਹੈ, ਉਹ ਮਤਲਬ ਯੂਰੀਆ ਜਿਹੜਾ ਹੈ ਉਹ ਲੀਵਰ ਦੇ ਵਿੱਚ ਬਣਦਾ ਹੈ, ਤੇ ਉਸ ਤੋਂ ਬਾਅਦ ਹੈਗਾ ਯੂਰੀਆ ਤੋਂ ਯੂਰਿਨ ਬਣਦਾ ਹੈ। ਤਾਂ ਜਿਹੜਾ ਯੂਰਿਨ ਬਣਨ ਦਾ ਪ੍ਰੋਸੈਸ ਹੈ, ਇਹ ਲਹੂ ਵਿੱਚੋਂ ਅਲੱਗ-ਅਲੱਗ ਪਦਾਰਥਾਂ ਨੂੰ ਛਾਣ ਕੇ ਬਾਹਰ ਕੱਢਿਆ ਜਾਂਦਾ ਹੈ। ਠੀਕ ਹੈ, ਫੇਫੜਿਆਂ ਦੇ ਵਿੱਚੋਂ ਆਪਣੇ ਲੰਗਸ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਵੱਖ ਹੋ ਜਾਂਦੀ ਹੈ, ਜਦੋਂ ਕਿ ਨਾਈਟ੍ਰੋਜਨ ਪਦਾਰਥ ਜਿਹੜੇ ਨੇ ਉਹ ਆਪਣੇ ਗੁਰਦਿਆਂ ਰਾਹੀਂ ਵੱਖ ਕੀਤੇ ਜਾਂਦੇ ਨੇ। ਠੀਕ ਹੈ, ਫਿਲਟਰੇਸ਼ਨ ਇਕਾਈ ਫੇਫੜਿਆਂ ਵਰਗੀ ਇੱਕ ਬਹੁਤ ਹੀ ਪਤਲੀ ਕੰਧ ਦੀਆਂ ਲਹੂ ਦੀਆਂ ਕੇਸ਼ਿਕਾਵਾਂ ਦਾ ਗੁੱਛਾ ਹੁੰਦਾ ਹੈ, ਤੇ ਗੁਰਦੇ ਵਿੱਚ ਇਹਨਾਂ ਕੇਸ਼ਿਕਾਵਾਂ ਗੁੱਛਾ ਇੱਕ ਨਾਲੀ ਦੇ ਕੱਪ ਦੇ ਆਕਾਰ ਵਿੱਚ ਇੱਕ ਸਿਰੇ ਨਾਲ ਜੁੜਿਆ ਹੁੰਦਾ ਹੈ, ਜਿੱਥੇ ਫਿਲਟਰ ਕੀਤੇ ਮੂਤਰ ਨੂੰ ਇਕੱਠਾ ਕਰਿਆ ਜਾਂਦਾ ਹੈ, ਤੇ ਇਹਨਾਂ ਨੂੰ ਨੈਫਰੋਨ ਕਹਿੰਦੇ ਨੇ, ਨੈਫਰੋਨ ਐਕਸਕ੍ਰੀਟਰੀ ਯੂਨਿਟ। ਤੇ ਨੈਫਰੋਨ ਕਹਿੰਦੇ ਹਨ ਨੇੜੇ ਨੇੜੇ ਜੁੜੀਆਂ ਹੋਈਆਂ ਰਚਨਾਵਾਂ ਹੁੰਦੀਆਂ ਨੇ, ਤੇ ਇਹ ਇਵੇਂ ਸਰਕਲ ਚੱਲਦਾ ਹੈ। ਇਹ ਨੈਫਰੋਨ ਜਿਹੜਾ ਗੁਰਦੇ ਧਮਨੀ ਦੀ ਸ਼ਾਖਾ ਇੱਥੋਂ ਆਉਂਦਾ ਹੈ, ਇੱਥੇ ਜਿਹੜਾ ਗਲੋਮੈਰੁਲਸ ਹੈ ਉਹਨੂੰ ਐਬਜ਼ੌਰਬ ਕਰਦਾ ਹੈ, ਤੇ ਟਿਊਬੂਲਰ ਭਾਗ ਜਿਹੜਾ ਉਹ ਰੀਅਬਜ਼ੌਰਬ ਕਰਦਾ ਹੈ, ਯਾਨੀ ਕਿ ਦੁਬਾਰਾ ਸੋਖਿਆ ਜਾਵੇ। ਠੀਕ ਹੈ, ਦੁਬਾਰਾ ਸੋਖਣ ਦਾ ਕੰਮ ਇਹੀ ਕਰਦਾ ਹੈ। ਤਾਂ ਜਿਵੇਂ ਜਿਵੇਂ ਮੂਤਰ ਨਾਲੀ ਵਿੱਚ ਅੱਗੇ ਜਾਂਦਾ ਹੈ, ਆਰੰਭਿਕ ਫਿਲਟਰੇਟ ਤੋਂ ਕੁਝ ਪਦਾਰਥ ਸਟਾਰਟਿੰਗ ਤੇ ਗਲੂਕੋਜ਼ ਅਮਾਈਨੋ ਐਸਿਡ ਤੇਜ਼ਾਬ ਅਤੇ ਵਧੇਰੇ ਮਾਤਰਾ ਵਿੱਚ ਪਾਣੀ ਜਿਹੜੇ ਨੇ ਚੂਸਣ ਦੇ ਆਧਾਰ ਤੇ ਉਹ ਜ਼ਬਤ ਕਰ ਲਏ ਜਾਂਦੇ ਨੇ, ਐਬਜ਼ੌਰਬ ਕਰ ਲਏ ਜਾਂਦੇ ਨੇ, ਤੇ ਮੁੜ ਜ਼ਬਤ ਕੀਤੇ ਪਾਣੀ ਦੀ ਮਾਤਰਾ ਇਸ ਗੱਲ ਤੇ ਨਿਰਭਰ ਕਰਦੀ ਸਰੀਰ ਵਿੱਚ ਕਿੰਨਾ ਵੱਧ ਪਾਣੀ, ਜੇ ਪਾਣੀ ਪਹਿਲਾਂ ਹੀ ਜ਼ਿਆਦਾ ਹੋਵੇ ਤਾਂ ਫਿਰ ਘੱਟ ਐਬਜ਼ੌਰਬ ਕਰਿਆ ਜਾਂਦਾ, ਜੇ ਘੱਟ ਪਾਣੀ ਹੋਵੇ ਤਾਂ ਜ਼ਿਆਦਾ ਐਬਜ਼ੌਰਬ ਕਰ ਲਿਆ ਜਾਂਦਾ। ਤੇ ਕਿੰਨਾ ਘੁਲਨਸ਼ੀਲ ਵਾਧੂ ਪਦਾਰਥ ਸਰੀਰ ਵਿੱਚੋਂ ਬਾਹਰ ਕੱਢਿਆ ਜਾਣਾ। ਹਰ ਇੱਕ ਗੁਰਦੇ ਵਿੱਚ ਬਣਨ ਵਾਲਾ ਜਿਹੜਾ ਯੂਰਿਨ ਹੈ ਉਹ ਇੱਕ ਲੰਬੀ ਨਾਲੀ, ਇੱਕ ਲੰਬੀ ਮੂਤਰ ਵਹਿਣੀ ਵਿੱਚ ਪ੍ਰਵੇਸ਼ ਕਰਦਾ ਹੈ। ਉਸ ਤੋਂ ਬਾਅਦ ਇਹ ਉਹਨੂੰ ਮੂਤਰ ਮਸਾਨੇ ਨਾਲ ਜੋੜਦੀ ਹੈ,
ਤੇ ਉੱਥੇ ਮੂਤਰ ਮਸਾਨੇ ਦੇ ਵਿੱਚ ਇਹ ਭੰਡਾਰਿਤ ਮਤਲਬ ਸਟੋਰ ਕਰਕੇ ਰੱਖਦੇ ਨੇ। ਆਪਣਾ ਜਿਹੜਾ ਯੂਰੀਨਰੀ ਬਲੈਡਰ ਹੈ ਉਹ 700 ਤੋਂ 800 ml ਤੱਕ ਯੂਰੀਨ ਸਟੋਰ ਕਰਕੇ ਰੱਖ ਸਕਦਾ ਹੈ। ਠੀਕ ਹੈ, ਤੇ ਜਦੋਂ ਮਤਲਬ ਉਸ ਤੋਂ ਬਾਅਦ ਮੂਤਰ ਮਸਾਨੇ ਦਾ ਜਿਹੜਾ ਦਬਾਅ ਹੈ ਉਹ ਉਹਦੇ ਤੇ ਪ੍ਰੈਸ਼ਰ ਬਣਾ ਕੇ ਯੂਰੇਥਰਸ ਦੇ ਥਰੂ ਬਾਹਰ ਕੱਢ ਦਿੰਦਾ। ਤੇ ਇਹ ਜਿਹੜੀ ਨਾੜੀ ਨਿਯੰਤਰਣ ਅਧੀਨ ਹੈ, ਆਪਣੀ ਬੋਡੀ ਦੇ ਅੰਦਰ ਕੰਟਰੋਲ ਦੇ ਵਿੱਚ ਹੁੰਦਾ ਹੈ, ਤਾਂ ਇਹ ਨਰਵਸ ਸਿਸਟਮ ਦੇ ਵਿੱਚ ਹੁੰਦਾ। ਉਸ ਤੋਂ ਬਾਅਦ ਹੈ ਬਣਾਉਟੀ ਗੁਰਦਾ, ਮਤਲਬ ਡਾਇਲਿਸਿਸ ਕਰੀ ਜਾਂਦੀ। ਕਈ ਵਾਰੀ ਜੇ ਆਪਣੇ ਗੁਰਦਾ ਖਰਾਬ ਹੋ ਜਾਵੇ ਤਾਂ ਫਿਰ ਉਸ ਪਰਸਨ ਨੂੰ ਡਾਇਲਿਸਿਸ ਕਰਵਾਉਣੀ ਪੈਂਦੀ। ਬਹੁਤ ਮਤਲਬ ਕੰਪਲਿਕੇਟਿਡ ਜਾਂ ਕੰਪਲੈਕਸ ਸਿਚੁਏਸ਼ਨ ਹੁੰਦੀ ਹੈ। ਠੀਕ ਹੈ, ਜੇ ਆਰਟੀਫਿਸ਼ੀਅਲੀ ਕਰਵਾ ਰਿਹਾ ਤਾਂ ਉਹਨੂੰ ਡਾਇਲਿਸਿਸ ਕਹਿੰਦੇ। ਠੀਕ ਹੈ, ਉਹਦੇ ਵਿੱਚ ਕੀ ਹੁੰਦਾ ਹੈ, ਡਾਇਲਿਸਿਸ ਜਿਹੜੀ ਹੈ ਓਸਮੋਸਿਸ ਤੇ ਡਿਪੈਂਡ ਹੁੰਦੀ ਹੈ। ਉਹ ਖੂਨ ਦੇ ਵਿੱਚੋਂ ਨਾਈਟ੍ਰੋਜਨ ਤੇ ਹੋਰ ਮਟੀਰੀਅਲ ਬਾਹਰ ਕੱਢ ਦਿੱਤੇ ਜਾਂਦੇ ਨੇ ਤੇ ਫਿਰ ਮਤਲਬ ਓਸਮੋਸਿਸ ਵਾਲੇ ਸਿਸਟਮ ਤੇ ਕੰਮ ਚੱਲਦਾ। ਠੀਕ ਹੈ, ਬਸ ਇਹਦੇ ਵਿੱਚ ਆਪਾਂ ਇੰਨਾ ਹੀ ਯਾਦ ਰੱਖਣਾ ਵੀ ਓਸਮੋਸਿਸ ਵਾਲੇ ਸਿਸਟਮ ਤੇ ਕੰਮ ਚੱਲਦਾ। ਠੀਕ ਹੈ, ਆਰਟੀਫਿਸ਼ੀਅਲ ਕਿਡਨੀ ਡਾਇਲਿਸਿਸ ਦਾ ਕੰਮ ਕਰਦੀ। ਜਿਹਦੀ ਕਿਡਨੀ ਖਰਾਬ ਹੋ ਜਾਵੇ ਤਾਂ ਆਰਟੀਫਿਸ਼ੀਅਲ ਕਿਡਨੀ ਲਾਈ ਜਾ ਸਕਦੀ, ਤੇ ਆਰਟੀਫਿਸ਼ੀਅਲ ਜਿਹੜੀ ਕਿਡਨੀ ਹੈ ਉਹ ਡਾਇਲਿਸਿਸ ਵਾਲੇ ਪ੍ਰੋਸੈਸ ਤੇ ਕੰਮ ਕਰਦੀ। ਜਿਹੜੀ ਡਾਇਲਿਸਿਸ ਹੈ ਉਹ ਕੀ ਹੁੰਦੀ ਹੈ, ਓਸਮੋਸਿਸ ਵਾਲੇ ਪ੍ਰੋਸੈਸ ਤੇ ਕੰਮ। ਤੇ ਇਹਦੇ ਵਿੱਚ ਕੀ ਹੁੰਦਾ ਹੈ, ਪੌਦਿਆਂ ਵਿੱਚ ਮਲ ਤਿਆਗ। ਪੌਦਿਆਂ ਦੇ ਵਿੱਚ ਕੀ ਹੁੰਦਾ ਹੈ, ਪੌਦੇ ਆਪਣੇ ਕੁਝ ਪੱਤਿਆਂ ਨੂੰ ਗਵਾ ਦਿੰਦੇ ਨੇ। ਠੀਕ ਹੈ, ਆਪਦਾ ਵੇਸਟ ਪ੍ਰੋਡਕਟ ਸੈੱਲ ਜਿਹੜੇ ਵੈਕਿਊਲਸ ਵਿੱਚ ਰੱਖਦੇ ਨੇ, ਤੇ ਉੱਪਰੋਂ ਗਿਰਨ ਵਾਲੇ ਪੱਤਿਆਂ ਵਿੱਚ ਫਾਲਤੂ ਉਤਪਾਦ ਜ਼ਿਆਦਾ ਹੁੰਦੇ ਨੇ। ਦੂਜੇ ਹੋਰ ਫਾਲਤੂ ਉਤਪਾਦ ਜਿਹੜੇ ਰੀਜ਼ਨ ਅਤੇ ਗੂੰਦ ਕਰਕੇ ਵੀ ਬਣਾ ਦਿੰਦੇ ਨੇ। ਤੇ ਇਹਦੇ ਵਿੱਚ ਇਹ ਚੀਜ਼ ਨਾਲ ਹੋਰ ਪੜੀ ਜਾ ਸਕਦੀ, ਜਿਹੜੇ ਗੰਡੋਏ ਹੁੰਦੇ ਨੇ ਅਰਧਵੋਮ, ਉਹ ਆਪਣੀ ਬੋਡੀ ਦੇ ਵਿੱਚੋਂ ਜਿਹੜਾ ਵੇਸਟ ਹੈ ਉਹਨਾਂ ਦੇ ਵਿੱਚ ਜਿਹੜੇ ਐਕਸਕ੍ਰੀਟਰੀ ਯੂਨਿਟ ਹੁੰਦੇ ਨੇ ਨੈਫਰੇਡੀਆ ਹੁੰਦੇ ਨੇ। ਜਿਹੜੇ ਐਕਸਕ੍ਰੀਟਰੀ ਯੂਨਿਟ ਹੁੰਦੇ ਨੇ ਨੈਫਰੇਡੀਆ ਹੁੰਦੇ ਨੇ। ਠੀਕ ਹੈ, ਹੁਣ ਆਪਣੇ ਕੋਲ ਕੁਝ ਐਕਸਕ੍ਰੀਟਰੀ ਯੂਨਿਟ, ਕੁਝ ਕੁਐਸਚਨ ਨੇ। ਮਨੁੱਖ ਵਿੱਚ ਗੁਰਦੇ ਇੱਕ ਐਸੇ ਤੰਤਰ ਦਾ ਭਾਗ ਨੇ। ਗੁਰਦੇ ਕਿਹੜੇ ਤੰਤਰ ਦਾ ਭਾਗ ਨੇ? ਤਾਂ ਗੁਰਦੇ ਕੀ ਨੇ? ਮਲ ਤਿਆਗ ਪ੍ਰਣਾਲੀ ਦਾ ਹਿੱਸਾ ਨੇ। ਗੁਰਦੇ ਮਲ ਤਿਆਗ ਪ੍ਰਣਾਲੀ ਦਾ ਹਿੱਸਾ ਨੇ। ਉਹਦੇ ਵਿੱਚ ਜ਼ਾਇਲਮ ਦਾ ਕੰਮ ਕੀ ਹੁੰਦਾ? ਪਾਣੀ ਦਾ ਪਰਿਵਹਨ, ਭੋਜਨ ਦਾ ਪਰਿਵਹਨ। ਤਾਂ ਪਾਣੀ ਦਾ ਪਰਿਵਹਨ ਜਿਹੜਾ ਹੈ ਜ਼ਾਇਲਮ ਕਰਦੇ ਨੇ, ਤੇ ਭੋਜਨ ਦਾ ਪਰਿਵਹਨ ਫਲੋਇਮ ਦਾ। ਠੀਕ ਹੈ, ਤੇ ਆਕਸੀਜਨ ਜਿਹੜੀ ਸਿੱਧੀ ਸਟੋਮੈਟਾ ਦੇ ਥਰੂ ਚਲੀ ਜਾਂਦੀ। ਸਵੈ ਪੋਸ਼ੀ ਪੋਸ਼ਣ ਲਈ ਕੀ ਜ਼ਰੂਰੀ ਹੈ? ਕਾਰਬਨ ਡਾਈਆਕਸਾਈਡ ਤੇ ਪਾਣੀ, ਕਲੋਰੋਫਿਲ, ਸੂਰਜ ਦਾ ਪਾਣੀ, ਉਪਰੋਕਤ ਸਾਰੇ ਤਿੰਨੋਂ ਦੇ ਤਿੰਨੋਂ ਚੀਜ਼ਾਂ ਚਾਹੀਦੀਆਂ। ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਕਿਰਿਆ ਕਿੱਥੇ ਵਾਪਰਦੀ ਹੈ? ਇਹ ਹੁੰਦੀ ਮਾਈਟੋਕੌਂਡਰੀਆ ਦੇ ਵਿੱਚ, ਯਾਨੀ ਕਿ ਏਅਰੋਬਿਕ ਰੈਸਪੀਰੇਸ਼ਨ। ਠੀਕ ਹੈ ਜੀ, ਤਾਂ ਆਪਣੇ ਕੋਲ ਆਬਜੈਕਟਿਵ ਕੁਐਸਚਨ ਇਹ ਨਹੀਂ ਸੀ ਅੱਜ ਦੀ ਵੀਡੀਓ ਦੇ ਵਿੱਚ। ਨਹੀਂ, ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਜੀ। ਠੀਕ ਹੈ, ਕਿਉਂਕਿ ਤੁਹਾਡੇ ਕਮੈਂਟਸ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਣੀ ਹੈ। ਜੇ ਕਮੈਂਟਸ ਕਰਦੇ ਰਹੋਗੇ, ਜੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤਾਂ ਤੁਸੀਂ ਇਸ ਨੰਬਰ ਤੱਕ ਕਾਲ ਕਰ ਸਕਦੇ ਹੋ, ਮੈਸੇਜ ਕਰਕੇ ਕੋਈ ਡਾਊਟ ਜਾਂ ਇਸ ਟੌਪਿਕ ਦੇ ਕੁਐਸਚਨਸ ਚਾਹੀਦੇ ਹੋਣ ਇੰਗਲਿਸ਼ ਵਿੱਚ, ਪੰਜਾਬੀ ਵਿੱਚ, ਜਿਹੜੇ ਵੀ ਮੀਡੀਅਮ ਦੇ ਵਿੱਚ, ਤਾਂ ਉਹ ਆਪਣੇ ਕੋਲ ਅਵੇਲੇਬਲ ਹੈਗੇ ਨੇ। ਤੁਸੀਂ ਸਾਨੂੰ ਮੈਸੇਜ ਕਰੋ, ਅਸੀਂ ਤੁਹਾਨੂੰ ਕੁਐਸਚਨ ਪ੍ਰੋਵਾਈਡ ਕਰਵਾ ਦਿਆਂਗੇ। ਆਬਜੈਕਟਿਵ, ਸਬਜੈਕਟਿਵ, ਕਿਸੇ ਵੀ ਟਾਈਪ ਦੇ ਕੁਐਸਚਨ ਹੋਣ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਤੇ ਜੇ ਕੰਟੈਂਟ ਵਧੀਆ ਲੱਗਦਾ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ ਜੀ।